रल मिल के बैठ के गुरु ग्रंथ साहब जी के दर्शन कर रही साध संगत जी। वाहिगुरु जी का खालसा, वाहिगुरु जी की फतेह। गुरु ग्रंथ साहब जी की चल रही लड़ीवार विचारां विच अज अंक नंबर 1073 1073 नंबर अंक तो अगे पाठ करना है। मारू राग विच पंजवीं पातशाही धन धन गुरु अर्जन पातशाह जी दे उच्चारण कीते हुए सोलियां दे पाठ चल रहे हैं, जिस विच दूजे सोले दे 12 पदियां तक दे पाठ पहला हो चुके हैं। अज अगों पाठ करना। गुरमुख सोए जे हर जियो पाया, तिस कौन मिटावे जे प्रभ पहराया। सदा आनंद करे आनंदी, जिस सिर पाओ पया गल खासा है। गुरमुख सोए जे हर जियो पाया, तिस कौन मिटावे जे प्रभ पहराया। सदा आनंद करे आनंदी, जिस सिर पाओ पया गल खासा है। गुरमुख सोए जे हर जियो पाया, जितने नरक से मन मुख भोगे। गुरमुख लेप न मासा है, जितने नरक से मन मुख भोगे। गुरमुख लेप न मासा है। पिछले पदे दी आखिरी पंक्ति विच माया दे मोह दी अधीनगी दे विच जितने नरक सो मनमुख भोगे। गुरमुख लेप न मासा है। रत्ता मातर भी प्रभाव गुरमुख दे मन ते नहीं पैंदा। क्यों नहीं पैंदा? क्योंकि गुरमुख तो की पावे, मन गुरु दे शब्द तो प्रभावित हो गया। गुरमुख तो की पावे, गुरु दी शरण एक्सेप्ट कर ਲਈ ਹੈ। मन ने गुरु दे शब्द दे प्रभाव ਨੂੰ ਲੈ ਲਿਆ। ਹੁਣ ਗੁਰਮੁਖ ਨੂੰ ਖੋਲ ਕੇ ਸਮਝਾਣਾ ਕਰ ਰਹੇ ਹਨ। ਅਸੀਂ ਆਪਣੇ ਆਪ ਹੀ ਅਸੀਂ ਗੁਰਮੁਖ ਬਣ ਜਾਂਦੇ ਹਾਂ। ਮੈਂ ਗੁਰਦੁਆਰੇ ਜਾਂਦਾ, ਰੋਜ਼ਾਨਾ ਜਾਂਦਾ, ਮੈਂ ਤੇ ਗੁਰੂ ਦਾ ਸਿੱਖ ਹਾਂ, ਮੈਂ ਤੇ ਗੁਰਮੁਖ ਹਾਂ, ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ, ਕੀਰਤਨ ਸੁਣਦਾ। ਕਿਧਰੇ ਚੁੰਝ ਗਿਆਨੀ ਬਣ ਕੇ ਨਾ ਰਹਿ ਜਾਈਏ। केवल चुंज तक, मुंह तक केवल ज्ञान ना रह जाए। इतने गुरु साहब कह रहे हैं, गुरमुख सोए जे हर जियो पाया, सही तुदनु गावन जो तुद भावन। रते तेरे भगत रसाले, जो तेनू भांदे हन, जिन्हां दा गाविया है परमात्मा तेरे दर ते कबूल है, जो तेनू पा जाए। इतने भी कह रहे हैं, गुरमुख सोए जे हर जियो पाया। हरि नू केड़े गुरमुख पसंद आंदे हैं, केड़े लोग पसंद आंदे हैं? ਉਹ ਪਸੰਦ ਆਉਂਦੇ ਹਨ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰ ਲਵੇ, ਜਿਨ੍ਹਾਂ ਦਾ ਮਨ ਪਤੀਜ ਜਾਏ ਗੁਰੂ ਦੇ ਸ਼ਬਦ ਦੇ ਰਾਹੀਂ, ਜਿਨ੍ਹਾਂ ਦੇ ਮਨ ਨੇ ਗੁਰੂ ਦੇ ਸ਼ਬਦ ਨੂੰ ਐਕਸੈਪਟ ਕਰ ਲਿਆ ਤੇ ਜਿਨ੍ਹਾਂ ਦਾ ਤਨ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਦੇ ਮੁਤਾਬਿਕ ਕਾਰ ਕਰਨ ਲੱਗ ਪਿਆ। ਗੁਰਮੁਖ ਸੋਏ ਜੇ ਹਰ ਜਿਉ ਪਾਇਆ। ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਵਾਈਸ ਵਰਸਾ ਸਮਝ ਲਈਏ ਨਾ, ਕਿ ਜਿਸ ਦਾ ਮਨ ਗੁਰੂ ਦੇ ਸ਼ਬਦ ਨੂੰ ਪਸੰਦ ਕਰਨ ਲੱਗ ਪੈਂਦਾ ਹੈ, ਉਹ ਪਰਮਾਤਮਾ ਉਸ ਨੂੰ ਪਸੰਦ ਕਰਨ ਲੱਗ ਪੈਂਦਾ। ਸਾਨੂੰ ਵੀ ਕੁਝ ਪਸੰਦ, ਸਾਡੀ ਵੀ ਕਈ ਪਸੰਦ ਹਨ, ਕਈ ਚੀਜ਼ਾਂ ਪਸੰਦ ਹਨ, ਕਈ ਨਾ ਪਸੰਦ ਹਨ। ਅਸੀਂ ਮਾਇਆ ਨੂੰ ਪਸੰਦ ਕਰਦੇ ਹਾਂ, ਗੁਰੂ ਦੇ ਸ਼ਬਦ ਨੂੰ ਪੜ੍ਹਦੇ ਤੇ ਹਾਂ ਪਰ ਪਸੰਦ ਨਹੀਂ ਕਰਦੇ। ਜਿਹੜੀ ਚੀਜ਼ ਅਸੀਂ ਪਸੰਦ ਕਰਦੇ ਹਾਂ ਅਸੀਂ ਰੱਖ ਲੈਂਦੇ ਹਾਂ ਆਪਣੇ ਕੋਲ। ਜਿਹੜੀ ਚੀਜ਼ ਨਹੀਂ ਪਸੰਦ ਕਰਦੇ ਉਹ ਉਹਦੇ ਨਿਕਟ ਹੁੰਦੇ ਹੋਏ ਵੀ ਉਹਨੂੰ ਸੰਭਾਲਦੇ ਨਹੀਂ ਆ। ਇੱਥੇ ਗੁਰੂ ਸਾਹਿਬ ਗੁਰਮੁਖ ਦੀ ਡੈਫੀਨੇਸ਼ਨ ਅਸੀਂ ਸਮਝੀਏ ਦੇ ਰਹੇ ਹਨ। ਗੁਰਮੁਖ ਸੋਏ ਜੇ ਹਰ ਜੀਉ ਪਾਇਆ, ਜਿਸ ਦੇ ਮਨ ਨੇ ਸ਼ਬਦ ਨੂੰ ਕਬੂਲ ਕਰ ਲਿਆ, ਜਿਸ ਦਾ ਤਨ ਗੁਰੂ ਦੇ ਸ਼ਬਦ ਦੇ ਮੁਤਾਬਿਕ ਕਾਰ ਕਰ ਰਿਹਾ ਹੈ। ਗੁਰਮੁਖ ਸੋਏ ਜੇ ਹਰ ਜੀਉ ਪਾਇਆ। ਹਰੀ ਨੂੰ ਵੀ ਉਹ ਪਾ ਜਾਂਦੇ ਹਨ ਤੇ ਅਸਲ ਵਿੱਚ ਗੁਰਮੁਖ ਉਹੀ ਹਨ। ਤਿਸ ਕੌਣ ਮਿਟਾਵੇ ਜੇ ਪ੍ਰਭ ਪਹਿਰਾਇਆ।
ਪ੍ਰਭ ਪਹਿਰਾਇਆ ਤੋਂ ਭਾਵੇਂ ਪਹਿਰਾਇਆ ਵੈਸੇ ਨੋਰਮਲ ਜਿਹੜੀ ਸਾਧਾਰਨ ਅੱਖਰਾਂ ਵਿੱਚ ਸਿਰੋਂ ਪਾਓ ਅਸੀਂ ਗੁਰਦੁਆਰੇ ਵਿੱਚ ਵੀ ਦਿੰਦੇ ਹਾਂ, ਕਈ ਵਾਰੀ ਕੀਰਤਨੀਆਂ ਆਉਂਦੇ ਨੇ, ਜਾਂ ਹਾਂ ਕਈ ਵਾਰੀ ਹੋਰਾਂ ਨੂੰ ਵੀ ਕੋਈ ਚੰਗਾ ਕਾਰ ਕਰੇ ਤੇ ਉਹਨਾਂ ਨੂੰ ਵੀ ਸਿਰੋਂ ਪਾਓ ਦਿੰਦੇ ਆ। ਇੱਥੇ ਗੁਰੂ ਸਾਹਿਬ ਮਾਣ ਸਮਝ ਲਈਏ, ਆਦਰ ਸਮਝ ਲਈਏ, ਜਾਂ ਇੰਝ ਸਮਝ ਲਈਏ ਜਿਨ੍ਹਾਂ ਨੂੰ ਸ਼ਬਦ ਦੇ ਨਾਲ ਜਿਹਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕਰਕੇ ਸ਼ਬਦ ਦੀ ਸ਼ਰਨ ਬਖਸ਼ ਦਿੱਤੀ ਹੋਏ, ਤਿਸ ਕੌਣ ਮਿਟਾਵੇ, ਕਹਿੰਦੇ ਨੇ ਉਹਨੂੰ ਕੌਣ ਮਿਟਾ ਸਕਦਾ ਹੈ, ਉਹਦੀ ਪ੍ਰਭਤਾ ਨੂੰ ਕੌਣ ਦੂਰ ਕਰ ਸਕਦਾ ਹੈ, ਮਿਟਾ ਸਕਦਾ ਹੈ। ਜੇ ਪ੍ਰਭ ਪਹਿਰਾਇਆ, ਜਿਹਨੂੰ ਸਤਕਾਰ ਪ੍ਰਮਾਤਮਾ ਨੇ ਦੇ ਦਿੱਤਾ, ਭਾਵੇਂ ਜੇ ਹਰ ਜਿਉ ਪਾਇਆ, ਜਿਸ ਨੂੰ ਹਰੀ ਪਸੰਦ ਕਰਨ ਲੱਗ ਪਿਆ, ਫਿਰ ਉਹਨੂੰ ਕੋਈ ਮਿਟਾ ਨਹੀਂ ਸਕਦਾ, ਨਾਸ਼ ਨਹੀਂ ਕਰ ਸਕਦਾ। ਸਦਾ ਆਨੰਦ ਕਰੇ ਆਨੰਦੀ, ਉਹ ਪ੍ਰਮਾਤਮਾ ਆਨੰਦ ਦਾ ਸੋਮ ਹੈ ਤੇ ਸਦਾ ਆਨੰਦ ਕਰੇ ਆਨੰਦੀ। ਹੁਣ ਉਸ ਆਨੰਦ ਦੇ ਸੋਮੇ ਵਿੱਚ ਜਿੱਦੀ ਸੁਰਤ ਟਿੱਕੀ ਰਹਿੰਦੀ ਹੈ, ਗੁਰਮੁਖ ਸੋਏ ਜੇ ਹਰ ਜਿਉ ਪਾਇਆ, ਜਿਹਦੀ ਸੁਰਤ ਉਸ ਪ੍ਰਮਾਤਮਾ ਉਸ ਆਨੰਦ ਦੇ ਸੋਮੇ ਵਿੱਚ ਟਿੱਕੀ ਰਹਿੰਦੀ ਹੈ, ਉਹ ਮਾਨੋ ਆਨੰਦ ਦੇ ਵਿੱਚ ਹੀ ਭਿੱਜਿਆ ਰਹਿੰਦਾ ਹੈ। ਫਿਰ ਕਿਹੋ ਜਿਹੀ ਉਹਦੀ ਅਵਸਥਾ, ਮਨ ਦੀ ਅਵਸਥਾ ਬਣਦੀ ਹੈ, ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਉ ਪਿਆ ਗਲ ਖਾਸਾਏ। ਸਦਾ ਆਨੰਦ, ਫਿਰ ਉਹ ਸਦੀਵ ਆਨੰਦ ਵਿੱਚ ਰਹਿੰਦਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰੂ ਸਾਹਿਬ ਨਾਲ ਦੇ ਨਾਲ ਅਸੀਂ ਰਿਲੇਟ ਕਰੀਏ ਨਾ, ਨਾਲ ਦੇ ਨਾਲ ਗੁਰੂ ਸਾਹਿਬ ਹਰ ਗੱਲ ਨੂੰ ਕਲੀਅਰ ਵੀ ਕਰੀ ਜਾਂਦੇ ਨੇ। ਆਨੰਦ ਦੀ ਅਵਸਥਾ ਬਣਨੀ ਕਿਸ ਤਰ੍ਹਾਂ? ਸਤਿਗੁਰੂ ਮੈਂ ਪਾਇਆ ਕੇਵਲ ਮੱਥੇ ਟੇਕਣ ਤੱਕ ਸੀਮਿਤ ਨਹੀਂ ਆ, ਗੁਰੂ ਦੇ ਸ਼ਬਦ ਦੇ ਨਾਲ ਮਨ ਵੀ ਭਿੱਜ ਗਿਆ। ਹੁਣ ਐਂ ਸਮਝੀਏ ਪੂਰੀ ਤੌਰ ਤੇ ਗੁਰੂ ਦੇ ਸ਼ਬਦ ਦੇ ਮੁਤਾਬਿਕ ਜਿਹੜਾ ਮਨ ਵੀ ਤੇ ਤਨ ਵੀ ਜਿਹੜਾ ਕਾਰ ਵਿਹਾਰ ਕਰ ਰਿਹਾ, ਤੇ ਕਹਿੰਦੇ ਨੇ ਉਹਦੀ ਜ਼ਿੰਦਗੀ ਕੈਸੀ ਰਹਿੰਦੀ ਹੈ, ਸਦਾ ਆਨੰਦ ਕਰੇ ਆਨੰਦੀ। ਫਿਰ ਤੱਤੀ ਤਵੀਆਂ ਤੇ ਵੀ ਆਨੰਦ ਵਿੱਚ ਹੈ, ਬੰਦ ਕਟਾਉਂਦਿਆਂ ਖੋਪੜ ਲਵਾਉਂਦਿਆਂ ਵੀ ਆਨੰਦ ਵਿੱਚ ਹੈ। ਫਿਰ ਚਾਰ ਸਾਹਿਬਜ਼ਾਦੇ ਅਗਰ ਸ਼ਹਾਦਤ ਵੀ ਪਾ ਜਾਣ ਤਾਂ ਵੀ ਆਨੰਦ ਵਿੱਚ, ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਉ ਪਿਆ ਗਲ ਖਾਸਾ ਹੈ। ਖਾਸਾ ਤੋਂ ਪਾਵੇ ਖਾਸ, ਸਿਰ ਪਾਉ ਜਿਹਦੇ ਗਲ ਵਿੱਚ, ਗਲ ਦੇ ਲੱਲੇ ਨੂੰ ਸਿਹਾਰੀਏ ਗਲ ਵਿੱਚ, ਜਿਹਦੇ ਗਲ ਵਿੱਚ ਖਾਸ ਹਰੀ ਵੱਲੋਂ ਗਲ ਵਿੱਚ ਚੰਗਾ ਸਿਰ ਪਾਉ ਮਿਲਿਆ ਹੈ, ਗੁਰੂ ਦੇ ਸ਼ਬਦ ਨਾਲ ਸਾਂਝ ਬਣ ਗਈ ਹੈ। ਜਿਸ ਨੂੰ ਹਰੀ ਦੇ ਦਰ ਤੋਂ ਮਾਨੋ ਮਾਣ ਪ੍ਰਾਪਤ ਹੋ ਗਿਆ, ਉਸ ਨੂੰ ਫਿਰ ਉਹਦੀ ਜ਼ਿੰਦਗੀ ਕੈਸੀ ਬਣਦੀ ਹੈ, ਸਦਾ ਆਨੰਦ ਕਰੇ ਆਨੰਦੀ। ਫਿਰ ਉਹ ਸਦੀਵ ਆਨੰਦ ਵਿੱਚ ਰਹਿੰਦਾ ਹੈ, ਸਦੀਵ ਖੇੜੇ ਵਿੱਚ ਰਹਿੰਦਾ ਹੈ। ਜੀ ਇਕਬਾਲ ਵੀਰ ਜੀ। ਜੀ ਗੁਰਮੁਖ ਸੋਏ ਜੇ ਹਰ ਜਿਉ ਪਾਇਆ। ਗੁਰਮੁਖ ਕੌਣ ਹੈ? ਉਹ ਮਨੁੱਖ ਜਿਹੜਾ ਗੁਰੂ ਦੀ ਸ਼ਰਨ ਪੈ ਜਾਂਦਾ। ਗੁਰਮੁਖ ਸੋਏ ਜੇ ਹਰ ਜਿਉ ਪਾਇਆ, ਪਾਉਂਦਾ ਕੌਣ ਆ? ਜੋ ਹੁਕਮ ਅਨੁਸਾਰ ਚੱਲਦਾ ਹੈ। ਉਹ ਮਨੁੱਖ ਜਿਹੜਾ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ, ਚੱਲਦਾ ਹੈ, ਅਮਲ ਕਰਦਾ ਹੈ, ਉਹੀ ਮਨੁੱਖ ਪ੍ਰਮਾਤਮਾ ਨੂੰ ਪਾਉਂਦਾ ਹੈ। ਗੁਰਮੁਖ ਜਿਹੜਾ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਗੁਰੂ ਦੇ ਦੱਸੇ ਹੋਏ ਹੁਕਮ ਨੂੰ ਇੰਨ ਬਿੰਨ ਲਾਗੂ ਕਰਦਾ, ਮੰਨਦਾ ਹੈ, ਉਹ ਮਨੁੱਖ ਹੀ ਪ੍ਰਮਾਤਮਾ ਨੂੰ ਹਰ ਜਿਉ ਪਾਇਆ, ਪਾਉਂਦਾ ਹੈ। ਭਾਈ ਜਿਸ ਕੌਣ ਮਿਟਾਵੇ ਜੇ ਪ੍ਰਭ ਪਹਿਰਾਇਆ। ਪ੍ਰਭੂ ਨੇ ਇਸ ਉਸ ਬਿਰਲਾ ਇੱਕ ਬਚਨ ਹੈ, ਕੌਣ ਮਿਟਾਵੇ। ਉਸ ਜੀਵ ਦੀ ਧਨਤਾ, ਉਸ ਜੀਵ ਦੀ ਵਡਿਆਈ, ਉਸ ਮਨੁੱਖ ਦੇ ਗੁਣ ਕੌਣ ਮਿਟਾ ਸਕਦਾ? ਜਿਹੜਾ ਗੁਰੂ ਦੀ ਸ਼ਰਨ ਪਿਆ ਹੋਇਆ ਹੈ, ਉਸ ਮਨੁੱਖ ਦੇ ਗੁਣ ਕੋਈ ਵੀ ਮਿਟਾ ਨਹੀਂ ਸਕਦਾ, ਕਿਉਂਕਿ ਉਹ ਗੁਣ ਕਿਹਨੇ ਦਿੱਤੇ ਹਨ? ਜੇ ਪ੍ਰਭ ਪਹਿਰਾਇਆ, ਪ੍ਰਮਾਤਮਾ ਨੇ ਪਹਿਰਾਇਆ ਹੋਇਆ ਹੈ। ਭਾਵ ਪ੍ਰਮਾਤਮਾ ਨੇ ਇਹ ਜਿਹੜੇ ਗੁਣ ਬਖਸ਼ੇ ਹਨ, ਉਹ ਗੱਲ ਤੋਂ ਭਾਵ ਹੈ, ਇਹ ਪਹਿਰਾਏ ਤੋਂ ਭਾਵ ਹੈ ਉਹਨੂੰ
ਉਸ ਦੇ ਵਿੱਚ ਲੀਨ ਕਰ ਦੇਣਾ। ਗੁਣਾਂ ਵਿੱਚ ਜਿਸ ਮਨੁੱਖ ਨੂੰ ਗੁਰੂ ਦੀ ਸ਼ਰਨ ਪਵਾ ਕੇ ਪ੍ਰਮਾਤਮਾ ਨੇ ਲੀਨ ਕਰ ਦਿੱਤਾ ਹੈ ਜਾਂ ਕਰਦਾ ਹੈ, ਉਸ ਮਨੁੱਖ ਦੇ ਗੁਣਾਂ ਨੂੰ ਕੌਣ ਮਿਟਾ ਸਕਦਾ? ਉਸ ਮਨੁੱਖ ਦੀ ਪ੍ਰਾਪਤ ਕੀਤੀ ਹੋਈ ਗੁਰੂ ਦੀ ਦਾਤ ਨੂੰ ਕੋਈ ਮੇਟ ਨਹੀਂ ਸਕਦਾ। ਸਦਾ ਆਨੰਦ ਕਰੇ। ਜਿਸ ਮਨੁੱਖ ਦੇ ਅੰਦਰ ਜਿਹੜਾ ਗੁਰੂ ਦੀ ਸ਼ਰਨ ਪੈ ਗਿਆ, ਜਿਹੜਾ ਪ੍ਰਮਾਤਮਾ ਨੂੰ ਭਾ ਗਿਆ, ਉਹ ਫਿਰ ਗੁਰੂ ਦੀ ਸ਼ਰਨ ਪਿਆ ਹੋਇਆ ਗੁਣਾਂ ਨੂੰ ਧਾਰਨ ਕਰਦਾ ਸਦਾ ਆਨੰਦ ਕਰੇ ਆਨੰਦੀ। ਉਸ ਆਨੰਦ ਸਰੂਪ ਪ੍ਰਮਾਤਮਾ ਦੀ ਚਰਨਾਂ ਵਿੱਚ ਰਹਿ ਕੇ ਗੁਣਾਂ ਨੂੰ ਧਾਰਨ ਕਰਦੇ, ਸਿੱਖਿਆ ਨੂੰ ਧਾਰਨ ਕਰਕੇ ਆਨੰਦ ਸਰੂਪ ਜਿਹੜਾ ਸਹਿਜ ਅਵਸਥਾ ਵਿੱਚ ਟਿਕਦਾ ਹੈ, ਉਹ ਸਦਾ ਆਨੰਦ ਕਰੇ ਆਨੰਦੀ। ਆਨੰਦਿਤ ਪ੍ਰਭੂ ਪ੍ਰਮਾਤਮਾ ਦੇ ਆਨੰਦ ਨੂੰ ਸਦਾ ਉਹ ਆਪਣੇ ਚਿੱਤ ਚੇਤੇ ਵਿੱਚ ਧਾਰਨ ਕਰਕੇ ਆਨੰਦ ਮਾਣਦਾ ਹੈ। ਜਿਸ ਸਿਰ ਪਾਉ ਪਿਆ ਗਲ ਖਾਸਾ। ਸਿਰ ਪਾਉ ਸਿਰ ਤੋਂ ਲੈ ਕੇ ਪੈਰਾਂ ਤੱਕ, ਭਾਵ ਮਨ ਤੋਂ ਲੈ ਕੇ ਤਨ ਤੱਕ, ਭਾਵ ਕਰਮ ਇੰਦਰੀਆਂ ਤੋਂ ਲੈ ਕੇ ਗਿਆਨ ਇੰਦਰੀਆਂ ਤੱਕ ਦੇ ਜਿਹੜੇ ਗੁਣ ਹਨ, ਉਹ ਜੀਵ ਉਹਨਾਂ ਗੁਣਾਂ ਨੂੰ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦੇ ਵਿੱਚ ਵਰਤੋਂ ਕਰਦਾ ਹੈ। ਉਸ ਨੂੰ ਕਹਿੰਦੇ ਆ ਸਿਰ ਪਾਉ ਪਿਆ ਗਲ ਖਾਸਾ ਹੈ। ਉਹ ਮਨੁੱਖ ਜਿਸ ਦੇ ਅੰਦਰ ਤਨ ਦੇ ਅੰਦਰ ਵੀ ਗੁਣ ਹਨ ਤੇ ਮਨ ਦੇ ਅੰਦਰ ਵੀ ਗੁਣ ਹਨ, ਮਨ ਤਨ ਕਰਕੇ ਗੁਣਾਂ ਨਾਲ ਰਤਿਆ ਹੋਇਆ ਹੈ, ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਬਣਿਆ ਹੋਇਆ, ਗੁਰੂ ਦੀ ਸ਼ਰਨ ਪੈ ਕੇ ਗੁਣਾਂ ਨੂੰ ਮਨ ਬਚ ਕਰਮਾਂ ਵਿੱਚ ਲਿਆਇਆ ਹੋਇਆ ਹੈ। ਸਿਰ ਪਾਉ ਪਿਆ ਗਲ ਖਾਸਾ। ਉਸ ਦੇ ਅੰਦਰ ਸਿਰ ਪਾਉ ਭਾਵ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਣਾਂ ਭਰਪੂਰ ਵਿਅਕਤੀ ਗੁਰਮੁਖ, ਉਹ ਖਾਸ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਸਿਰ ਪਾਉ ਪਿਆ ਗਲ ਖਾਸਾ ਹੈ। ਉਸ ਦੀ ਵਡਿਆਈ ਧਨਤਾ ਖਾਸ ਹੋ ਜਾਂਦੀ ਹੈ। ਹੁਣ ਆਮ ਜੀਵ ਨਹੀਂ ਰਹਿੰਦਾ ਜਿਹੜਾ ਮਨ ਬਚ ਕਰਮਾਂ ਕਰਕੇ ਗੁਰੂ ਦੇ ਗੁਣਾਂ ਨੂੰ ਆਪਣੇ ਅਮਲੀ ਜੀਵਨ ਦੇ ਵਿੱਚ ਲੈ ਕੇ ਵਿਚਰਦਾ ਹੈ। ਆਪਣੇ ਉਰਧਾਰ ਗਲੇ ਦੇ ਅੰਦਰ ਭਾਵ ਹਿਰਦੇ ਘਰ ਦੇ ਵਿੱਚ ਗੁਣਾਂ ਨੂੰ ਟਿਕਾਇਆ ਹੁੰਦਾ ਹੈ। ਉਹ ਮਨ ਔਰ ਤਨ ਕਰਕੇ ਗੁਣਾ ਭਰਪੂਰ ਰਹਿੰਦਾ ਹੈ ਤੇ ਪ੍ਰਮਾਤਮਾ ਦੇ ਦਰ ਦੀ ਵਡਿਆਈ ਪ੍ਰਾਪਤ ਕਰਦਾ ਜੀ। ਧੰਨਵਾਦ ਵੀਰ ਜੀ। ਆਪ ਜੀ ਨੇ ਪ੍ਰਭ ਪਹਿਰਾਇਆ ਤੇ ਸਿਰ ਪਾਉ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਖੋਲਿਆ। ਬਿਲਕੁਲ ਜਿਹੜਾ ਗੁਣਾਂ ਦਾ ਧਾਰਨੀ ਬਣ ਜਾਏ, ਉਹ ਗੁਣਾਂ ਦਾ ਸਾਂਝ ਬਣਨੀ, ਗੁਣਾਂ ਦੇ ਨਾਲ ਸਾਂਝ ਬਣੇ ਤਈਓ ਸਤਕਾਰ ਦੀ ਪ੍ਰਾਪਤੀ ਹੋਣੀ ਹੈ। ਔਰ ਸਿਰ ਪਾਉ ਵੀ ਸਿਰ ਤੋਂ ਲੈ ਕੇ ਪੈਰ ਤੱਕ ਪੂਰੀ ਤਰ੍ਹਾਂ ਦੇ ਨਾਲ ਸਤਕਾਰ ਪ੍ਰਾਪਤ ਦੇਣਾ, ਉਹਨੂੰ ਸਿਰ ਪਾਉ ਕਿਹਾ ਜਾਂਦਾ ਹੈ। ਤੇ ਸਿਰ ਪਾਉ ਨੂੰ ਵੀ ਆਪ ਜੀ ਨੇ ਗੁਣਾਂ ਦੇ ਨਾਲ ਰਿਲੇਟ ਕਰਕੇ ਮਨ ਇੰਦਰੀਆਂ ਤੇ ਗਿਆਨ ਇੰਦਰੀਆਂ ਦੇ ਰਾਹੀਂ ਆਪ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਖੋਲਣਾ ਕੀਤਾ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ, ਅਸੀਂ ਜਿਹੜੀ ਗੁਰਬਾਣੀ ਦੀ ਚਾਲ ਕਈ ਵਾਰ ਦੇਖਣੇ ਪਏ ਨਾ ਵੀ ਸਾਰਾ ਕੁਝ ਵੀ ਧਰਮ ਕੀ ਹੈ, ਜੋ ਤਿਸ ਭਾਵੈ ਸੋ ਸੱਚ ਧਰਮ। ਧਰਮ ਦੀ ਦੁਨੀਆ ਦੀ ਹਰ ਕਿਰਿਆ ਦੇ ਪਿੱਛੇ ਸੋਚ ਇੱਕੋ ਹੈ, ਉਸ ਰੱਬ ਨੂੰ ਭਾ ਜਾਵਾਂ। ਹਰ ਜੋ ਕਹਿੰਦੇ ਵੀ ਅੱਛਾ ਜਪ ਕਰਨਾ ਹੈ, ਕਹਿੰਦਾ ਸੋ ਜਪ ਜੋ ਹਰ ਜੀਉ ਭਾਵੇ। ਉਹ ਜਪ ਹੈ ਜੋ ਪਰਮਾਤਮਾ ਨੂੰ ਪ੍ਰਵਾਨ। ਤੋ ਆਪਣੇ ਉਹ ਕਹਿੰਦੇ ਕਾਇ ਚਪੋਰੇ ਕਾਇ ਤਪੋਰੇ ਕਾਇ ਬਿਲੋਵੋ ਪਾਣੀ। ਤੇ ਕਹਿੰਦੇ ਬਨੇ ਵੀ ਇਹ ਤੂੰ ਹਰ ਚੀਜ਼ ਜਿਹੜੀ ਹੈ ਨਾ ਉਹ ਧਰਮ ਦੀ ਦੁਨੀਆ ਵਿੱਚ ਜਿਹੜੀ ਹੈ ਨਾ ਵੀ ਉਹ ਅੱਛਾ ਆਰਤੀ ਕਰਨੀ ਹੈ, ਕਹਿੰਦਾ ਜੋ ਤਿਸ ਭਾਵੈ ਸੋ ਆਰਤੀ ਹੋਏ। ਉਹ ਜੋ ਰੱਬ ਨੂੰ ਭਾਉਂਦਾ ਜੇ ਉਹ ਕਰਨਾ ਪਿਆ ਤਾਂ ਮਨੋਂ ਰੱਬ ਦੀ ਆਰਤੀ ਕਰਨਾ ਪਿਆ। ਹਰ ਚੀਜ਼ ਜੋ ਰੱਬ ਨੂੰ ਪਸੰਦ ਹੈ ਨਾ, ਕਹਿੰਦਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਇੱਥੇ ਜਿਹੜਾ ਗੁਰੂ ਕਹਿੰਦੇ ਨੇ ਗੁਰਮੁਖ ਸੋਏ ਜੇ ਹਰ ਜੀਉ ਭਾਇਆ, ਉਹ ਜੇ ਰੱਬ ਨੂੰ ਪ੍ਰਵਾਨ ਨਾ ਹੋਇਆ ਨਾ, ਕਹਿੰਦਾ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ। ਤੂੰ ਬਾਕੀ ਜੋ ਮਰਜ਼ੀ ਕਰੀ ਜਾ, ਜੇ ਤੂੰ ਆਪਣੇ ਆਪ ਦੇ ਹਿਸਾਬ ਨਾਲ ਜਿਹੜਾ ਨਾ ਵੀ ਜਿਹੜਾ ਭਗਤ ਬਣ ਜੋ ਸ਼ਬਦ ਆਉਂਦਾ, ਕਹਿੰਦਾ ਜੇ ਉਹ ਕੂਪ ਟਟਾ ਦੇਵਾਵੇ, ਉਦੋਂ ਜੇ ਖੂਹ ਪੁੱਟ ਦੇਵੇ, ਉਹ ਨਦੀਆਂ ਦੇ ਕਿਨਾਰੇ ਦੇ ਉੱਤੇ ਕਹਿ ਲਓ ਜਿਹੜਾ ਬੈਂਕਸ ਬੰਦੇ ਨੇ ਵੀ ਜਿਹੜਾ ਘਾਟ ਬੰਦੇ ਨੇ, ਜੇ ਉਹ ਕੂਪ ਤਟਾ ਕੰਮ ਤੇ ਚੰਗਾ ਹੈ ਕਹਿੰਦਾ, ਲੇਕਿਨ ਜੇ ਉਹ ਕੂਪ ਤਟਾ ਦੇਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ। ਗੱਲ ਤੇ ਅਲਟੀਮੇਟਲੀ ਰੱਬ ਨੂੰ ਜਿਹੜਾ ਹੈ ਨਾ ਉਹ ਜਿਹੜਾ ਪਸੰਦ ਆਇਆ ਹੈ,
ਉਹ ਵੀ ਉਸੇ ਸ਼ਬਦ ਨਾਲ ਆਂਦੇ ਕਹਿੰਦੇ ਨੇ ਜੇ ਉਹ ਅਨਕ ਪ੍ਰਸਾਦ ਕਰਾਵੇ। ਉਹ ਲੰਗਰ ਲਗਾਣੇ ਬੰਦਾ ਨਹੀਂ ਕਹਿ ਸਕਦਾ ਕਿ ਮਾੜੀ ਗੱਲ ਹੈ। ਉਹ ਬੰਦਾ ਜਦੋਂ ਅਸੀਂ ਗੱਲ ਸਾਨੂੰ ਗੁਰੂ ਦਾ ਪਰਸਪੈਕਟਿਵ ਨਾ ਹਮੇਸ਼ਾ ਨਾਲ ਕੈਰੀ ਕਰਨਾ ਚਾਹੀਦਾ ਹੈ। ਗੁਰੂ ਸਾਨੂੰ ਕਿਹਨਾਂ ਸ਼ਬਦਾਂ ਦੇ ਰਾਹੀਂ ਕਿਸ ਪਰਸਪੈਕਟਿਵ ਦੇ ਨਾਲ ਰੱਬ ਦੇ ਨਾਲ ਸਾਂਝ ਕਰਵਾਉਣਾ ਚਾਹੁੰਦਾ। ਪਰਸਪੈਕਟਿਵ ਵੱਖ-ਵੱਖ ਹੋ ਸਕਦੇ ਨੇ, ਇੱਕੋ ਚੀਜ਼ ਨੂੰ ਵੱਖ-ਵੱਖ ਜਗ੍ਹਾਵਾਂ ਤੋਂ ਦੇਖਾਂਗੇ, ਲੇਕਿਨ ਗੁਰਮਤਿ ਦਾ ਜੋ ਸਾਰ ਸਾਨੂੰ ਗੁਰੂ ਦੇਣਾ ਚਾਹੁੰਦਾ ਨਾ, ਉਹ ਕਿੰਨਾ ਅੱਖਰਾਂ ਦੇ ਰਾਹੀਂ ਦੇਣਾ ਚਾਹੁੰਦਾ ਹੈ, ਕੀ ਸੰਦੇਸ਼ ਸਾਨੂੰ ਗੁਰੂ ਦੇਣਾ ਚਾਹੁੰਦਾ ਹੈ। ਵੀ ਉਹ ਕਹਿੰਦਾ ਵੀ ਉਹ ਜੇ ਉਹ ਅਨਕ ਪ੍ਰਸਾਦ ਕਰਾਵੇ, ਜੇ ਕੋਈ ਬੰਦਾ ਜਿਹੜਾ ਨਾ ਵੀ ਉਹ ਜੇ ਉਹ ਅਨਕ ਪ੍ਰਸਾਦ ਕਰਾਵੇ, ਭੂਮ ਦਾਨ ਆਪਣੀ ਧਰਤੀ ਦਾਨ ਵਿੱਚ ਦੇ ਦੇਵੇ, ਫੁੱਲੀ ਡੈਕੋਰੇਟ ਕਰਕੇ ਸ਼ੋਭਾ ਮੰਡਪ ਪਾਵੇ। ਉਹ ਕਹਿੰਦੇ ਆਪਣਾ ਬਿਗਾੜ ਬਿਰਾਨਾ ਸੰਡ, ਉਹ ਆਪਣਾ ਵਿਗਾੜ ਕੇ ਵੀ ਜੇ ਕਿਸੇ ਦਾ ਚੰਗਾ ਕਰ ਦਿੰਦਾ ਹੈ, ਆਪਣਾ ਬਿਗਾੜ, ਉਹ ਮੇਰਾ ਨੁਕਸਾਨ ਹੋ ਜਾਏਗਾ ਕੋਈ ਗੱਲ ਨਹੀਂ, ਚੰਗਾ ਹੋ ਜਾਏਗਾ। ਆਪਣਾ ਬਿਗਾੜ ਬਿਰਾਨਾ ਸੰਡ ਹੈ, ਕਰੇ ਨਿੰਦ ਬਹੁ ਜੋਨੀ ਹੰਡ ਹੈ। ਰੱਬ ਨੂੰ ਕੀ ਪਸੰਦ ਹੈ ਨਾ, ਸਾਨੂੰ ਅਸੀਂ ਵਿਸ਼ਕਾਰ ਇੱਕ ਕਹਿੰਦੇ ਕਿ ਬੇਟਾ ਉਹ ਧਰਮ ਕੀ ਹੈ, ਵੀ ਮਨੁੱਖੀ ਫਰਜ਼ਾਂ ਦੀ ਪਛਾਣ। ਤਾਂ ਥੋੜਾ ਜਿਹਾ ਇੱਕ ਮਨ ਥੋੜਾ ਜਿਹਾ ਲੱਗਦਾ ਕਿ ਅਸੀਂ ਅੱਛਾ ਜਿਹੜੇ ਜੈਨੀ ਨੇ ਉਹ ਕਹਿਣਗੇ ਨੰਗੇ ਪੈਰੀ ਜਾਂਦੇ ਹਾਂ ਅਸੀਂ, ਸਾਡੇ ਨੰਗੇ ਪੈਰੀ ਜਾਣ ਦੇ ਨਾਲ ਕਿਤਨੇ ਜੀਵ ਜਿਹੜੇ ਨੇ ਉਹ ਮਰਨ ਤੋਂ ਬਚ ਜਾਂਦੇ ਨੇ। ਤੇ ਇਹ ਮਨੁੱਖੀ ਧਰਮ, ਇਹ ਕਹੋ ਮਨੁੱਖੀ ਫਰਜ਼ ਹੈ। ਜਿਹੜਾ ਉਹਨਾਂ ਦਾ ਫਿਰ ਕਨਸੈਪਟ ਹੈ ਅਹਿੰਸਾ ਦਾ, ਉਹ ਕਹਿੰਦੇ ਅਹਿੰਸਾ ਪਰਮੋ ਧਰਮਾ। ਹੁਣ ਕੀ ਹੈ, ਗੁਰਮਤਿ ਦਾ ਸਿਧਾਂਤ ਹੈ, ਲੋੜ ਪੈਣ ਦੇ ਉੱਤੇ ਕਿ ਸਾਡੇ ਕੋਲ ਇਤਿਹਾਸਿਕ ਉਹ ਪੱਖ ਨਹੀਂ ਨੇ ਜਿੱਥੇ ਗੁਰੂ ਸਾਹਿਬ ਨੇ ਜੰਗਾਂ ਜੁੱਦਾਂ ਹੋਈਆਂ, ਕਈ ਬੰਦੇ ਮਰੇ ਹੋਣੇ ਨੇ। ਅਸੀਂ ਜੇ ਕਈ ਉਹ ਕਹਿਣਗੇ ਨਹੀਂ, ਮਨੁੱਖ ਦੀ ਕਸਵੱਟੀ ਕੌਣ ਲਗਾਏਗਾ? ਟੱਚ ਸਟੋਨ ਜਿਹੜਾ ਹੈ ਨਾ, ਜਿਹਨੂੰ ਅਸੀਂ ਚੰਗਾ ਕਹਿ ਰਹੇ ਹਾਂ, ਉਹਨੂੰ ਟੱਚ ਸਟੋਨ ਕੌਣ ਲਗਾਏਗਾ? ਟੱਚ ਸਟੋਨ ਉਹ ਕਹਿੰਦਾ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਹੁਕਮਾਂ ਦੀ ਸੋਝੀ ਕਿੱਥੋਂ ਮਿਲੇਗੀ ਸਾਨੂੰ? ਜਪਜੀ ਸਾਹਿਬ ਦਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਵਾਲ ਹੈ, ਫਿਰ ਕਿਵ ਸਚਿਆਰਾ ਹੋਈ ਹੈ। ਜਿਹੜੇ ਪਹਿਲੇ ਤਰੇ ਉਹਨਾਂ ਨੇ ਕਿਹਾ ਤੀਰਥਾਂ ਤੇ ਨਾਨਾ, ਮੌਨ ਰਹਿਣਾ, ਬਹੁਤ ਪੈਸਾ ਇਕੱਠਾ ਕਰਨਾ, ਬਈ ਉਹ ਕਹਿੰਦਾ ਉਹਦੇ ਨਾਲ ਮਨ ਸ਼ਾਂਤ ਨਹੀਂ ਆਏਗਾ ਮੈਡੀਟੇਸ਼ਨ ਦੇ ਨਾਲ। ਫਿਰ ਕਹਿੰਦਾ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਕਹਿੰਦਾ ਹੁਕਮ ਰਜ਼ਾਈ ਚੱਲਣਾ। ਹੁਕਮਾਂ ਰੱਬ ਦੇ ਹੁਕਮਾਂ ਦੀ ਸੋਝੀ ਕੌਣ ਦੇਗਾ? ਹੁਣ ਜਿਹੜੇ ਬੰਦੇ ਜਿਹੜੇ ਕਹਿਣ ਵੀ ਮੈਂ ਬੋਲਦਾ ਨਹੀਂ ਮੋਨੀ, ਗੁਰੂ ਕਹਿੰਦੇ ਵੀ ਬੋਲੇ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਬ ਭਵਾਈਏ ਜੂਨੀ। ਜਿਹੜਾ ਸਾਰਾ ਸ਼ਬਦ ਹੈ ਪੱਗੋ ਪੈਤਾਨਾ ਆਪਣਾ ਕੀ ਕਮਾਨਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਦੇ ਪਦ ਗਵਾਈ, ਵਿਣ ਨਾਵੇ ਕਿਛ ਥਾਏ ਨਾ ਪਾਈ। ਵਰਤ ਨੇਮ ਸੰਜਮ ਮੇ ਰਹਿਤਾ ਤਾਂ ਬੰਦੇ ਕਹਿੰਦੇ ਸੰਜਮ ਵਿੱਚ ਰਹਿਣਾ ਹੀ ਮਾਨੋ ਟੱਚ ਸਟੋਨ ਹੈ, ਮਨੁੱਖੀ ਜਨਮ ਦਾ ਫਰਜ਼ ਹੈ। ਗੁਰੂ ਕਹਿ ਰਿਹਾ ਵੀ ਉਹ ਵਰਤ ਨੇਮ ਸੰਜਮ ਮੇ ਰਹਿਤਾ ਤਾਂ ਕਾ ਆੜ ਨਾ ਪਾਇਆ, ਕੁਆਂ ਚਲਨ ਔਰ ਹੈ ਭਾਈ ਇਹ ਬਿਦ ਕਾਮ ਨਾ ਆਇਆ। ਗੁਰਮੁਖ ਹੈ ਹੀ ਉਹ ਬੰਦਾ ਜਿਹੜਾ ਅਸੀਂ ਜਿਹੜਾ ਉਹ ਬੜਾ ਆਸਾ ਦੀ ਵਾਰ ਵਿੱਚ ਪੜ੍ਹਨੇ, ਕਹਿੰਦਾ ਇਹ ਜਗ ਸੱਚੇ ਕੀ ਹੈ ਕੋਰੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਵੀ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਗੁਰਮੁਖ ਹੈ ਹੀ ਉਹ ਬੰਦਾ ਜਿਹਨੂੰ ਰੱਬੀ ਹੁਕਮਾਂ ਦੀ ਸੋਝੀ ਪੈ ਜਾਏ। ਕਰਨਾ ਕੀ ਹੈ? ਕਿਉਂਕਿ ਧਰਮ ਦੇ ਨਾਮ ਦੇ ਉੱਤੇ ਬਹੁਤ ਦੁਨੀਆ ਨੇ ਵੀ ਉਹ ਬਹੁਤ ਸਾਰੇ ਕੰਮ ਜਿਹੜੇ ਨਾ ਵੀ ਉਹ ਕਰੀ ਜਾਂਦੀ ਪਈ, ਜਿਨ੍ਹਾਂ ਅਸੀਂ ਕਈ ਵਾਰ ਡਿਸਕਸ ਕਰਨੇ ਆ ਵੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ। ਕਈਆਂ ਨੇ ਆਪਣੀ ਜਾਨ ਦੇਣੀ ਤੇ ਕੋੜਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਹੇ ਹੋ। ਲੇਕਿਨ ਗੁਰੂ ਜਿਹੜਾ ਜੋ ਕਹਿੰਦੇ ਵੀ ਧਰਮ ਕੀ ਹੈ ਜਾਂ ਗੁਰਮੁਖ ਕੌਣ ਹੈ? ਜੇ ਤੂੰ ਰੱਬ ਨੂੰ ਨਹੀਂ ਪਾਇਆ ਨਾ, ਤੇਰਾ ਸਾਰਾ ਕੀਤਾ ਨੇਫਲ ਹੈ। ਤੂੰ ਸਾਰਾ ਵੀ ਕਹਿੰਦੇ ਕੰਨ ਨਾਹੀ ਸੋ ਗਾਹਨ ਲਾਗੇ, ਧਾਏ ਧਾਏ ਦੁੱਖ ਪਾਈ। ਕਾਇ ਜਪੋਰੇ ਕਾਇ ਤਪੋਰੇ ਕਾਇ ਬਿਲੋ ਪਾਣੀ, ਲੱਖ 84 ਜਿਨੂੰ ਪਾਈ ਸੋ ਸਿਮਰੋ ਨਿਰਬਾਨੀ। ਕਾਇ ਕਮੰਡਲ ਕਾਪੜੀ ਯਾਰੇ 68 ਕਾਇ ਫਿਰਾਈ, ਬਦਤ ਲੋਚਨ ਸੁਣ ਰੇ ਪ੍ਰਾਣੀ। ਕਾਣ ਬਿਨ ਗਾਹ ਕੇ ਪਾਈ, ਜਿਸ ਕਰਮ ਵਿੱਚੋਂ ਕਣੀ ਨਹੀਂ ਸੀ ਨਿਕਲਣੀ, ਜਿਸ ਕ੍ਰੌਪ ਦੀ ਥ੍ਰੈਸ਼ਿੰਗ ਦੇ ਨਾਲ ਉਸ ਚੋਂ ਕਣਕ ਚਾਵਲ ਕਿਸੇ ਦਾ ਦਾਣਾ ਨਹੀਂ ਸੀ ਨਿਕਲਣਾ, ਉਹਦੇ ਵਾਸਤੇ ਗਾਹ ਥ੍ਰੈਸ਼ਿੰਗ ਵਿਨੋਇੰਗ ਕਿਉਂ ਕਰਨਾ ਪਿਆ? ਧਰਮ ਦੀ ਦੁਨੀਆ ਦਾ ਇੱਕੋ ਕੇਂਦਰ ਹੈ ਰੱਬ। ਉਹ ਤੀਰਥ ਨਾਵਾਂ ਜੇ ਤਿਸ ਭਾਵਾ, ਮੈਂ ਤੀਰਥਾਂ ਦੇ ਜ਼ਰੂਰ ਨਾ ਆਉਂਦਾ। ਜੇ ਮੇਰੇ ਰੱਬ ਨੂੰ ਪਾਉਂਦਾ ਹੁੰਦਾ ਤੇ ਮੈਂ ਕਿਉਂ ਨਾ ਨਾਵਾਂ? ਔਰ ਜੇ ਰੱਬ ਨੂੰ ਨਹੀਂ ਪਾਉਂਦਾ ਫਿਰ ਮੈਂ ਨਹਾ ਕੇ ਕੀ ਕਰਾਂ? ਧਰਮ ਦੀ ਦੁਨੀਆ ਦਾ ਮੂਲ ਜਿਹੜਾ ਹੈ ਨਾ ਉਹ ਰੱਬੀ ਹੁਕਮਾਂ ਦੀ ਸੋਝੀ ਜਿਹੜੀ ਹੈ ਨਾ,
ਉਹ ਮਿਲੇਗੀ ਗੁਰੂ ਦੇ ਰਾਹੀਂ। ਅੱਛਾ, ਗੁਰੂ ਦਾ ਮਿਲਾਪ ਵੀ ਕਹਿੰਦੇ ਵੀ ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਇਹ ਚਾਲ ਗੁਰਮਤ ਦੀ ਹੈ। ਅਸੀਂ ਕਈ ਵਾਰ ਇਹਨੂੰ ਕਈ ਵਾਰ ਅਸੀਂ ਆਪਣੀ ਸੋਚ ਦੇ ਹਿਸਾਬ ਨਾਲ ਜਦੋਂ ਗੱਲਾਂ ਕਰਦੇ ਹਾਂ ਨਾ, ਵੀ ਸਟੈਪ ਅਹੈਡ ਆਫ ਗੁਰਬਾਣੀ ਆਲਸੋ। ਗੁਰਬਾਣੀ ਉਹ ਅਸੀਂ ਅੱਛੇ ਕੰਮ ਕਰਨੇ ਨੇ, ਲੇਕਿਨ ਅਸੀਂ ਅੱਛੇ ਕੰਮ ਕਰਦਿਆਂ ਹੋਇਆਂ ਆਸ ਆਪਣੇ ਕੀਤੇ ਹੋਏ ਕੰਮਾਂ ਉੱਤੇ ਨਹੀਂ ਲੈ ਕੇ ਆਉਂਦੇ। ਮੇਰੀ ਕੱਲ ਵੀ ਇਕਬਾਲ ਨਾਲ ਸਾਡੀ ਥੋੜੀ ਦੇਰ ਗੱਲ ਚੱਲਦੀ ਪਈ ਸੀ, ਉਹ ਕਿ ਅੱਛੇ ਕਰਮ ਜ਼ਰੂਰ ਕਰਨੇ ਨੇ, ਲੇਕਿਨ ਸਾਡੀ ਟੇਕ ਜਿਹੜੀ ਨਾ ਉਹ ਮਾਲਕ ਦੀ ਬਖਸ਼ਿਸ਼ ਤੇ ਆਪ। ਕਰਮ ਕਰਤ ਹੋਵੇ ਨਹਿ ਕਰਮ, ਕਰਮਾਂ ਉੱਤੇ ਆਸ ਨਹੀਂ। ਚੰਗੇ ਕੰਮ ਜ਼ਰੂਰ ਕਰਨੇ ਨੇ, ਲੇਕਿਨ ਜਦੋਂ ਉਹ ਮਨ ਕਿਤੇ ਟਿਕਾ, ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸ਼ਰੀਰ, ਉਹ ਜਿਹੜੇ ਕਹਿੰਦੇ ਹਮ ਕੀਆ ਹਮ ਕरेंगे, ਗੁਰੂ ਕਹਿੰਦਾ ਹਮ ਮੂਰਖ ਗਵਾਰ। ਜਿਨ੍ਹਾਂ ਦਾ ਟੇਕ ਤੂੰ ਅੱਛੇ ਕੰਮ ਜ਼ਰੂਰ ਕਰ ਗੁਰੂ ਕੋਲੋਂ ਪੁੱਛ ਕੇ, ਲੇਕਿਨ ਫਿਰ ਵੀ ਉਹ ਸਾਰੀ ਟੇਕ ਜਿਹੜੀ ਤੇਰੀ ਨਾ ਉਹ ਪਰਮਾਤਮਾ ਦੀ ਬਖਸ਼ਿਸ਼ ਉੱਤੇ ਆਵੇ। ਜਿਹੜਾ ਅਸੀਂ ਇੱਕ ਜਿਹੜਾ ਇੱਕ ਆਮ ਤੌਰ ਤੇ ਕਹਿੰਦਾ ਦੂਜੀ ਫਿਲਾਸਫੀ ਦੀ ਨਾਲ ਚੱਲੀ ਜਾਂਦੀ ਵੀ ਕਰਮਾਂ ਦੀ ਫਿਲਾਸਫੀ, ਗੁਰਮਤ ਇਸ ਤੋਂ ਸ਼ਾਇਦ ਮੁਨਕਰ ਨਹੀਂ ਹੈ ਵੀ ਜੇ ਬੀਜੇ ਸੋਲ ਨੇ ਕਰਮਾ ਸੰਦਰਾ ਖੇਤ। ਲੇਕਿਨ ਗੁਰਮਤ ਇੱਕ ਪੱਖ ਅੱਗੇ ਜਾ ਕੇ ਵੀ ਕਹਿੰਦੀ ਹੈ, ਕਹਿੰਦੇ ਵੀ ਉਹ ਕਹਿੰਦੇ ਤੋ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ। ਜਨਮ ਜਨਮ ਕੇ ਪਾਪ ਕਰਨ ਤੇ ਕਹਿੰਦੇ ਇੱਕ ਰੱਬ ਜਿਹੜਾ ਚਾਹੇਗਾ, ਕਹਿੰਦੇ ਮੇਰੇ ਵੋਟ ਹੈ ਥੋੜੇ ਇੱਥੇ ਹੋ ਸਕਦੇ ਨੇ ਵੀ ਉਹ ਕੋਟ ਜਨਮ ਕੇ ਪਾਪਾ ਤੇਰੇ ਇੱਕ ਘੜੀ में ਧੋਵੇ। ਉਹ ਜਿਹੜਾ ਕਹਿੰਦੇ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਜੇ ਉਸ ਮਾਲਕ ਦੀ ਬਖਸ਼ਿਸ਼ ਹੋ ਜਾਵੇ ਨਾ, ਅਸੀਂ ਮਾਲਕ ਦੀ ਬਖਸ਼ਿਸ਼ ਨੂੰ ਸ਼ਾਇਦ ਡਿਸਕਸ ਨਹੀਂ ਕਰਦੇ ਪਏ। ਜਿਹੜਾ ਸ਼ਾਇਦ ਸਾਨੂੰ ਗੁਰੂ ਗੁਰੂ ਔਰ ਇਹ ਚੀਜ਼ ਇੱਕ ਵਾਰ ਨਹੀਂ ਆ ਰਹੀ ਗੁਰਬਾਣੀ, ਇੱਕ ਦੋ ਨਹੀਂ, ਤਕਰੀਬਨ ਹਰ ਥਾਂ ਦੇ ਉੱਤੇ ਘੁੰਮ ਫਿਰ ਕੇ। ਸੋ ਸਾਨੂੰ ਜੇ ਅਸੀਂ ਗੁਰਮਤ ਦਾ ਪਰਸਪੈਕਟਿਵ ਲੈਣਾ ਚਾਹੁੰਦੇ ਹਾਂ, ਸਾਨੂੰ ਇਸ ਗੱਲ ਨੂੰ ਗੁਰੂ ਬਾਰ-ਬਾਰ ਇੱਕ ਚੀਜ਼ ਸਾਨੂੰ ਦ੍ਰਿੜ ਕਰਨ, ਉਸ ਮਾਲਕ ਦੀ ਬਖਸ਼ਿਸ਼, ਉਹਦੀ ਨਜ਼ਰ, ਉਹਦਾ ਕਰਮ, ਉਹ ਸਾਡਾ ਨਾ ਗੁਰੂ ਸਾਨੂੰ ਹਮੇਸ਼ਾ ਬਾਰ-ਬਾਰ ਉਹਦੇ ਉੱਤੇ ਸਾਡਾ ਧਿਆਨ ਲੈ ਕੇ ਆਉਣਾ ਚਾਹੁੰਦੇ ਨੇ ਵੀ ਉਹ ਗੁਰਮੁਖ। ਅੱਛਾ, ਗੁਰਮੁਖ ਕੌਣ ਹੈ? ਕਿਸੇ ਇੱਕ ਭੇਖ ਦਾ ਨਾਮ ਨਹੀਂ ਹੈ। ਇਸ ਕਿਸਮ ਦੀ ਉਹਨਾਂ ਨੇ ਗੋਲ ਪਗੜੀ ਪਾਈ ਹੋਈ ਹੈ, ਗੁਰਮੁਖ ਕਹਿ ਲੋ ਜਾਂ ਜੋ ਸੰਤ ਕਹਿ ਲੋ। ਇਹ ਜੋ ਜੇ ਤੂੰ ਰੱਬ ਨੂੰ ਪਾਉਣਾ ਪੈਣਾ, ਇੱਥੇ ਗੁਰੂ ਸਟੇਟਮੈਂਟ ਕਹਿੰਦੇ ਗੁਰਮੁਖ ਸੋਏ, ਉਹੀ ਗੁਰਮੁਖ ਕਹਿੰਦਾ ਰੱਬ ਨੂੰ ਪਾ ਗਿਆ। ਰੱਬ ਨੂੰ ਪਾਏਗਾ ਕਿਵੇਂ? ਕਹਿੰਦੇ ਆਪ ਸੱਚ ਭਾਵੈ ਤਿਸ ਸੱਚ। ਰੱਬ ਆਪ ਸੱਚਾ ਹੈ, ਉਹਨੂੰ ਪਾਉਂਦਾ ਹੀ ਸੱਚਾ ਸੁੱਚਾ ਜੀਵਨ ਹੈ। ਲੇਕਿਨ ਤੂੰ ਸੱਚਾ ਸੁੱਚਾ ਜੀਵਨ, ਉਹ ਕਹਿੰਦਾ ਸਰਬ ਧਰਮ ਮੈਂ श्रेष्ठ धर्म हर को नाम जप निर्मल कर्म। केवल निर्मल कर्म नहीं, निर्मल कर्म करदियां आप क्रेडिट ना लैनी, सारी क्रेडिट रब ਨੂੰ ਪਾਸ ਕਰਨੀ। ਐਲਾਨੀਆਂ ਤੌਰ ਦੇ ਉੱਤੇ ਆਪਣੇ ਮਨ ਨੂੰ ਵੀ ਸਮਝਾਣਾ ਕਿ ਮੈਂ ਨਹੀਂ ਕੀਤਾ, ਵੀ ਹਮ ਤੇ ਕਛੂ ਨਾ ਹੋਏ ਮੇਰੇ स्वामी। अपने मन ਨੂੰ ਸਮਝਾ ਦੇਣਾ ਕਿ ਤੇਰੀ ਪਾਇਆ ਕੁਝ ਨਹੀਂ, ਤੂੰ ਉਹ ਰੱਬ ਨਹੀਂ ਚਾਹੇਗਾ ਤੇ ਤੂੰ ਕੁਝ ਨਹੀਂ ਕਰ ਸਕਦਾ, ਤੇਰੀ ਕੋਈ ਔਕਾਤ ਨਹੀਂ, ਕੋਈ ਹਸਤੀ ਨਹੀਂ। ਇਹ ਮਾਲਕ ਦੀ ਬਖਸ਼ਿਸ਼ ਹੈ। ਜੇ ਤੇਰੇ ਕੋਲ ਉਹ ਚੰਗੇ ਕੰਮ ਕਰਵਾਉਂਦਾ ਪਿਆ ਨਾ, ਇਹ ਉਸ ਮਾਲਕ ਦੀ ਬਖਸ਼ਿਸ਼ ਹੈ। ਵੀ ਉਹ ਕਹਿੰਦੇ ਵੀ ਗੁਰਮੁਖ ਹੈ ਹੀ ਉਹ ਜੋ ਰੱਬ ਨੂੰ ਭਾ ਜਾਵੇ। ਤਿਸ ਕੌਣ ਮਿਟਾਵੇ ਜੇ ਪ੍ਰਭ ਪਹਿਰਾਇਆ, ਜਿਸ ਨੂੰ ਮਾਨ ਇੱਜ਼ਤ, ਉਹ ਕਹਿੰਦਾ ਕਹੋ ਕਬੀਰ ਪਤ ਹਰ ਪ੍ਰਵਾਨ। ਔਰ ਜਿਸ ਨੂੰ ਰੱਬ ਕਹਿ ਲੋ ਇੱਜ਼ਤ ਸਿਰਪਾਓ ਦੇਣ ਦਾ ਮਤਲਬ ਹੁੰਦਾ ਹੈ ਕਿ ਇੱਜ਼ਤ ਮਾਨ ਸਤਿਕਾਰ ਦੇਣਾ। ਸੰਗਤੀ ਤੌਰ ਤੇ ਅਸੀਂ ਕਿਸੇ ਨੂੰ ਸਿਰਪਾਓ ਦਿੰਦੇ ਹਾਂ, ਜਿਨ੍ਹਾਂ ਨੂੰ ਇੱਜ਼ਤ ਮਾਨ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਸਿਰਪਾਓ ਦਿੰਦੇ ਹਾਂ। ਗੁਰੂ ਬੜਾ ਸਪਸ਼ਟ ਕਹਿੰਦੇ ਭਗਤ ਜਨਾਂ ਕਾ ਲੂਗਰਾ ਓੜ ਨਗਰ ਨਾ ਹੋ ਗਈ। ਜੇ ਅੱਛਾ ਬੰਦਾ ਹੈ ਨਾ, ਉਹਦੇ ਕੋਲੋਂ ਜਿਹਨੂੰ ਭਾਵੇਂ ਫਟਿਆ ਫੁੱਟਿਆ ਕੱਪੜਾ ਵੀ ਮਿਲ ਜਾਏ ਨਾ, ਕਹਿੰਦੇ ਤੇਰੀ ਪਤ ਇੱਜ਼ਤ ਢੱਕੀ ਰਹੇਗੀ। ਨਾਲ ਕਹਿੰਦੇ ਨੇ ਸਾਕਤ ਸਿਰ ਪਾਓ ਰੇਸ਼ਮੀ ਨੇ ਪਹਿਰਤ ਪਤ ਖੋਈ। ਮਤਾ ਤੂੰ ਸਮਝੇ ਤੈਨੂੰ ਕਿਸੇ ਗੁਰਦੁਆਰੇ ਵਿੱਚ ਸਾਡੇ ਸਿਸਟਮ ਵਿੱਚ ਚੱਲ ਕੀ ਰਿਹਾ, ਸਾਰੇ ਪੋਲੀਟੀਸ਼ੀਅਨਸ ਨੂੰ ਬੁਲਾਣੇ ਆ ਉੱਥੇ, ਉਹਨਾਂ ਨੂੰ ਫਿਰ ਉਹ ਸਿਰਪਾਓ ਦੇਣੇ। ਉਹ ਕੌਣ ਦੇ ਰਿਹਾ? ਅੱਛਾ, ਬਕਾਇਦਾ ਬੋਲ ਤਾਂ ਇੱਥੇ ਉਹ ਅੱਛਾ ਫਲਾਣੇ ਉਹ ਬੋਰਡ ਦੇ ਚੇਅਰਮੈਨ ਨੇ, ਬੰਦਾ ਉਹਨੇ ਆਫਿਸ ਵਿੱਚ ਜਾ ਰਿਹਾ, ਉਹ ਕਹਿੰਦਾ ਆਪਣੇ ਬੰਦੇ ਨੇ ਕਹਿੰਦਾ ਉਹ ਅਲਮਾਰੀ ਚੋਂ ਸਰੋਪੇ ਕੱਢ ਕੇ ਲੈ ਕੇ ਆ, ਉਹ ਨਾਲ ਸਰੋਪੇ ਦਿੰਦਾ ਪਿਆ। ਆਪ ਤੇਰੀ ਦਾੜੀ ਰੰਗੀ ਹੋਈ, ਤੂੰ ਆਪ ਤੇਰੇ ਜੀਵਨ ਦੇਖ, ਤੂੰ ਮੂਰਤੀਆਂ ਨੂੰ ਪੂਜਣ ਵਾਲਾ, ਉਹ ਤੂੰ ਆਪ ਸਿਰਪਾਓ ਦੇਣਾ ਪਿਆ। ਉਹ ਕਹਿੰਦਾ ਕੁੱਲਾ ਦਿੰਦੇ ਬਾਵਲੇ ਲੈਂਦੇ ਵੱਡੇ ਨਿਲਜ। ਜੋ ਦਿੰਦੇ ਪਏ ਨੇ ਉਹ ਤੇ ਬਾਵਲੇ ਹੈ ਹੀ ਨੇ, ਜੋ ਲੈਣ ਵਾਲੇ ਵੀ ਬੇਸ਼ਰਮ। ਕੁੱਲਾ ਦਿੰਦੇ ਬਾਵਲੇ ਲੈਂਦੇ ਵੱਡੇ ਨਿਲਜ, ਚੂਆ ਖੁੱਡ ਨਾ ਮਾਵਈ ਤਿੱਕਲ ਬੰਨੇ ਛੱਜ। ਉਹ ਆਪ ਤੇ ਤੂੰ ਨਿਕਲ ਨਹੀਂ ਸਕੇਗਾ, ਜਿਸ ਖੁੱਡ ਤੋਂ ਤੂੰ ਨਿਕਲਣਾ ਸੀ ਉਸ ਤੋਂ ਨਿਕਲ ਨਹੀਂ ਪਾਏਗਾ।
तू नाल छज बंद लीती, पिछे सूप बंद लिता, पिछे बह जाओ, सारे बह जाओ, मैं तुहानू पार लंघा देवां, तू आप निकल सकना। वो कहंदे साकत सिर पाओ रेशमी, जे किसी ऐसे बंदे को सिरोपा मिलता हो ना, मना कर देना चाहिए, मैनूं नहीं चाहिए सिरोपा। क्यों? गुरु कहंदे पे कहंदे पैरत पत खोई, ਇਹਦੇ ਨਾਲ ਉਲਟਾ ਤੇਰੀ ਇੱਜ਼ਤ ਮਾਨ ਘਟ ਜਾਏ, ਹੋ ਸਕਦਾ ਸੰਸਾਰੀ ਤੌਰ ਤੇ ਹੋਵੇ, ਲੇਕਿਨ ਉਂਝ ਤੇਰਾ ਇੱਜ਼ਤ ਮਾਨ ਜਿਹੜਾ ਵੀ ਉਹ ਕਹਿੰਦੇ ਹਾਂ, ਜਿਹਨੂੰ ਰੱਬ ਜਿਹਨੂੰ ਇੱਜ਼ਤ ਮਾਨ ਦਿੰਦਾ ਹੈ ਨਾ, ਰੱਬ ਜਿਸ ਨੂੰ ਪ੍ਰਗਟ ਕਰ ਦਿੰਦਾ ਹੈ, ਕਹਿੰਦਾ ਤਿਸ ਕੌਣ ਮਿਟਾਵੇ, ਕਹਿੰਦੇ ਆਪਣੇ ਠਾਕੁਰ ਜੋ ਪਹਿਰਾਇਆ, ਕਹਿੰਦੇ ਬਹੁਰ ਨਾ ਲੇਖਾ ਪੁੱਛ ਬੁਲਾਇਆ, ਉਹਦਾ ਕੋਈ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਰੱਬ ਜਿਸ ਤੇ ਬਖਸ਼ਿਸ਼ ਕਰੇ, ਰੱਬ ਜਿਸ ਤੇ, ਰੱਬ ਨੂੰ ਅਸੀਂ ਕਈ ਵਾਰ ਜਦੋਂ ਅਸੀਂ ਕਹਿੰਦੇ ਕੇਵਲ ਉਹ ਕਰਮਾਂ ਦੇ ਆਧਾਰ ਦੇ ਉੱਤੇ ਇਹ ਕਰਦਾ ਹੈ, ਉਹ ਰੱਬ ਜਿਹੜਾ ਨਾ ਉਹਨੂੰ ਅਸੀਂ ਬਿਲਕੁਲ ਉਹ ਕੇਵਲ ਹੁਕਮ, ਉਹ ਰੱਬ ਜਿਹੜਾ ਨਾ ਉਹ ਸਦ ਸੁਣਦਾ, ਸਦ ਵੇਖਦਾ, ਉਹ ਸਤਿਗੁਰੂ ਨੇ ਵੀ ਉਹ ਜਾਗਤਾ ਹੈ ਦਿਓ, ਉਹ ਬਿਲਕੁਲ ਸੁਣਨ ਵਾਲਾ, ਨਾਲ ਬੈਠਿਆ ਹੋਇਆ, ਉਹਦੀ ਮਰਜ਼ੀ ਹੋਵੇ ਨਾ, ਉਹ ਸਭ ਕੁਝ ਕਰ ਸਕਦਾ ਹੈ। ਵੀ ਉਹ ਤਿਸ ਕੌਣ ਮਿਟਾਵੇ ਜੇ ਪ੍ਰਭ ਪਹਿਰਾਏ, ਕਹਿੰਦਾ ਜਾਂ ਕਰਤਾ ਵੱਲ, ਕਹਿੰਦਾ ਤਾਂ ਸਭ ਤੋਂ ਵੱਲ। ਜੇ ਉਹ ਮਾਲਕ ਤੇਰੇ ਪੱਖ ਵਿੱਚ ਖਲੋ ਗਿਆ ਨਾ, ਕਹਿੰਦਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ। ਇਹ ਭਰੋਸਾ ਸਾਨੂੰ ਗੁਰੂ ਦੇਣਾ ਚਾਹੁੰਦੇ, ਇਹ ਰੱਬ ਦਾ ਨਾਮ ਸਾਨੂੰ, ਇਹ ਬ੍ਰਾਂਡਿੰਗ ਰੱਬ ਦੀ, ਗੁਰੂ ਸਾਨੂੰ ਸਾਡੇ ਦਿਲ ਦਿਮਾਗ ਉੱਤੇ ਇਹ ਛਾਪ ਛੱਡਣਾ ਚਾਹੁੰਦੇ ਨੇ ਕਿ ਐਸਾ ਬੰਦੇ ਦੇ ਬਾਰੇ ਗੁਰੂ ਕਹਿੰਦੇ ਨੇ ਵੀ ਸਦਾ ਆਨੰਦ ਕਰੇ ਆਨੰਦੀ। ਉਹਦਾ ਜੀਵ ਕਿਹੜਾ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਥਾਉ, ਨੈ ਤਸਵੀਰ ਗਿਰਾਜ ਨਾ ਮਾਲ, ਖੌਫ ਨਾ ਕਤਾ ਨਾ ਤਰਸ ਜਵਾਲ, ਅਬ ਮੋਇ ਖੂਬ ਵਤਨ ਗਹਿ ਪਾਈ, ਕੂਆਂ ਖੈਰ ਸਦਾ ਮੇਰੇ ਪਾਈ। ਉਹ ਉਸ ਸਟੇਟ ਆਫ ਮਾਈਂਡ ਵਿੱਚ ਬੰਦਾ ਆ ਕੇ ਟਿਕ ਜਾਂਦਾ ਵੀ ਸਦਾ ਆਨੰਦ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਉਸ ਬੰਦੇ ਦਾ ਕਹਿੰਦੇ ਸਦਾ ਆਨੰਦ ਕਰੇ ਆਨੰਦੀ, ਜਿਸ ਸਰ ਪਾਉ ਪਿਆ ਗਲ ਖਾਸਾ ਹੈ, ਜਿਹਨੂੰ ਉਹ ਮਾਲਕ ਜਿਹੜਾ ਹੈ ਨਾ, ਕਹਿੰਦੇ ਜੋ ਪ੍ਰਭ ਕੀਤੇ ਆਪਨੇ ਸੇ ਕਹੀਏ ਧਨ, ਜਿਨ੍ਹਾਂ ਨੂੰ ਉਹ ਖਾਸ ਸਿਰ ਪਾਉ, ਇਹ ਕੋਈ ਫਿਜ਼ੀਕਲ ਸਿਰ ਪਾਉ ਨਹੀਂ ਹੈ ਦੇਣ ਵਾਲਾ, ਲੇਕਿਨ ਜਿਸ ਨੂੰ ਮਾਲਕ ਆਪਣਾ ਗੁਰਮਤ ਦੀ ਚਾਲ, ਸੋ ਫਾਰ ਐਜ਼ ਆਈ ਮੈਨੂੰ ਜਿਤਨਾ ਪੜ੍ਹਨਾ ਸੁਣਨਾ ਸਮਝ ਆਉਂਦੀ, ਮੈਨੂੰ ਆਉਂਦੀ ਪਈ ਹੈ, ਹੋ ਸਕਦਾ ਵੱਖ ਪਰਸਪੈਕਟਿਵ ਕਿਸੇ ਨੂੰ ਹੋਰ ਸਮਝ ਆਉਂਦੀ ਹੋਵੇ, ਵੀ ਕੈਨ ਆਲਵੇਜ਼ ਯੂ ਆਰ ਆਲਵੇਜ਼ देयर। ਅਸੀਂ ਕਈ ਵਾਰ ਕਹਿੰਦੇ ਅਸੀਂ ਹੈ ਹੀ ਸਿੱਖਣ ਨੂੰ ਇੱਥੇ ਸਾਰੇ ਇਕੱਠੇ ਹੋਏ ਹਾਂ, ਤੇ ਜਿਹੜੀ ਚਾਲ ਮੈਨੂੰ ਨਜ਼ਰ ਆ ਰਹੀ ਨਾ, ਹਰ ਚੀਜ਼ ਜਿਹੜੀ ਹੈ ਨਾ, ਕਿ ਉਹ ਉਸ ਮਾਲਕ ਦੀ ਵਡਿਆਈ, ਉਹ ਗੁਰੂ ਦੀ ਵਡਿਆਈ, ਉਹਦੀਆਂ ਸਿਫਤਾਂ। ਤੂੰ ਅੱਛੇ ਵੀ ਕੰਮ ਕਰਨਾ ਪੈਣਾ, ਕਰ ਅੱਛੇ ਕੰਮ ਹੀ ਕਰਨੇ ਚਾਹੀਦੇ ਨੇ, ਲੇਕਿਨ ਕਰ ਕਿਉਂ? ਕਿਉਂਕਿ ਤੂੰ ਉਸ ਰੱਬ ਦੀ ਬਖਸ਼ਿਸ਼ ਦਾ ਪਾਤਰ ਬਣ ਸਕੇ। ਰੱਬ ਜੇ ਰੱਬ ਚਾਹੇ ਤੇ ਜਿਨ੍ਹਾਂ ਨੇ ਅੱਛੇ ਕੰਮ ਨਹੀਂ ਕੀਤੇ ਉਹਨਾਂ ਨੂੰ ਵੀ ਤਾਰ ਸਕਦਾ। ਤੂੰ ਮਤਾ ਕਿਤੇ ਭੁਲੇਖੇ ਚ ਨਹੀਂ, ਕਹਿੰਦੇ ਐਸੇ ਦੁਰਮਤ ਨਿਸਤਰੇ, ਤੂੰ ਕਿਉਂ ਨਾ ਤਰੇ ਰਵਿਦਾਸ। ਉਹ ਰੱਬ ਚਾਹੇ, ਰੱਬ ਕਿਸੇ ਬੰਧਨ ਦਾ ਬੰਦਿਆ ਹੋਇਆ ਨਹੀਂ, ਜਿਸ ਰੱਬ ਦੀ ਸਾਂਝ ਸਾਨੂੰ ਗੁਰੂ ਦੇਣਾ ਚਾਹੁੰਦੇ ਨੇ। ਇੱਥੇ ਕਹਿੰਦੇ ਵੀ ਗੁਰਮੁਖ ਸੋਏ ਜੇ ਹਰ ਜੀਉ ਪਾਇਆ। ਤੂੰ ਜੇ ਰੱਬ ਨੂੰ ਨਹੀਂ ਪਾਇਆ ਨਾ, ਤੂੰ ਭਾਵੇਂ ਜਿਤਨੇ ਮਰਜੀ ਤੂੰ ਅੱਛੇ ਕਰਮ ਵੀ ਕਰੀ ਜਾ, ਤੂੰ ਜੇ ਰੱਬ ਨੂੰ ਨਾ ਪਾਇਆ ਤੇਰੇ ਕੀਤੇ ਹੋਏ ਕਰਮ ਨਾ ਸਭ। ਕਿਉਂਕਿ ਕਈ ਬੰਦੇ ਐਸੇ ਕਹਿ ਸਕਦੇ ਨੇ ਕਿ ਵੀ ਮੈਂ ਅਸੀਂ ਅੱਛਾ ਫਲਾਣੀ ਚੀਜ਼, ਅਸੀਂ ਨੰਗੇ ਪੈਰੀ ਜਾਂਦੇ ਹਾਂ ਜੀ। ਸਾਡੇ ਨੰਗੇ ਪੈਰੀ ਜਾਣ ਦੇ ਨਾਲ ਕਿਤਨੇ ਜੀਵ ਮਰਨ ਤੋਂ ਬਚ ਜਾਂਦੇ ਨੇ। ਇਹ ਮਨੁੱਖੀ ਜਨਮ ਦਾ ਫਰਜ਼ ਹੈ ਕਿ ਫਰਜ਼ ਨਹੀਂ ਕਿਸੇ ਨੂੰ ਨਾ ਮਾਰਿਆ ਜਾਏ। ਅਹਿੰਸਾ ਦੇ ਨਾਲ ਕਿਤਨੇ ਬੰਦੇ, ਕਿਤਨੇ ਵਿਧਵਾ ਹੋ ਜਾਂਦੇ ਨੇ, ਯਤੀਮ ਹੋ ਜਾਂਦੇ ਨੇ। ਜਦੋਂ ਗੁਰੂ ਨੂੰ ਪੁੱਛੋਗੇ ਨਾ, ਉਹ ਕਹਿੰਦੇ ਵੀ ਉਹ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਪ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਨੀ, ਗੁਰ ਕਿਰਪਾ ਤੇ ਸੇਜ ਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤਵਾਣੀ। ਗੁਰੂ ਕੋਲੋਂ ਤਤ ਸਾਰ ਲੈ ਲੈ, ਗੁਰੂ ਕੋਲੋਂ ਹਰ ਪਰਸਪੈਕਟਿਵ ਤੋਂ ਵਿਚਾਰ ਕਰਕੇ ਜੋ ਗੁਰੂ ਨੇ, ਕਿਉਂਕਿ ਗੁਰੂ ਰੱਬ ਨੂੰ ਜਾਣਦਾ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਤੂੰ ਗੁਰੂ ਕੋਲੋਂ ਜੀਵਨ ਦੀ ਜਾਂਚ ਜਿਹੜੀ ਨਾ ਉਹ ਸਿੱਖ ਲੈ। ਹਾਂਜੀ ਵੀ ਧੰਨਵਾਦ ਵੀਰ ਜੀ, ਬਹੁਤ ਹੀ ਸੋਹਣੇ ਤਰੀਕੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਆਪ ਜੀ ਜਿਹੜੀਆਂ ਵਿਦ ਟਾਈਮ ਕੁਝ ਰੀਤਾਂ ਆਰੰਭ ਹੁੰਦੀਆਂ ਹਨ ਤੇ ਵਿਦ ਟਾਈਮ ਉਹ ਰੀਤ ਜਿਹੜੀ ਹੈ ਕੁਰੀਤ ਬਣ ਜਾਂਦੀ ਹੈ। ਤੇ ਆਪ ਜੀ ਜਿਹੜੀ ਦੁਨਿਆਵੀ ਪੱਖ ਦੀ ਕੁਰੀਤੀਆਂ ਵੱਲ ਵੀ ਇਸ਼ਾਰਾ ਜਿਹੜਾ ਦਿੰਦੇ ਹੋ ਨਾ, ਬਿਲਕੁਲ ਉਹ ਵੀ ਜ਼ਰੂਰੀ ਹੈ। ਕਿਉਂਕਿ ਇਹ ਸਿਰਫ
मैं कहांगा किसी एक रिलीजन की गल नहीं है, ਇਹ ਹਰ ਪਾਸੇ ਸਾਨੂੰ ਨਜ਼ਰ ਵਿੱਚ ਆਉਂਦੇ ਹਨ। ਕੁਝ ਰੀਤਾਂ ਬੜੀ ਪੋਜ਼ਿਟਿਵ ਮੈਨਰ ਵਿੱਚ ਆਰੰਭ ਹੁੰਦੀਆਂ ਹਨ, ਲੇਕਿਨ ਵਿਦ ਟਾਈਮ ਕੁਰੀਤੀਆਂ ਬਣ ਜਾਂਦੀਆਂ ਹੈਗੀਆਂ। ਜਿਸ ਤਰ੍ਹਾਂ ਆਪ ਜੀ ਨੇ ਸਿਰਪੌ ਦਾ ਵੀ ਜ਼ਿਕਰ ਕੀਤਾ, ਉਹਦੀ ਜਦੋਂ ਆਰੰਭਤਾ ਹੋਈ ਬੜੇ ਸੋਹਣੇ ਉਸ ਦੇ ਨਾਲ ਆਰੰਭਤਾ ਹੋਈ। ਅੱਜ ਜਨੇ ਕਣੇ ਨੂੰ ਸਿਰਪਾਓ ਹਰ ਜਨੇ ਕਣੇ ਨੂੰ ਪਾ ਦਿੱਤਾ ਜਾਂਦਾ ਹੈ, ਤੇ ਪਾਣ ਵਾਲਾ ਤੇ ਲੈਣ ਵਾਲਾ ਦੋਨੋਂ ਦਾ ਆਪ ਜੀ ਨੇ ਇਸ਼ਾਰਾ ਕੀਤਾ। ਆਪ ਜੀ ਨੇ ਇੱਕ ਹੋਰ ਅਹਿੰਸਾ ਦੀ ਵੀ ਜਿਹੜੀ ਗੱਲ ਕੀਤੀ ਨਾ, ਅਹਿੰਸੋ ਪਰਮਾ ਧਰਮਾ। ਦੇਖੋ ਅਗਰ ਸੋਚੀਏ, ਅਹਿੰਸਾ ਇੱਕ ਬੜਾ ਅੱਛਾ ਕਰਮ ਹੈ ਅਹਿੰਸਾ, ਲੇਕਿਨ ਹਿੰਸਾ ਨਾ ਕਰਨਾ ਚੰਗੀ ਗੱਲ ਹੈ। ਹਿੰਸਾ ਨਾ ਕਰੀਏ, ਹਿੰਸਾ ਕਰਨੀ ਵੀ ਨਹੀਂ ਚਾਹੀਦੀ। ਗੁਰੂ ਅਸੀਂ ਕਹੀਏ ਨਾ, ਗੁਰੂ ਸਾਹਿਬ ਦਾ ਸਿਧਾਂਤ, ਇਹ ਵੀ ਗੁਰੂ ਸਾਹਿਬ ਦਾ ਵੀ ਸਿਧਾਂਤ ਹੈ, ਹਿੰਸਾ ਨਾ ਕਰੀਏ। ਲੇਕਿਨ ਹਿੰਸਾ ਸਹਿਣਾ ਉਹ ਅਹਿੰਸਾ ਨਹੀਂ ਹੈ। ਹਿੰਸਾ ਨਹੀਂ ਕਰਨੀ ਚਾਹੀਦੀ ਹੈ, ਗੱਲ ਠੀਕ ਹੈ, ਪਰ ਕੀ ਹਿੰਸਾ ਨੂੰ ਸਹਿਣਾ ਵੀ ਗੁਰਮਤ ਹੈ? ਨਹੀਂ, ਹਿੰਸਾ ਨੂੰ ਸਹਿਣਾ ਵੀ ਜਿਹੜੀ ਹੈ ਉਹ ਵੀ ਹਿੰਸਾ ਕਰਨ ਦੇ ਬਰਾਬਰ ਹੈ। ਤੇ ਗੁਰੂ ਦਾ ਸਿਧਾਂਤ ਜਿਹੜਾ ਹੈ ਨਾ, ਜਿਸ ਤਰ੍ਹਾਂ ਪੌੜੀਆਂ ਅਸੀਂ ਕਹਿੰਦੇ ਆ ਨਾ, ਜਪਜੀ ਸਾਹਿਬ ਵਿੱਚ 38 ਪੌੜੀਆਂ ਹਨ, ਤੇ ਇਹ ਪੌੜੀਆਂ ਸਾਨੂੰ ਚੜ੍ਹਨ ਦੀ ਲੋੜ ਹੈ। ਪੌੜੀਆਂ ਚੜ੍ਹਨ ਤੋਂ ਕੀ ਪਾਓਗੇ? ਅਸੀਂ ਜਿਹੜੀ ਗੁਰੂ ਦੀ ਇੱਕ ਪੌੜੀ ਨੂੰ ਪੜ੍ਹਿਆ, ਸਮਝਿਆ, ਬੁੱਝਿਆ, ਉਹਨੂੰ ਮੰਨ ਵੀ ਲਈਏ, ਉਹ ਪੌੜੀ ਚੜ੍ਹ ਗਏ। ਜਦੋਂ ਮੰਨਣ ਵਿੱਚ ਆ ਗਈ ਤੇ ਗੁਰੂ ਦੇ ਸ਼ਬਦ ਨੂੰ ਸਮਝੀਏ, ਬੁੱਝੀਏ ਤੇ ਮੰਨੀਏ। ਹਿੰਸਾ ਨਾ ਕਰਨਾ ਇਹ ਵੀ ਗੁਰੂ ਦਾ ਸਿਧਾਂਤ ਹੈ, ਪਰ ਹਿੰਸਾ ਨਾ ਸਹਿਣਾ ਵੀ ਗੁਰੂ ਦਾ ਸਿਧਾਂਤ ਹੈ। ਇਹ ਪੌੜੀ ਸ਼ਾਇਦ ਨਹੀਂ ਚੜ ਪਾਏ ਕਈ ਥਾਵਾਂ ਤੇ। ਅਸੀਂ ਕਹਿੰਦੇ ਆ ਨਾ, ਅਹਿੰਸਾ ਪਰਮੋ ਧਰਮਾ, ਕਿ ਜੀਵ ਨਹੀਂ ਮਾਰਨੇ। ਜੇ ਕਿਸੇ ਦਾ ਸਿਰ ਦਰਦ ਹੋਏ, ਢਿੱਡ ਵਿੱਚ ਦਰਦ ਹੋਏ, ਉਹ ਵੀ ਤੇ ਜਦੋਂ ਗੋਲੀ ਖਾਂਦੇ ਆ ਅਸੀਂ ਸੈਰੀਡੋਨ ਦੀ ਜਾਂ ਕੋਈ ਹੋਰ, ਤੇ ਅੰਦਰ ਸਾਡੇ ਕਈ ਜੀਵ ਮਰਦੇ ਨੇ, ਜਿਹੜੇ ਸਾਡੇ ਸਰੀਰ ਨੂੰ ਮਾਰ ਰਹੇ ਹੁੰਦੇ ਨੇ, ਉਹ ਵੀ ਤੇ ਜੀਵ ਹੱਤਿਆ। ਅਗਰ ਅਸੀਂ ਉੱਤੇ ਚਲੇ ਜਾਵਾਂਗੇ ਫਿਰ ਤੇ ਅਸੀਂ ਕੁਝ, ਮੇਰੇ ਖਿਆਲ ਨਾਲ ਫਿਰ ਤੇ ਮੈਡੀਸਿਨ ਖਾਣਾ ਵੀ ਇੱਕ ਹਿੰਸਾ ਹੀ ਹੋ ਗਈ। ਤੇ ਸਾਨੂੰ ਕਈ ਪੱਖ ਹਨ, ਹਰ ਪੱਖ ਦੇ ਮੁਤਾਬਿਕ ਸਾਨੂੰ ਸੋਚਣ ਦੀ ਲੋੜ ਹੈ। ਆਪ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ, ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਗੁਰਮੁਖ ਸੋਈ ਜੇ ਹਰ ਜਿਉ ਪਾਇਆ, ਤਿਸ ਕੌਣ ਮਿਟਾਵੇ ਜੇ ਪ੍ਰਭ ਹਰ ਆਇਆ। ਉਹ ਵਿਰਲਾ ਮਨ ਜਿਹੜਾ ਹੁਣ ਨਿਰਲੇਪ ਹੋ ਚੁੱਕਾ, ਪਿਛਲੇ ਪਦ ਵਿੱਚ ਪਤਾ ਲੱਗਿਆ, ਉਹ ਮਨ ਜਿਸ ਨੇ ਗੁਰੂ ਦੇ ਆਖਿਆ ਸਿੱਖਿਆ ਹੁਕਮ ਨੂੰ ਮੰਨ ਕੇ ਭਿੱਜ ਗਿਆ, ਉਸਨੇ ਉਹ ਕੰਮ ਕੀਤਾ ਜੋ ਉਸ ਇੱਕ ਨੂੰ ਪਾਉਂਦਾ ਸੀ। ਜਦੋਂ ਉਸਨੂੰ ਇੱਕ ਨੂੰ ਪਾਉਂਦਾ ਸੀ, ਉਸਨੇ ਉਹ ਕੰਮ ਕਰ ਲਿੱਤਾ ਤੇ he gets in tune with the oneness। ਫਿਰ ਜਦੋਂ ਉਹ ਟਿਊਨਡ ਹੋ ਗਿਆ, ਫਿਰ ਤਿਸ ਕੌਣ ਮਿਟਾਵੇ, ਫਿਰ ਉਸ ਦੇ ਉੱਪਰ ਇੱਕ ਐਸਾ ਕੱਪੜਾ ਪਾ ਦਿੱਤਾ ਗਿਆ ਹੈ ਗੁਣਾ ਦਾ। ਫਿਰ ਕੋਈ ਵੀ ਵਾਈਸਸ ਉਸਨੂੰ ਮਾਰ ਨਹੀਂ ਸਕਦਾ, ਉਸਨੂੰ ਦੁਖੀ ਨਹੀਂ ਕਰ ਸਕਦਾ, ਉਸਨੂੰ ਮਿਟਾ ਨਹੀਂ ਸਕਦਾ, ਕਿਉਂਕਿ ਉਹਦੇ ਉੱਪਰ ਹੁਣ ਐਸਾ ਕੱਪੜਾ ਪਾ ਦਿੱਤਾ ਗਿਆ ਹੈ ਗੁਣਾ ਦਾ। ਇਹ ਗੁਣਾ ਦਾ ਕੱਪੜਾ ਜਿਹੜਾ ਪਾਇਆ ਗਿਆ, ਕਹਿੰਦੇ ਨੇ ਸਿਰਪਾਉ ਹੈ, ਜੋ ਉਸ ਮਨ ਦੇ, ਉਹਦੀ ਇੰਦਰੀਆਂ, ਉਹਦੇ ਅੰਦਰ ਦੀ ਸ੍ਰਿਸ਼ਟੀ, ਉਹਦੀ ਅੰਗਾਂ ਦੇ ਉੱਪਰ ਪਾ ਦਿੱਤਾ ਵਾ। ਟੋਟਲੀ ਭਿੱਜਿਆ ਹੋਇਆ ਮਨ, ਉਹਦੀ ਸ੍ਰਿਸ਼ਟੀ ਭਿੱਜਿਆ ਹੋਇਆ, ਉਹ ਫਿਰ ਇੱਕ ਆਨੰਦ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ। ਇਹ ਇੱਕ ਅਵਸਥਾ ਹੈ ਆਨੰਦ ਦੀ, ਜਿਸਨੇ ਉਸਨੇ ਪ੍ਰਾਪਤ ਕੀਤੀ ਹੈ, ਕਿਉਂਕਿ ਉਸਦਾ ਮਨ, ਉਸਦੀ ਸ੍ਰਿਸ਼ਟੀ, ਉਸਦੀ ਇੰਦਰੀਆਂ ਪੂਰੀਆਂ ਤਾਂ ਇੱਕ ਗੁਣਾ ਦੇ ਕੱਪੜਿਆਂ ਨਾਲ ਢੱਕ ਦਿੱਤਾ ਗਿਆ ਹੈ। ਹਾਂਜੀ, ਧੰਨਵਾਦ ਭੂਆ ਜੀ, ਬੜੀ ਸੋਹਣੀ ਗੱਲ ਕੀਤੀ ਆਪ ਜੀ ਨੇ। ਗੁਣਾ ਦਾ ਕੱਪੜੇ ਨਾਲ ਢੱਕ ਦਿੱਤਾ, ਭਾਵ ਜੋ ਗੁਣਾ ਦਾ ਧਾਰਨੀ ਹੋ ਗਿਆ, ਫਿਰ ਉਹਦੇ ਉੱਤੇ ਅਵਗੁਣ ਪ੍ਰਭਾਵ ਨਹੀਂ ਪਾ ਸਕਦੇ। ਜਿਨ੍ਹਾਂ ਦਾ ਇੰਜ ਕਹਿ ਲਈਏ, ਮਨ ਪੂਰੇ ਤਰੀਕੇ ਦੇ ਨਾਲ ਗੁਣਾ ਦੇ ਪ੍ਰਭਾਵ ਨੂੰ ਜਿਨ੍ਹਾਂ ਦੇ ਮਨ ਨੇ ਲੈ ਲਿਆ, ਹੁਣ ਅਵਗੁਣਾ ਵੱਲ ਉਹ ਤੱਕਦਾ ਵੀ ਨਹੀਂ, ਅਵਗੁਣਾ ਵਾਲੇ ਪਾਸੇ ਉਹ ਨਹੀਂ ਜਾਂਦਾ। ਤੇ ਉਹੀਓ ਸਿਰਪਾਉ ਦਾ ਜ਼ਿਕਰ ਜਿਹੜਾ ਬੜੇ ਸੋਹਣੇ ਤਰੀਕੇ ਦੇ ਨਾਲ ਖੋਲ੍ਹਣਾ ਕੀਤਾ। ਧੰਨਵਾਦ ਆਪ ਜੀ ਦਾ ਵੀ। ਹਾਂ ਬਲਹਾਰੀ ਸਤਿਗੁਰ ਪੂਰੇ, ਸ਼ਰਨ ਕੇ ਦਾਤੇ ਬਚਨ ਕੇ ਸੂਰੇ, ਐਸਾ ਪ੍ਰਭ ਮਿਲਿਆ ਸੁਖ ਦਾਤਾ, ਵਿਛੜ ਨ ਕਤਹੀ ਜਾ ਸਾਹੇ। ਹਾਂ ਬਲਹਾਰੀ ਸਤਿਗੁਰ ਪੂਰੇ, ਕਹਿੰਦੇ ਮੈਂ ਬਲਹਾਰਨੇ ਜਾਂਦਾ। ਸਤਿਗੁਰ ਪੂਰੇ ਤੋਂ, ਪੂਰਾ ਸਤਿਗੁਰੂ ਹੈ। ਪੂਰੇ ਸਤਿਗੁਰੂ ਤੋਂ ਕੀ ਭਾਵ ਹੈ? ਜੋ ਅਧੂਰਾ ਨਹੀਂ ਹੈ। ਅਸੀਂ ਅਕਸਰ ਕਹਿ ਦਿੰਦੇ ਹਾਂ ਵੀਰ ਰਸ ਦੀ ਲੋੜ ਹੈ ਤੇ ਸਾਨੂੰ ਕਿਧਰੇ ਹੋਰ ਜਾਣਾ ਪੈਂਦਾ।
ਮਤਲਬ ਅਸੀਂ ਕਿਧਰੇ ਨਾ ਕਿਧਰੇ ਮੰਨਦੇ ਹਾਂ ਕਿ ਸ਼ਾਇਦ ਸਤਿਗੁਰੂ ਜੀ ਕੋਲ ਵੀਰ ਰਸ ਨਹੀਂ। ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਹਉ ਬਲਹਾਰੀ ਸਤਿਗੁਰ ਪੂਰੇ, ਕਹਿੰਦੇ ਨੇ ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਵਾਂ, ਬਲਹਾਰਨੇ ਜਾਂਦਾ ਵਾਂ। ਦੇਖੋ ਬਲਿਹਾਰੀ ਜਿਹੜਾ ਅੱਖਰ ਹੈ ਨਾ, ਅਸੀਂ ਬਲਿਹਾਰ ਉਸੇ ਤੋਂ ਹੋ ਸਕਦੇ ਹਾਂ ਜਿਸ ਦੇ ਨਾਲ ਅਸੀਂ ਪੂਰੀ ਤਰੀਕੇ ਦੇ ਨਾਲ ਪ੍ਰੇਮ ਕਰਦੇ ਹੋਈਏ, ਜਿਸ ਦੇ ਗੱਲ ਤੋਂ ਅਸੀਂ ਪੂਰੀ ਤਰ੍ਹਾਂ ਤੋਂ ਸਹਿਮਤ ਹੋਈਏ, ਪ੍ਰਭਾਵਿਤ ਹੋਈਏ। ਭਾਵ ਪੂਰੇ ਸਤਿਗੁਰੂ ਦੀ ਗੱਲ ਤਾਰਨ ਵਾਲੀ ਹੈ। ਅਗਲੀ पंक्ति बिल्कुल क्लियर कर रहे हैं, शरण के दाते बचन के सूरे। शरण के दाते, शरण के दाते तो की पावे, शरण ਆਇਆਂ ਦੀ ਰੱਖਿਆ ਕਰਨ ਦੀ ਸਮਰੱਥਾ ਵਾਲਾ ਹੈ ਪੂਰਾ ਗੁਰੂ ਸਾਹਿਬ। ਸਤਿਗੁਰ ਪੂਰੇ ਤਈਓ ਪੂਰੇ ਹਨ ਕਿ ਜੋ ਸ਼ਰਨ ਵਿੱਚ ਆਏ, ਜੋ ਸ਼ਰਨ ਵਿੱਚ ਆ ਕੇ ਗੱਲ ਮੰਨੇ, ਯਕੀਨਨ ਉਹ ਵਿਕਾਰਾਂ ਤੋਂ ਤਰ ਜਾਏਗਾ, ਵਿਕਾਰਾਂ ਤੋਂ ਬਚ ਜਾਏਗਾ। ਯਕੀਨਨ ਹੀ ਉਹਨੂੰ ਜਿਹੜੀ ਹੈ ਸੰਸਾਰੀ ਦੁੱਖਾਂ ਤੋਂ ਨਿਰਲੇਪ ਹੋ ਜਾਏਗਾ। ਸ਼ਰਨ ਕੇ ਦਾਤੇ ਬਚਨ ਕੇ ਸੂਰੇ, ਬਚਨ ਕੇ ਸੂਰੇ ਤੋਂ ਕੀ ਪਾਵੇ, ਬਚਨਾਂ ਦਾ ਸੂਰਮਾ। ਬਚਨ ਜਿਹੜੇ ਹਨ ਗੁਰੂ ਦੇ ਅਟਲ ਬਚਨ ਹਨ, ਉਹ ਬਚਨ ਹਨ ਜਿਹੜੇ ਬਚਨ ਯਕੀਨਨ ਹੀ ਪਾਰ ਉਤਾਰਾ ਲੰਘਾ ਦੇਣਗੇ। ਹਉ ਬਲਹਾਰੀ ਤੇ ਕਹਿੰਦੇ ਨੇ ਐਸੇ ਬਚਨਾਂ ਤੋਂ, ਐਸੇ ਸ਼ਰਨ ਦੇ ਦਾਤੇ ਤੋਂ, ਐਸੇ ਸਤਿਗੁਰੂ ਤੋਂ, ਪੂਰੇ ਸਤਿਗੁਰੂ ਤੋਂ ਮੈਂ ਬਲਹਾਰੇ ਜਾਂਦਾ, ਕੁਰਬਾਨ ਜਾਂਦਾ। ਹਉ ਬਲਹਾਰੀ ਸਤਿਗੁਰ ਪੂਰੇ ਸ਼ਰਨ ਕੇ ਦਾਤੇ ਬਚਨ ਕੇ ਸੂਰੇ, ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤ ਹੀ ਜਾਸਾ ਹੈ। ਕਹਿੰਦੇ ਨੇ ਇਹੋ ਜਿਹਾ ਪ੍ਰਭੂ ਮਿਲਿਆ ਮੈਨੂੰ ਸੁੱਖਾਂ ਦਾ ਦਾਤਾ, ਆਤਮਕ ਆਨੰਦ ਦੇਣ ਵਾਲਾ। ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤ ਹੀ ਜਾਸਾ ਹੈ। ਕਹਿੰਦੇ ਹੁਣ ਮੈਂ ਇਧਰੋਂ ਕਿਧਰੋਂ ਇਹਨੂੰ ਛੱਡ ਕੇ ਕਿਧਰੇ ਹੋਰ ਨਹੀਂ ਜਾਉਂਦਾ। ਅਸੀਂ ਧਿਆਨ ਦਈਏ ਨਾ, ਸਾਡਾ ਮਨ ਰੱਤਾ ਮਾਤਰ ਸਾਡੇ ਮਨ ਤੇ ਪ੍ਰਭਾਵ ਪੈਂਦਾ ਹੈ ਕਾਮ ਦਾ। ਅਸੀਂ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਿਧਰੇ ਹੋਰ ਟੁਰ ਪੈਂਦੇ ਹਾਂ, ਮਨ ਕਰਕੇ ਟੁਰ ਪੈਂਦੇ ਹਾਂ, ਫਿਰ ਤਨ ਕਰਕੇ ਟੁਰ ਪੈਂਦੇ ਹਾਂ। ਕ੍ਰੋਧ ਦਾ ਪ੍ਰਭਾਵ ਪੈਂਦਾ ਹੈ, ਅਸੀਂ ਗੁਰੂ ਦੇ ਸ਼ਬਦ ਨੂੰ ਭੁੱਲ ਜਾਂਦੇ ਹਾਂ, ਕ੍ਰੋਧ ਦੇ ਪਿੱਛੇ ਲੱਗ ਕੇ ਅਸੀਂ ਟੁਰ ਪੈਂਦੇ ਹਾਂ। ਲੋਭ ਮੋਹ ਅਹੰਕਾਰ ਦਾ ਪ੍ਰਭਾਵ ਪੈਂਦਾ, ਸਾਨੂੰ ਖਿੱਚ ਕੇ ਲੈ ਜਾਂਦੇ ਨੇ। ਅਸੀਂ ਇੱਕ ਬੰਦੀ ਵਕਨ, ਇੱਕ ਬੰਦੇ ਹੋਏ ਜਾਨਵਰ ਵਕਨ ਉੱਥੇ ਉਸ ਪਾਸੇ ਅਸੀਂ ਟੁਰਨ ਲੱਗ ਪੈਂਦੇ ਹਾਂ। ਗੁਰੂ ਸਾਹਿਬ ਕਹਿ ਰਹੇ ਨੇ ਐਸਾ ਪ੍ਰਭ ਮਿਲਿਆ ਸੁਖ ਦਾਤਾ। ਕਹਿੰਦੇ ਹੁਣ ਮਨ ਗੁਰੂ ਦੇ ਸ਼ਬਦ ਨਾਲ ਇਸ ਤਰ੍ਹਾਂ ਪਤੀਜ ਗਿਆ, ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਐਸੀ ਲੀਨਤਾ ਬਣ ਗਈ ਹੈ, ਵਿਛੜ ਨਾ ਕਤੀ ਜਾਸਾ ਹੈ। ਕਹਿੰਦੇ ਹੁਣ ਮੈਂ ਟੁੱਟ ਕੇ ਕਿਧਰੇ ਹੋਰ ਨਹੀਂ ਜਾਂਦਾ। ਹੁਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮੈਨੂੰ ਆਪਣੇ ਨਾਲ ਨਹੀਂ ਲੈ ਜਾ ਸਕਦੇ। ਹੁਣ ਮਨ ਜਿਹੜਾ ਹੈ ਸ਼ਬਦ ਦੇ ਨਾਲ ਲੀਨ ਹੋ ਗਿਆ, ਸ਼ਬਦ ਦੇ ਮੁਤਾਬਿਕ ਹੀ ਕਾਰ ਵਿਹਾਰ ਕਰ ਰਿਹਾ ਹੈ। ਹੁਣ ਮੈਂ ਕਿਧਰੇ ਹੋਰ ਵਿਛੜ ਨਾ ਕਤੀ ਜਾਸਾ ਹੈ। ਕਹਿੰਦੇ ਹੁਣ ਮੈਂ ਗੁਰੂ ਦੇ ਸ਼ਬਦ ਤੋਂ, ਉਸ ਪ੍ਰਮਾਤਮਾ ਦੇ ਚਰਨਾਂ ਤੋਂ ਵਿਛੜ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ। ਭਾਵ ਹੁਣ ਪਹਿਲੇ ਹਰ ਰੰਗ ਹਰ ਰੂਪ ਤੋਂ ਮਨ ਪ੍ਰਭਾਵਿਤ ਹੋ ਜਾਂਦਾ ਸੀ। ਸੰਸਾਰ ਦੀ ਇੰਜ ਕਹਿ ਲਈਏ ਮਾਇਆ ਦੇ ਪ੍ਰਭਾਵ ਵਿੱਚ ਮੋਹ ਵਿੱਚ ਫਸਿਆ ਰਹਿੰਦਾ ਸੀ। ਹੁਣ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਤੇ ਹੁਣ ਮੋਹ ਆਪਣਾ ਪ੍ਰਭਾਵ ਮੇਰੇ ਮਨ ਤੇ ਨਹੀਂ ਪਾ ਪਾਉਂਦੀ। ਜੀ ਇਕਬਾਲ ਵੀਰ ਜੀ। ਜੀ आ रही जी आवाज? जी जी वीर जी बिल्कुल आ रही जी। शब्द हजे स्क्रीन ते आया नहीं है ते मैं शब्द कढ़दा। अच्छा हाँ जी। हौं बलहारी सतगुर पूरे, हौं तो भावा मैं वारने बलहारने लख वरिया, बलहारी सदके जांदा हां, कुर्बान जांदा हां। मैं दी गल है, हौं दी गल है। हौं की है? तन और मन। हौं बलहारी मैं तन करके मन करके सतगुर सच्चे गुरु तो जो पूरा है वो तो बलहारने जांदा हां। शरण के दाते बचन के सूरे, वो सतगुरु जिस दी शरण पिया दातां मिलदियां हन। बचन के सूरे जिस दे नाल बचन करदा है उस नाल अपना बचन तोड़ निभाउंदा है।
ਉਹ ਬਚਨ ਦਾ ਸੂਰਾ ਹੁੰਦਾ ਹੈ। ਸਤਿਗੁਰੂ ਐਸਾ ਸੂਰਮਾ ਜਿਹੜਾ ਸ਼ਰਨ ਪਿਆਂ ਦੀ ਉਸਨੂੰ ਵੀ ਗੁਣਾਂ ਦੀ ਦਾਤਾਂ ਬਖਸ਼ਦਾ ਹੈ, ਨਾਮ ਦੀਆਂ ਦਾਤਾਂ ਬਖਸ਼ਦਾ ਹੈ। ਸ਼ਰਨ ਕੇ ਦਾਤੇ ਬਚਨ ਕੇ ਸੂਰੇ, ਉਹ ਸਤਿਗੁਰੂ ਹੈ ਜੀ, ਜਿਸ ਤੋਂ ਮੈਂ ਬਲਹਾਰਨੇ ਬਲਹਾਰਨੇ ਲੱਖ ਵਰੀਆਂ ਜਾਂਦਾ। ਐਸਾ ਪ੍ਰਭ ਮਿਲਿਆ ਸੁਖਦਾਤਾ। ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਪ੍ਰਭੂ ਨਾਲ ਲੀਨ ਹੋ ਜਾਂਦਾ ਹੈ, ਉਹ ਪ੍ਰਭੂ ਜੋ ਸੁਖ ਦਾ ਦਾਤਾ ਹੈ। ਮਾਵਣਿਆ ਜਦੋਂ ਜੀਵ ਦੇ ਅੰਦਰ ਆ ਜਾਂਦੇ ਹਨ, ਗੁਣਾਂ ਦੇ ਨਾਲ ਜੀਵ ਮਨੁੱਖ ਲੀਨ ਹੋ ਜਾਂਦਾ, ਉਹਦਾ ਰੂਪ ਹੋ ਜਾਂਦਾ ਹੈ, ਤੇ ਉਹ ਸੁੱਖਾਂ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ। ਸੁੱਖਾਂ ਦੀ ਦਾਤ ਦੇਣ ਵਾਲਾ ਸੁਖ ਦਾਤਾ ਉਸ ਪ੍ਰਭੂ ਨੂੰ, ਉਸ ਜੀਵ ਨੂੰ ਮਿਲ ਜਾਂਦਾ ਹੈ, ਜਿਹੜਾ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਹੁਕਮਾਂ ਨੂੰ ਕਮਾ ਕੇ ਗੁਰੂ ਵਰਗਾ ਹੋ ਜਾਂਦਾ ਹੈ। ਉਹਨੂੰ ਫਿਰ ਸੁਖ ਦਾਤਾ ਮਿਲ ਜਾਂਦਾ ਹੈ। ਵਿਛੜਨਾ ਕਤ ਹੀ ਜਾਤਾ ਹੈ। ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਬਖਸ਼ੇ ਹੋਏ ਗੁਣਾਂ ਨੂੰ ਆਪਣੇ ਸਹਿਜ ਅਵਸਥਾ ਵਿੱਚ ਟਿਕਾ ਲੈਂਦਾ ਹੈ, ਸਹਿਜ ਅਵਸਥਾ ਦਾ ਧਾਰਨੀ ਬਣ ਜਾਂਦਾ ਹੈ, ਤੇ ਸਦੀਵ ਕਾਲ ਉਸ ਗੁਣਾਂ ਵਿੱਚ ਜੁੜਿਆ ਰਹਿੰਦਾ ਹੈ, ਉਹ ਮਨੁੱਖ ਜਾਂਦਾ ਹੈ, ਫਿਰ ਟੁੱਟਦਾ ਨਹੀਂ, ਜਾਤਾ ਹੈ ਜਾਸਾ ਹੈ। ਉਹ ਜੀਵ ਫਿਰ ਟੁੱਟਦਾ ਨਹੀਂ ਕਦੇ ਵੀ, ਕਿਉਂਕਿ ਗੁਣ ਕਹਿ ਗੁਣੀ ਸਮਾਵਣੇ। ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਜਦੋਂ ਮਨ ਵਚ ਕਰਮਾਂ ਵਿੱਚ ਧਾਰਨ ਕਰ ਲੈਂਦਾ ਹੈ, ਫਿਰ ਉਹ ਟੁੱਟਦਾ ਨਹੀਂ, ਫਿਰ ਉਹ ਪ੍ਰਭੂ ਨੂੰ ਭਾ ਜਾਂਦਾ ਹੈ। ਪ੍ਰਭੂ ਫਿਰ ਉਹਨੂੰ ਆਪਣੇ ਅੰਗ ਲਾ ਲੈਂਦਾ ਹੈ, ਤੇ ਪ੍ਰਭੂ ਦਾ ਲਾਇਆ ਹੋਇਆ ਅੰਗ ਫਿਰ ਕੋਈ ਹੋਰ ਤੋੜ ਨਹੀਂ ਸਕਦਾ। ਭਾਵ ਪ੍ਰਭੂ ਦੀ ਸ਼ਰਨ ਪਿਆ ਹੋਇਆ ਮਨੁੱਖ ਉੱਥੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਚੱਲਦਾ। ਫਿਰ ਉਹ ਕਦੇ ਵੀ ਮਨੁੱਖ ਜਿਹੜਾ ਹੈਗਾ ਉਸ ਅਕਾਲ ਪੁਰਖ ਕਰਤੇ ਤੋਂ ਵਿਛੜਦਾ ਨਹੀਂ ਹੈ ਜੀ। ਧੰਨਵਾਦ ਵੀਰ ਜੀ, ਬੜੇ ਖੂਬਸੂਰਤੀ ਨਾਲ ਆਪ ਜੀ ਨੇ ਸਮਝਾਣਾ ਕੀਤਾ। ਸ਼ਰਨ ਕੇ ਦਾਤੇ ਬਚਨ ਕੇ ਸੂਰਮੇ ਨੂੰ ਵੀ, ਬਚਨ ਕੇ ਸੂਰੇ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਖੋਲਿਆ ਆਪ ਜੀ ਨੇ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਜੀ, ਇਹ ਅਸੀਂ ਜਿਸ ਤਰ੍ਹਾਂ ਇਹ ਸੋਲਲ ਟੂਵਰਡਸ ਦੀ ਐਂਡ ਆ ਰਹੇ ਹਨ, ਅਸੀਂ ਦੇਖਿਆ ਸੀ ਜਿਹੜੇ ਪਹਿਲੇ 5 ਜਿਹੜੇ ਪਦੇ ਸਨ, ਜਿਨ੍ਹਾਂ ਵਿੱਚ ਗੁਰੂ ਨੇ ਉਸ ਮਨ ਸਾਡਾ ਕਹਿ ਲਓ, ਸਾਡਾ ਮਨ ਬਹੁਤ ਪੱਖੀ ਹੈ ਵੀ ਹੈ, ਇਹ ਮਨ ਜੋ ਚੰਚਲ ਕੇ ਮਨ ਚੰਚਲ ਵੀ ਹੈ, ਮਨ ਜਿਹੜਾ ਨਾ ਉਹ ਇਹ ਮਨ ਜੋਗੀ ਤੋਂ ਮਨ ਜਿਹੜਾ ਨਾ ਵੀ ਉਹ ਸ਼ਕਤੀ, ਇਹ ਮਨ ਸੀ ਉਹ ਜਿਹੜਾ ਪਹਿਲਾਂ ਇੱਕ ਉਹ ਮਨ ਜਿਹੜਾ ਮਾਇਆ ਦੇ ਪ੍ਰਭਾਵ ਵਿੱਚ, ਮਾਇਆ ਦੇ ਨਿੰਦਰ ਵਿੱਚ ਸੁੱਤਾ ਸੀ ਨਾ, ਉਹਦੇ ਬਾਰੇ ਗੁਰੂ ਨੇ ਸਾਡਾ ਸਟਾਰਟ ਕੀਤਾ ਸੀ ਵੀ ਸੰਗੀ ਜੋਗੀ ਨਾਰ ਲਪਟਾਨੀ, ਉਰਜ ਰਹੀ ਰੰਗ ਰਸ ਮਾਨੀ, ਕਿਰਤ ਸੰਜੋਗੀ ਭਏ ਕਤਰਾ ਕਰਤੇ ਭੋਗ ਬਿਲਾਸਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਜਿਹੜਾ ਜਾਗਿਆ ਹੋਇਆ ਮਨ ਸੀ, ਜਿਹਨੂੰ ਗੁਰੂ ਦੀ ਕਿਰਪਾ ਸਦਕਾ ਥੋੜੀ ਜਿਹੀ ਉਹ ਜਾਗ ਰਿਹਾ, ਮਨ ਜਾਗਣ ਹਾਰੇ ਵਾਲਾ ਜਿਹੜਾ ਗੱਲ ਸੀ ਵੀ ਉਹ ਧਨ ਅੰਦੀਪੁਰ ਚੱਪਲ ਸਿਆਣਾ ਵਾਲਾ ਸ਼ਬਦ ਸੀ ਵੀ ਉਹ ਤੂੰ ਵਸ ਮੈਂ ਨਾਲੇ ਪ੍ਰਿਯ ਸੁਖ ਵਾਸੀ ਬਾਲ ਗੋਪਾਲੇ, ਜਿਹੜਾ ਥੋੜਾ ਜਾਗਿਆ ਹੋਇਆ ਮਨ ਸੀ ਉਹ ਕਹਿੰਦਾ ਸੀ ਨਹੀਂ, ਕਹਿੰਦਾ ਫਿਰ ਕਹਿਆ ਹੋ ਹੁਕਮੀ ਬੰਦਾ। ਲੇਕਿਨ ਇਹ ਸਾਰਾ ਪਰਿਵਰਤਨ ਜੀਵਨ ਵਿੱਚ ਆਉਂਦਾ ਕਿਵੇਂ? ਅਸੀਂ ਤੇ ਦੇਖੋ, ਹੋਰ ਕੋਈ ਕਵੇ ਨਾ ਕਵੇ, ਜਿਹੜਾ ਸਿੱਖ ਹੈ ਨਾ, ਉਦੋਂ ਸਾਡੇ ਵਾਸਤੇ ਗੁਰੂ ਸਾਡੇ ਨਾਮ ਤੋਂ ਹੀ ਕਿਤਨਾ ਸਪਸ਼ਟ ਹੈ। ਸਾਡੇ ਜੀਵਨ ਦੇ ਆਧਾਰ ਕੇਵਲ ਤੇ ਕੇਵਲ ਗੁਰੂ ਹੀ ਹੋ ਸਕਦਾ ਹੈ। ਸਿੱਖ ਔਰ ਗੁਰੂ ਕਹਿੰਦਾ ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਕਿਉਂ ਸਿੱਖ ਗੁਰ ਬਿਨ ਮਰ ਜਾਈ। ਤੂੰ ਫਿਜ਼ੀਕਲੀ ਜਿਉਂਦਾ ਰਹਿ ਸਕਦਾ, ਲੇਕਿਨ ਗੁਰਮਤਿ ਤੋਂ ਟੁੱਟ ਗਿਆ, ਗੁਰਮਤਿ ਪਰਸਪੈਕਟਿਵ ਤੋਂ ਟੁੱਟ ਗਿਆ ਨਾ, ਤੂੰ ਦੁਨਿਆਵੀ ਤੌਰ ਤੇ ਅੱਛਾ ਮਾੜਾ ਜੋ ਮਰਜੀ ਰਹੇਗਾ, ਤੂੰ ਗੁਰੂ ਦਾ ਸਿੱਖ ਨਹੀਂ ਰਹਿ ਸਕਦਾ। ਸਿੱਖ ਦੀ ਜ਼ਿੰਦਗੀ ਦਾ ਉਹ ਕਹਿ ਲਓ ਵੀ ਉਹ ਫਾਊਂਡੇਸ਼ਨ ਸਟੋਨ ਹੀ ਗੁਰੂ ਹੈ। ਹਰ ਚੀਜ਼ ਜਿਹੜੀ ਨਾ ਵੀ ਗੁਰੂ ਗੁਰੂ ਗੁਰ ਕਰ ਮਨ ਮੋੜ, ਇਹਦੀ ਸਾਰੀ ਜਿਹੜੀ ਜੋ ਤੇਰੇ ਜੀਵਨ ਵਿੱਚ ਜੋ ਕ੍ਰਾਂਤੀ ਆਣੀ ਹੈ, ਜੋ ਤੇਰੇ ਜੀਵਨ ਵਿੱਚ ਬਦਲਾਵ ਆਣਾ ਹੈ, ਉਹ ਸਾਰਾ ਜਿਹੜਾ ਨਾ ਸਾਰਾ ਦਾਰੋ ਮਦਾਰ ਜਿਹੜਾ ਨਾ ਉਹ ਗੁਰੂ ਤੇ ਹੀ ਆ ਕੇ ਟਿਕਿਆ ਹੋਇਆ। ਤੂੰ ਭਾਵੇਂ ਤੂੰ ਕਵੇਂ ਕਿ ਮੈਂ ਉਹ ਇਹ ਕਰਾਨਾ, ਮੈਂ ਲੰਗਰ ਲਗਵਾ ਦੇਣਾ, ਮੈਂ ਤੀਰਥਾਂ ਤੇ ਵੀ ਜਾਣਾ, ਮੈਂ ਇਹ ਵੀ ਕਰਨਾ ਵਾ, ਮੈਂ ਵਿਦਵਾਵਾਂ ਦੇ ਇਹ ਵੀ ਕਰ ਦੇਣਾ, ਅੱਛੇ ਹੋ ਸਕਦੇ ਨੇ। ਲੇਕਿਨ ਜੇ ਗੁਰੂ ਕੋਲ ਨਹੀਂ ਆ ਰਿਹਾ ਨਾ, ਇੱਥੇ ਜਿਹੜਾ ਗੁਰੂ ਫਿਰ ਟੁਵਰਡਸ ਦੀ ਐਂਡ ਕਹਿੰਦੇ ਵੀ ਹਉ ਬਲਿਹਾਰੀ ਸਤਿਗੁਰੂ ਪੂਰੇ। ਮੈਂ ਤੇ ਐਸੇ
ਕਿਉਂਕਿ ਜ਼ਿੰਦਗੀ ਵਿੱਚ ਜੇ ਮੇਰੇ ਕ੍ਰਾਂਤੀ ਆਈ ਹੈ, ਮੇਰਾ ਜੀਵਨ ਜੇ ਪ੍ਰਵਾਨ ਜੀਵਨ ਹੋ ਸਕਦਾ ਹੈ, ਉਹ ਕਹਿੰਦਾ ਮਤ ਕੋ ਭਰਮ ਭੁਲੇ ਸੰਸਾਰ ਗੁਰੂ ਬਿਨ ਕੋਏ ਨਾ ਉਤਰਸ ਪਾਰ। ਤੂੰ ਕਿਸੇ ਭਰਮ ਭੁਲੇਖੇ ਵਿੱਚ ਨਾ ਰਹੀ ਕਿ ਵੀ ਮੈਂ ਗੁਰੂ ਤੋਂ ਬਿਨਾਂ ਜਿਹੜਾ ਹੈ ਨਾ ਉਹ ਮੇਰੇ ਜੀਵਨ ਵਿੱਚ ਕੋਈ ਮੇਰਾ ਇੱਕ ਐਕਸੈਪਟੇਬਲ ਜੀਵਨ ਹੋ ਸਕਦਾ ਹੈ। ਇਹ ਗੁਰਮਤ ਇਸ ਨੂੰ ਨਹੀਂ ਮੰਨਦੀ। ਮਤ ਕੋ ਭਰਮ ਭੁਲੇ ਸੰਸਾਰ ਗੁਰ ਬਿਨ, ਕਹਿੰਦੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਹੋਰ ਅੰਧਾਰ। ਤੂੰ ਦੁਨਿਆਵੀ ਤੌਰ ਤੇ ਅੱਛਾ ਪੜ੍ਹਿਆ ਲਿਖਿਆ ਹੋ ਸਕਣਾ, ਲੇਕਿਨ ਗੁਰੂ ਤੋਂ ਬਿਨਾਂ ਵੀ ਉਹ ਕਹਿੰਦਾ ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ, ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ। ਇਹ ਗੁਰੂ ਦੀ ਬਖਸ਼ਿਸ਼ ਹੈ। ਗੁਰ ਮਿਲਿਆ ਹਰ ਮੇਲਾ ਹੋਈ, ਜਿਹਨੂੰ ਗੁਰੂ ਪਰਮਾਤਮਾ, ਇਹ ਮਨੋ ਇਹ ਪਰਮਾਤਮਾ ਦੀ ਖੇਡ ਹੈ। ਅਸੀਂ ਕਈ ਵਾਰ ਕੁਐਸਚਨ ਕਰਨੇ, ਉਹਨੇ ਖੇਡ ਪਰਮਾਤਮਾ ਦੀ ਰਚੀ ਹੋਈ ਹੈ। ਉਹਨੇ ਹੁਣ ਕਿਉਂ ਬੰਦਾ ਕਿ ਚੈਸ ਦੀ ਗੇਮ ਵਿੱਚੋਂ ਘੋੜਾ 2.5 ਕਦਮ ਕਿਉਂ ਚੱਲੇਗਾ, 2 ਕਿਉਂ ਨਹੀਂ ਚੱਲ ਸਕਦਾ, 4 ਕਿਉਂ ਨਹੀਂ ਚੱਲ ਸਕਦਾ? ਜਿਸ ਬੰਦੇ ਨੇ ਗੇਮ ਬਣਾਈ ਉਹਨੂੰ ਪੁੱਛੇ। ਨਾ ਕੈਮਲ ਹੈ, ਉਹਨੇ ਕ੍ਰੋਸ ਹੀ ਚੱਲਣਾ ਹੈ, ਹਾਥੀ ਨੇ ਸਿੱਧਾ ਹੀ ਚੱਲਣਾ ਹੈ, ਗੇਮ ਹੈ। ਹੁਣ ਜਿਸ ਮਾਲਕ ਨੇ ਜੋ ਖੇਡ ਬਣਾਈ ਹੈ, ਔਰ ਅਸੀਂ ਤਾਂ ਉਹਦੇ ਮੋਹਰੇ ਹਾਂ। ਉਹ ਕਹਿੰਦਾ ਜਿਸ ਠਾਕੁਰ ਸੇ ਨਾ ਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰ। ਜਿਹਦੇ ਅੱਗੇ ਤੇਰੀ ਚੱਲਣੀ ਨਹੀਂ, ਬੈਟਰ ਹੈ ਉਹਦਾ ਹੁਕਮ ਮੰਨ ਹੀ ਲੈ, ਔਰ ਉਹਦੇ ਨਾਲ ਮਿਲਾਪ ਕਰਨ ਵਾਲਾ ਨਾ ਉਹ ਗੁਰੂ ਹੈ। ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ। ਗੁਰੂ ਤੋਂ ਬਿਨਾਂ ਉਸ ਪਰਮਾਤਮਾ ਦੇ ਨਾਲ ਸਾਂਝ ਨਹੀਂ ਪੈ ਸਕਦੀ। ਕਹਿੰਦਾ ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ, ਹੋਂ ਵਾਰ ਵਾਰ ਆਪਣੇ ਗੁਰੂ ਕੋ ਜਾਸਾਂ, ਹੋਂ ਬਲਿਹਾਰੀ ਸਤਿਗੁਰੂ ਪੂਰੇ। ਕਿਉਂਕਿ ਗੁਰ ਮਿਲਿਆ ਹਰ ਮੇਲਾ ਹੋਈ। ਜੇ ਗੁਰੂ ਨਹੀਂ ਮਿਲਿਆ ਨਾ, ਉਹ ਕਹਿੰਦਾ ਵਾਰ ਵਾਰ ਜਾਈ ਗੁਰੂ ਉੱਪਰ ਪੈ ਪੈਰੀ ਸੰਤ ਮਨਾਈ। ਜਿਹੜਾ ਗੁਰੂ ਸੰਤ ਹੈ ਨਾ, ਇਹ ਸੰਤ ਵਰਡ ਵੀ ਬਾਣੀ ਵਿੱਚ ਕਈ ਵੱਖ-ਵੱਖ ਪਰਸਪੈਕਟਿਵ ਜਿਹੜਾ ਸੰਤ ਵਰਡ ਆਉਂਦਾ ਨਾ, ਉਹ ਕਈ ਵਾਰ ਅੱਛਾ ਜਿਹੜਾ ਉਹ ਕਹਿੰਦਾ ਭਾਗ ਹੋਆ ਗੁਰ ਸੰਤ ਮਿਲਾਇਆ। ਗੁਰੂ ਨੇ ਰੱਬ ਸੰਤ ਦੇ ਨਾਲ ਮੈਨੂੰ ਮਿਲਾ ਦਿੱਤਾ, ਫਿਰ ਉਹ ਰੱਬ ਸੰਤ ਪ੍ਰਭ ਅਬਨਾਸੀ ਘਰ ਮੈਂ ਪਾਇਆ। ਕਈ ਵਾਰ ਜਿਹੜਾ ਵੀ ਉਹ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ। ਇੱਕ ਕਹਿੰਦੇ ਵੱਡ ਭਾਗੀ ਹਰ ਸੰਤ ਮਿਲਾਇਆ। ਵੱਡੇ ਭਾਗਾਂ ਵਾਲੇ ਕੌਣ ਨੇ? ਜਿਨ੍ਹਾਂ ਨੂੰ ਪਰਮਾਤਮਾ ਨੇ ਗੁਰੂ ਸੰਤ ਦੇ ਨਾਲ ਮਿਲਾ ਦਿੱਤਾ ਹੈ। ਅੱਛਾ, ਸੁਖਮਨੀ ਸਾਹਿਬ ਵਿੱਚ ਇੱਕ ਲਾਈਨ ਪੜ੍ਹਨੇ ਆ, ਕਹਿੰਦੇ ਗੁਰਪੂਰਾ ਕੌਣ ਹੈ? ਗੁਰਪੂਰਾ ਕਹਿੰਦਾ ਗੁਰਪੂਰਾ ਅਖਿਓ ਜਾਂ ਕਾ ਮੰਤਰ, ਜਿਹਦਾ ਹਰ ਇੱਕ ਵਰਡ ਜਿਹੜਾ ਹੈ ਨਾ ਉਹ ਮੰਤਰ ਦੀ ਨਿਆਈ, ਇੱਕ ਫਾਰਮੂਲਾ ਹੈ, ਇੱਕ ਜੀਵਨ ਜਾਚ ਹੈ। ਗੁਰਪੂਰਾ ਅੱਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਗੁਰੂ ਕਿਸੇ ਨੂੰ ਆਪਣੀ ਅੰਮ੍ਰਿਤ ਪਈ ਦ੍ਰਿਸ਼ਟੀ ਨਾਲ ਵੀ ਦੇਖ ਲਵੇ ਨਾ, ਉਹਨੂੰ ਸੰਤ ਬਣਾ ਦਿੰਦਾ। ਤੋ ਸੰਤ ਦਾ ਇੱਕੋ ਸਾਰਾ ਸ਼ਬਦ ਹੀ ਹੈ ਜਿਹਦੇ ਅੰਦਰ ਸੰਤ ਨੂੰ ਡਿਫਾਈਨ ਕਰ। ਕਿਉਂ ਕਹਿ ਰਹੇ? ਕਿਉਂਕਿ ਅੱਜ ਸੰਤ ਬਣ ਚੁੱਕੇ ਨੇ, ਸੰਤ ਬ੍ਰਹਮ ਗਿਆਨੀ ਜਿਹੜੇ ਬਣ ਚੁੱਕੇ ਨੇ ਨਾ, ਉਹ ਗੁਰੂ ਕਹਿੰਦਾ ਅੱਛਾ, ਇੱਕ ਗੁਰੂ ਨੇ ਇੱਕ ਕਹਿ ਲਓ ਪੈਰਾਮੀਟਰ ਸੈੱਟ ਕਰ ਲਿੱਤਾ। ਕਹਿੰਦਾ ਵੀ ਸੰਤ ਰਹਿਤ ਸੁਣੋ ਮੇਰੇ ਭਾਈ। ਤੂੰ ਦੇਖਣਾ ਚਾਹਨਾ ਨਾ ਸੰਤ ਕੌਣ ਹੈ? ਕਹਿੰਦਾ ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਫਿਰ ਉਹ ਸੰਤ ਕੌਣ ਹੁੰਦਾ ਨਾ? ਵੀ 8 ਪਹਿਰ ਨਿਕਟ ਕਰ ਜਾਣਾ ਹੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ, ਜੋ ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅਗ ਕਾਟਨ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕਵਲਾ ਬਪਰੀ ਸੰਤੀ ਛਲੀ। ਇਹ ਸਾਰੇ ਜਿਹੜੇ ਲੱਛਣ ਜਿਹੜੇ ਨਾ ਅਸੀਂ ਦੇਖੀ ਕਿਸੇ ਭੇਖ ਦਾ ਕਿੱਥੇ ਵੀ ਗੋਲ ਪਗੜੀ, ਉਦੋਂ ਕਿਸੇ ਸੰਤ ਦੇ ਨਿਸ਼ਾਨੀ ਕੋਈ ਗੋਲ ਪਗੜੀ ਆਈ ਆਨੇ, ਉਹ ਸੂਰਬੀਰ ਹੋਵੇ। ਸੂਰਬੀਰ ਦਾ ਮਤਲਬ ਹੈ ਕਿ ਉਹ ਕਿਸੇ ਟਾਸਕ ਨੂੰ ਲੈਣ ਤੋਂ ਪਹਿਲਾਂ ਝਿਜਕੇ ਨਾ। ਜੇ ਟਾਸਕ ਰਾਈਟ ਹੈ, ਇੱਥੇ ਕਹਿੰਦੇ ਨੇ ਵੀ ਹੋਂ ਬਲਿਹਾਰੀ ਸਤਿਗੁਰੂ ਪੂਰੇ। ਕਿਉਂ ਬਲਿਹਾਰ ਜਾਣਾ ਵਾ? ਕਹਿੰਦੇ ਸ਼ਰਨ ਕੇ ਦਾਤੇ। ਉਹ ਜਿਹੜਾ ਗੁਰੂ ਹੈ ਨਾ, ਉਹ ਉਹਦੇ ਵਿੱਚ ਸ਼ਰਨ ਦੇਣ ਦੀ ਸਮਰੱਥਾ ਐਸੀ ਹੈ ਕਿ ਉਹ ਇੱਕ ਹੋਰ ਥਾਂ ਤੇ ਕਹਿੰਦੇ ਨੇ ਸੰਤਨ ਬਿਨ ਅਵਰ ਨਾ ਦਾਤਾ ਵੀ ਆ। ਇੱਥੇ ਕਹਿੰਦੇ ਵੀ ਉਹ ਸ਼ਰਨ ਕੇ ਦਾਤੇ ਗੁਰੂ ਨੂੰ ਕਿਹਾ ਜਾ ਰਿਹਾ। ਤੇ ਇੱਥੇ ਵੀ ਕਹਿੰਦੇ ਵੀ ਸ਼ਰਨ ਪਰੇ ਕੀ ਰਾਖਤਾ ਨਾ ਹੀ ਸਹਿਸਾਇਆ। ਤੂੰ ਬਿਲਕੁਲ ਚਿੰਤਾ ਫਿਕਰ ਨਾ ਕਰੀ, ਤੈਨੂੰ ਕੋਈ ਸਹਿਸਾ ਨਾ ਰਵੇ। ਜੇ ਤੂੰ ਉਹਦੀ ਸ਼ਰਨ ਪੈ ਗਿਆ ਨਾ, ਉਹ ਸ਼ਰਨ ਦਾ ਦਾਤਾ ਹੈ। ਕਹਿੰਦੇ ਵੀ ਸ਼ਰਨ ਭਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜੋ ਉਹਦੀ ਸ਼ਰਨ ਆ ਜਾਂਦਾ ਹੈ ਨਾ, ਉਹ ਉਹਨੂੰ ਜੋ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤਾ। ਹੋਰ ਜੇ ਉਹਦੀ ਸ਼ਰਨ ਚਲੇ ਗਿਆ ਨਾ, ਉਹ ਜਿਹੜਾ ਅਸੀਂ
एक शब्द कई बार डिस्कस करने में लास्ट में कहते सिंह शरण कत जाइए जो जम्बू ग्रास है जे गुर दी ओ कहने भी तो गुण कहां जगत गुरा जो कर्म ना नास है जे मैं गुरु दी शरण आ जावां फिर भी मैनू मेरे कर्मां तो पिछले कीते होए कर्मां तो डर लगदा होवे कहंदे नहीं क्योंकि तू शेर दी शरण विच आ गया ओ शरण दा दाता है और जिन्नू ओ अपनी शरण विच रख लैंदा ना ओनू फिर किसे होर तो डरन दी कोई लोड़ नहीं कहंदे तो गुण कहां जगत गुरा जो कर्म ना नास है जे मेरे कीते हुए माड़े कर्म खत्म नहीं होने फिर मैं तेरी शरण क्यों आवां कहंदे सिंह शरण कत जाइए जो जम्बू को ग्रास है शेर दी शरण जान दा ते जेड़ा बेनिफिट तां ही है ना कि भी ते ਤੈਨੂੰ ਜਿਹੜੇ ਬਾਕੀ ਜਿਹੜੇ ਵਾਕੇ ਨੇ ਉਹ ਤੇਰੇ ਉਹ ਉਹਨਾਂ ਤੋਂ ਤੂੰ ਬਚ ਜਾਵੇਂ ਸ਼ਰਨ ਕੇ ਦਾਤੇ ਬਚਨ ਕੇ ਸੂਰੇ ਸੂਰਮਾ ਇੱਕੋ ਸ਼ਾਇਦ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਕਹਿੰਦੇ ਡਗਮਗ ਛਾੜ ਰੇਮਨ ਬੋਰਾ ਕਹਿੰਦੇ ਅਬ ਤੋਂ ਜਰੇ ਮਰੇ ਸਿਧ ਪਾਈਏ ਲੀਨੋ ਹਾਲ ਸਿੰਦੋਰਾ ਅੱਗੇ ਕਹਿੰਦੇ ਨੇ ਸੂਰ ਕੇ ਸਨਮੁਖ ਰਨ ਤੇ ਡਰ ਪਏ ਸੂਰਮਾ ਆਈ ਐਮ ਜਸਟ ਟ੍ਰਾਈਂਗ ਟੂ ਡਿਫਾਈਨ ਗੁਰਬਾਣੀ ਤੋਂ ਵੀ ਸੂਰ ਕੇ ਸਨਮੁਖ ਰਨ ਤੇ ਡਰ ਪਏ ਸਤੀ ਕੇ ਸਾਂਚੇ ਭਾਂਡੇ ਸੂਰ ਕੋਈ ਅੱਗੇ ਉਹਦੇ ਕਿਸੇ ਬੈਟਲਫੀਲਡ ਦੇ ਕੌਨਸੀਕੁਐਂਸਸ ਤੋਂ ਜੇ ਕੋਈ ਡਰਦਾ ਹੋਵੇ ਉਹ ਸੂਰਮਾ ਕਾਹਦਾ ਹਾਰਾਂਗੇ ਜਾਂ ਜਿੱਤਾਂਗੇ ਸਾਡੀ ਫੌਜ ਵਾਧੇ ਘਾਟੇ ਉਹ ਜੇ ਕਹਿੰਦੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਨਮੁਖ ਆਈ ਹੋਈ ਬਸ ਇਹ ਹੁਣ ਪੱਕੀ ਗੱਲ ਹੈ ਕਿ ਯੁੱਧ ਹੋਣੀ ਕਹਿੰਦੇ ਉਹ ਕਾਹਦਾ ਸੂਰਮਾ ਜੋ ਡਰਦਾ ਸਨਮੁਖ ਆਈ ਹੋਈ ਇਸ ਤੋਂ ਡਰਦਾ ਹੋਵੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਗੁਰੂ ਵੀ ਐਸਾ ਸੂਰਮਾ ਹੈ ਜੋ ਬੇਮੋਹਤਾਜ ਹੈ ਬੇਪਰਵਾਹ ਹੈ ਉਹ ਬਿਲਕੁਲ ਜਦੋਂ ਗੁਰੂ ਗੱਲਾਂ ਕਰਦਾ ਹੈ ਨਾ ਤੇ ਗੁਰੂ ਕਿਸੇ ਦੀ ਕੋਈ ਲਿਹਾਜ਼ ਨਹੀਂ ਉਹ ਸੂਰਮੇਹਾਰ ਗੱਲਾਂ ਕਰਦਾ ਜੋ ਗੁਰੂ ਗੱਲ ਕਰਦਾ ਹੈ ਉਹ ਅਸੀਂ ਗੱਲਾਂ ਕਰਦੇ ਆ ਨਾ ਇੱਕੋ ਅਸੀਂ ਸਾਡੇ ਗੱਲਾਂ ਅੰਦਰ ਪਲੀਜ਼ ਆਲ ਵਾਲਾ ਐਸਪੈਕਟ ਸਾਡੇ ਝਲਕ ਆਏਗਾ ਹਰ ਬਈ ਉਹ ਵੀ ਖੁਸ਼ ਰਵੇ ਇਹ ਵੀ ਖੁਸ਼ ਰਵੇ ਇਹ ਨਾਰਾਜ਼ ਨਾ ਹੋ ਜਾਵੇ ਉਹ ਅਸੀਂ ਨਹੀਂ ਚਾਹੁੰਦੇ ਕਿ ਕੋਈ ਦੁਖੀ ਹੋਵੇ ਸਾਡੇ ਉਹ ਜਿਹੜਾ ਕਹਿੰਦੇ ਸਭਨਾ ਮਨ ਮਾਨਕ ਠਾਹਨ ਮੂਲ ਬਚਾਂਗਵਾ ਜੇ ਤੋ ਪ੍ਰਿਆ ਕੀ ਸਿੱਖ ਇਹ ਆਓ ਨਾ ਠਾਈ ਕਹੀਂ ਕਾ ਵੀ ਸਾਰਿਆਂ ਦੇ ਜਿਹੜੇ ਦਿਲ ਨੇ ਨਾ ਬੜੇ ਬੇਸ਼ਕੀਮਤੀ ਹੀਰੇ ਮੋਤੀ ਨੇ ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ ਕਿਸੇ ਦੇ ਦਿਲ ਨੂੰ ਦੁਖਾਣਾ ਮੂਲੋਂ ਹੀ ਮਾੜੀ ਗੱਲ ਹੈ ਲੇਕਿਨ ਉਹ ਕਹਿੰਦੇ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਇਹ ਚਾਕਰੀਆਂ ਚੰਗਿਆਈਆਂ ਇਹ ਹੋ ਜਾਂਦੀਆਂ ਨੇ ਅਸੀਂ ਹਰ ਬੰਦੇ ਨੂੰ ਖੁਸ਼ ਰੱਖਣਾ ਚਾਹੁੰਦੇ ਹਾਂ ਗੁਰੂ ਅਸੀਂ ਕਹਿੰਦੇ ਗੁਰੂ ਕੋੜਾ ਵੀ ਬੋਲਦਾ ਸਾਡੇ ਵਾਸਤੇ ਪਿਆ ਨਾ ਉਹ ਜੇ ਆਈ ਡੋਨਟ ਨੋ ਪੀਪਲ ਮੇ ਡਿਫਰ ਜਿਨ੍ਹਾਂ ਨੇ ਬੱਚਿਆਂ ਨੂੰ ਬਚਪਨ ਵਿੱਚ ਡਿਸਪਲਿਨ ਵਿੱਚ ਨਹੀਂ ਰੱਖਿਆ ਨਾ ਉਹਨਾਂ ਦਾ ਭੁਗਤਾਨ ਭੁਗਤਣਾ ਪੈਂਦਾ ਵੱਡੀ ਉਮਰੇ ਜਾ ਕੇ ਉਹਨਾਂ ਨੂੰ ਭੁਗਤਾਨ ਔਰ ਜਿਨ੍ਹਾਂ ਦੇ ਬੱਚੇ ਅਸੀਂ ਨਹੀਂ ਕਰੇ ਕਿ ਪਿਓ ਡਾਡਾ ਕੋਈ ਕ੍ਰਿਮੀਨਲ ਥੋੜੀ ਨਾ ਹੈ ਕਿ ਬੱਚਿਆਂ ਨੂੰ ਕੋਈ ਉਹ ਕੁੱਟਦਾ ਹੀ ਰਹਿੰਦਾ ਦਿਨ ਰਾਤ ਲੇਕਿਨ ਬੱਚਿਆਂ ਦਾ ਪ੍ਰਭਾਵ ਜਿਹੜਾ ਮਾਪਿਓ ਦੇ ਉੱਤੇ ਜਿਹੜਾ ਬੱਚਿਆਂ ਦਾ ਡਰ ਜਿਹੜਾ ਨਾ ਉਹ ਬਣਿਆ ਰਹਿਣਾ ਚਾਹੀਦਾ ਨਾਟ ਦੈਟ ਕਿ ਉਹਨਾਂ ਨੂੰ ਕੁੱਟਣਾ ਚਾਹੁੰਦਾ ਹੈ ਪਿਆਰ ਵੀ ਹੋਵੇ ਲੇਕਿਨ ਉਹਨਾਂ ਦਾ ਉਹ ਵੀ ਨਾਲ ਬਣਿਆ ਰਹੇ ਜਦੋਂ ਗੁਰੂ ਗੱਲ ਕਰਦਾ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਵੀ ਜਦੋਂ ਗੁਰੂ ਗੱਲ ਕਰਦਾ ਉਹ ਬਿਲਕੁਲ ਕਿਉਂਕਿ ਜੇ ਉਹ ਰੱਬ ਨੂੰ ਜਾਣਨ ਵਾਲਾ ਹੈ ਉਹਦੇ ਗੁਰੂ ਕਹਿੰਦੇ ਵੀ ਜਿਨ ਗੁਰੂ ਗੋਪਿਆ ਆਪਣਾ ਸੇ ਨਰ ਬੁਰਿਆਰੀ ਜਿਨ੍ਹਾਂ ਨੇ ਗੁਰਮਤਿ ਦੇ ਸਿਧਾਂਤਾਂ ਦੀ ਜਾਣਕਾਰੀ ਹੁੰਦਿਆਂ ਵੀ ਸ਼ੇਅਰ ਨਹੀਂ ਕੀਤੀ ਕਿਸੇ ਵੀ ਉਹ ਚਾਕਰੀਆਂ ਚੰਗਿਆਈਆਂ ਔਰ ਸਿਆਣਪ ਕਿਤ ਕਿਸੇ ਵੀ ਫੇਅਰ ਐਸਪੈਕਟ ਵਿੱਚ ਆ ਕੇ ਉਹ ਵੀ ਖੁਸ਼ ਹੋ ਜਾਵੇ ਮੈਂ ਵੀ ਖੁਸ਼ ਰਵਾਂ ਇਹ ਵੀ ਖੁਸ਼ ਰਵੇ ਗੁਰੂ ਕਹਿੰਦਾ ਨਹੀਂ ਉਹ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿ ਕਿਸੇ ਨੂੰ ਪਲੀਜ਼ ਆਲ ਕਰਨ ਵਾਲੇ ਗੁਰੂ ਸੂਰਮਾ ਹੈ ਉਹ ਸ਼ਰਨ ਦੇ ਦਾਤਾ ਹੈ ਜੋ ਸ਼ਰਨ ਆ ਜਾਂਦਾ ਹੈ ਨਾ ਉਹਨੂੰ ਆਪਣੀ ਗੱਲ ਵਕੜੀ ਵਿੱਚ ਲੈ ਹੀ ਲੈਂਦਾ ਸ਼ਰਨ ਕੇ ਦਾਤੇ ਬਚਨ ਕੇ ਸੂਰੇ ਉਹ ਸੂਰਮਾ ਹੈ ਉਹ ਆਪਣੇ ਜੋ ਗੁਰੂ ਜੀਵਨ ਜਾਚ ਦਿੰਦਾ ਹੈ ਨਾ ਉਹ ਜੀਵਨ ਜਾਚ ਨੂੰ ਸੁਣ ਕੇ ਕੌਨਸੀਕੁਐਂਸਿਸ ਕੀ ਨਿਕਲਣਗੇ ਨਾ ਉਹ ਸੱਚ ਬੋਲਦਾ ਹੀ ਇਜ਼ ਨਾਟ ਬੋਦਰ ਅਬਾਊਟ ਦੀ ਦੇਖੋ ਕੌਨਸੀਕੁਐਂਸਿਸ ਵੀ ਗੁਰੂ ਵਿਅਕਤੀਆਂ ਨੂੰ ਆਪਣੀ ਜਾਨ ਤੇ ਗਵਾਉਣੀ ਪਈ ਜੋ ਉਹਨਾਂ ਨੇ ਸੱਚ ਦੇ ਬਚਨ ਕਹੇ ਉਹਨਾਂ ਦੇ ਪ੍ਰਥਾਈ ਹੀ ਉਹਨਾਂ ਨੂੰ ਤੱਤੀ ਤਵੀ ਦੇ ਬਹਿਣਾ ਪਿਆ ਉਹਨਾਂ ਦੇ ਪ੍ਰਥਾਈ ਹੀ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਜਿਹੜਾ ਵੀ ਉਹ ਸ਼ਹੀਦ ਕੀਤੇ ਗਏ ਲੇਕਿਨ ਉਹ ਬਚਨ ਦੇ ਸੂਰੇ ਨੇ ਜੋ ਕਹਿੰਦੇ ਨੇ ਨਾ ਉਹ ਸੂਰਮੇ ਹਰ ਬਚਨ ਕਹਿੰਦੇ ਨੇ ਉਹ ਕਿਸੇ ਤੋਂ ਡਰਦੇ ਕਿਸੇ ਰੱਬ ਦੀ ਗੱਲ ਲੁਕਾਉਂਦੇ ਨਹੀਂ ਉਹ ਬਿਲਕੁਲ ਬਚਨ ਕੇ ਸੂਰੇ ਕਹਿੰਦੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਇੱਥੇ ਕਿਉਂਕਿ
राम हम सतगुर पार ब्रह्म कर माने, सतगुर परमेश्वर मेरा, मैनू गुरु रब स्वरूप ऐसा मिलिया है। गल सारी इत्थे गुरु दी चलदी पई, मैनू ऐसा रब स्वरूप गुरु मिल गया, ऐसा प्रभ मिलिया सुख दाता विछड़ ना कत ही जासा है। भी ਉਹ ਹੁਣ ਮੈਂ ਇੱਕ ਉਹ ਸ਼ਬਦ ਆਂਦਾ ਕਹਿੰਦਾ ਵੀ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਕਹਿੰਦਾ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ, ਮੇਰਾ ਪਿਆਰ ਗੁਰੂ ਨਾਲ ਰੱਬ ਨਾਲ ਕਿਤੇ ਘਟ ਨਾ ਜਾਵੇ। ਮੈਂ ਤੇ ਬੜੀ ਬੜੀ ਮਹਿੰਗਾ, ਮੈਂ ਆਪਣਾ ਜੀ ਦੇ ਕੇ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਮੈਂ ਤੇ ਆਪਣਾ ਮਨ ਗੁਰੂ ਨੂੰ ਅਰਪਣ ਕਰਕੇ ਗੁਰੂ ਕੋਲੋਂ ਇਹ ਪ੍ਰੀਤ ਲਿੱਤੀ ਹੈ। ਕਹਿੰਦਾ ਮੇਰਾ ਪਿਆਰ ਕਿਤੇ ਘਟ ਨਾ ਜਾਏ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਮੈਂ ਇਨ ਰਿਟਰਨ ਕੀ ਦਿੱਤਾ ਹੈ? ਆਪਣਾ ਜੀ, ਆਪਣਾ ਮਨ ਜਿਹੜਾ ਨਾ ਗੁਰੂ ਨੂੰ ਅਰਪਣ ਕੀਤਾ ਹੋਇਆ। ਐਸਾ ਪ੍ਰਭ ਮਿਲਿਆ ਸੁਖਦਾਤਾ, ਮੈਨੂੰ ਐਸਾ ਪ੍ਰਭ ਮਿਲ ਗਿਆ। ਚੋਰ ਗੁਰੂ ਵੀ ਫਿਰ ਸਾਥ ਨਿਭਾਉਂਦਾ ਹੈ। ਉਹ ਕਹਿੰਦਾ ਵੀ ਸਖੀ ਵਾਸੇ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਗਲੀ ਭਗਵਤ ਤੇ। ਉਹ ਮਾਲਕ ਵੀ ਤੂੰ ਬਸ ਤੂੰ ਉਹਦਾ ਬਣਿਆ ਰਹਿ। ਉਹ ਮਾਲਕ ਤੇਰੇ ਜ਼ਿੰਦਗੀ ਦੇ ਸਾਰੇ ਕਾਰਜ ਜਿਹੜਾ ਨਾ ਉਹ ਸਵਾਰਦਾ। ਉਹ ਸ਼ਰਨ ਦਾ ਦਾਤਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਣਾ ਸਕਦਾ। ਹਾਂਜੀ ਧੰਨਵਾਦ ਵੀਰ ਜੀ, ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਖੋਲ ਰਹੇ ਹੋ ਸ਼ਬਦ ਨੂੰ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ। ਹੋ ਬਲਿਹਾਰੀ ਸਤਿਗੁਰ ਪੂਰੇ, ਸਰਨ ਕੇ ਦਾਤੇ ਬਚਨ ਕੇ ਸੂਰੇ। ਉਹ ਜਿਹੜਾ ਪਿਛਲੇ ਵੇਲਾ ਮਨ ਸੀ, ਜਿਹੜਾ ਇੱਕ ਦੇ ਨਾਲ ਪੂਰੀ ਤਰ੍ਹਾਂ ਸਾਂਝ ਪਾ ਗਿਆ, ਆਨੰਦ ਵਿੱਚ ਸੀ, ਹੁਣ ਉਹੀ ਮਨ ਕਹਿੰਦਾ ਕਿ ਮੈਂ ਬਲਿਹਾਰ ਜਾਂਦਾ, ਸਦਕੇ ਜਾਂਦਾ ਵਾਂ। ਤਿੰਨ ਚੀਜ਼ਾਂ, ਸਤਿਗੁਰ ਪੂਰੇ, ਸਰਨ ਕੇ ਦਾਤੇ, ਬਚਨ ਕੇ ਸੂਰੇ। ਉਹ ਬਲਿਹਾਰ ਜਾਂਦਾ ਉਸ ਸਤਿਗੁਰ ਪੂਰੇ, ਕਿਉਂਕਿ ਨਾਓ ਹੀ ਇਜ਼ ਐਕਸਪੀਰੀਐਂਸਿੰਗ। ਉਹ ਐਕਸਪੀਰੀਐਂਸ ਕੀ ਕਰੇ? ਉਸ ਸਤਿਗੁਰ ਪੂਰੇ ਜੋ ਹੂ ਇਜ਼ ਅ ਕੰਪਲੀਟ, ਹੂ ਇਜ਼ ਅ ਹੋਲ। ਪੂਰੀ ਜ਼ਿੰਦਗੀ ਮਨ ਅਧੂਰਿਆਂ ਦੇ ਨਾਲ ਹੀ ਸਾਂਝ ਪਾਈ। ਹੁਣ ਇਸਨੇ ਸਾਂਝ ਪਾਈ ਹੈ ਸਤਿਗੁਰ ਪੂਰੇ, ਜੋ ਹੂ ਇਜ਼ ਅ ਕੰਪਲੀਟ, ਉਹਦੇ ਸਦਕੇ ਜਾਂਦਾ ਹੈ। ਨਾਲ ਸਰਨ ਕੇ ਦਾਤੇ, ਜਦੋਂ ਵੀ ਕੋਈ ਕਿਸੇ ਦੇ ਸਰਨ ਵਿੱਚ ਆਉਂਦਾ ਹੈ ਤਾਂ ਇਨਸਾਨ ਜਿਹੜਾ ਹੈ ਉਸਦਾ ਖਾਣ ਪੀਣ, ਉਸਨੂੰ ਹਰ ਚੀਜ਼ ਤੋਂ ਬਚਾ ਕੇ ਰੱਖਦਾ, ਕਿਉਂਕਿ ਉਹਦੇ ਸਰਨ ਵਿੱਚ ਆ ਗਿਆ। ਹੁਣ ਇਹ ਮਨ ਕਿਸ ਨੂੰ ਸੰਬੋਧਨ ਕਰੇ? ਕਿਉਂਕਿ ਉਸਨੂੰ ਐਕਸਪੀਰੀਅੰਸ ਹੋ ਰਿਹਾ ਹੈ, ਤਾਂ ਉਹ ਦੇਖ ਰਿਹਾ ਕਿ ਉਹ ਸਰਨ ਕੇ ਦਾਤੇ ਜਦੋਂ ਉਸਦੇ ਗੁਣਾਂ ਦੇ, ਉਸਦੇ ਹੁਕਮ, ਉਸਦੇ ਵਿਚਾਰਾਂ ਦੇ ਆ ਕੇ ਪੂਰੀ ਤਾਂ ਮਿਲਾਪ ਹੋ ਗਿਆ, ਤਾਂ ਕਹਿੰਦਾ ਕਿ ਉਹ ਹੁਣ ਮੈਨੂੰ ਹਰ ਜਗ੍ਹਾ ਤੋਂ ਬਚਾਉਂਦਾ ਹੈ, ਕਿਉਂਕਿ ਉਹ ਸਰਨ ਕੇ ਦਾਤਾ ਹੈ। ਕੌਣ? ਉਸਦੇ ਗੁਣ, ਉਸਦੇ ਵਿਚਾਰ, from all the vices, he protects them from all the vices। ਬਚਨ ਕੇ ਸੂਰੇ, ਉਸਦਾ ਹੁਕਮ, ਉਸਦਾ ਉਪਦੇਸ਼ ਦੋ ਅਟਲ ਹੈ। they are like the warriors, ਸੂਰਮੇ ਹਨ। ਔਰ ਕਿਸ ਚੀਜ਼ ਤੋਂ ਬਚਾਉਂਦਾ ਹੈ? ਹਮਲਾ ਕਰਦਾ ਹੈ with the ਕਹਿੰਦੇ ਨਾ ਕਿ ਗਲਤ ਵਿਚਾਰਾਂ ਤੋਂ, ਆਪਣੇ ਵਾਈਸਸ ਤੋਂ। ਇਹ ਜਿਤਨੇ ਵੀ ਬਚਨ ਹਨ, ਉਸਦੇ ਹੁਕਮ ਉਪਦੇਸ਼ ਹਨ, they are like the warriors। ਹੁਣ ਉਹ ਕਹਿੰਦੇ ਮੈਂ ਸਦਕੇ ਜਾਂਦਾ ਇਹਨਾਂ ਚੀਜ਼ਾਂ ਤੋਂ, ਔਰ ਇਹੀ ਜਿਹੜੀ ਚੀਜ਼ ਜੋ ਇੱਕ ਦਾ ਹੈ, ਉਹ ਮੈਨੂੰ ਸਾਰਾ ਸੁੱਖ ਦੇ ਰਿਹਾ ਹੈ। ਐਸਾ ਪ੍ਰਭ ਮਿਲਿਆ ਸੁਖਦਾਤਾ। ਮੈਨੂੰ ਕੀ ਪ੍ਰਾਪਤ ਹੋਇਆ? ਉਹ ਇੱਕ ਜਿਹੜਾ ਸੁੱਖਾਂ ਦਾ ਦਾਤਾ ਹੈ। ਔਰ ਇਹੀ ਜਿਹੜਾ ਹੈ ਉਹ ਫਿਰ ਅਰਦਾਸ ਕਰਦਾ ਕਿ ਮੈਂ ਇਸ ਤੋਂ ਕਦੀ ਵੀ ਨਾ ਵਿਛੜਾ, ਬਿਕੋਜ਼ ਹੀ ਇਜ਼ ਐਕਸਪੀਰੀਐਂਸਿੰਗ ਇਟ ਨਾਓ। ਹਾਂਜੀ, ਵੈਲ ਸੈਡ ਭੂਆ ਜੀ। ਪਹਿਲੇ ਅਧੂਰਿਆਂ ਦੀ ਸ਼ਰਨ ਵਿੱਚ ਪਏ ਰਹਿੰਦੇ ਸੀ, ਹੁਣ ਸਤਿਗੁਰ ਪੂਰੇ ਦੀ ਸ਼ਰਨ ਮਿਲ ਗਈ ਹੈ। ਧੰਨਵਾਦ ਆਪ ਜੀ ਦਾ। ਅੱਜ ਆਖਰੀ ਪਦੇ ਦਾ ਵੀ ਅੱਜ ਅਸੀਂ ਪਾਠ ਕਰ ਲਈਏ, ਫਿਰ ਸੋਲੇ ਦੀ ਸਮਾਪਤੀ ਹੈ। ਗੁਣ ਨਿਧਾਨ ਕਿਛ ਕੀਮ ਨਾ ਪਾਈ, ਘਟ ਘਟ ਪੂਰ ਰਹਿਓ ਸਭ ਠਾਈ। ਨਾਨਕ ਸ਼ਰਨ ਦੀਨ ਦੁਖ ਭੰਜਨ, ਹਉ ਰੇਣ ਤੇਰੇ ਜੋ ਦਾਸਾ ਹੈ। ਗੁਣ ਨਿਧਾਨ, ਇਹ ਗੁਣਾ ਦੇ ਖਜ਼ਾਨੇ। ਗੁਣ ਨਾਣਾ ਮੁਕਤਾ ਹੈ, ਨਿਧਾਨ ਵੀ ਨੰਨਾ ਮੁਕਤਾ ਹੈ। ਬਹੁਵਚਨ ਰੂਪ ਵਿੱਚ ਆਏ ਦੋਨੋਂ। ਗੁਣਾ ਦੇ ਖਜ਼ਾਨੇ, हे परमात्मा किच कीम ना पाई, तेरी कीमत नहीं पाई जा सकती। किच कीम ना पाई, कीमत अक्कर भी पहला भी कई बारी आ चुका है। कुछ ਅਸੀਂ ਇੰਝ ਸਮਝੀਏ, ਸੰਸਾਰ ਦੀ ਕੋਈ ਵੀ ਵਸਤੂ ਅਸੀਂ ਖਰੀਦਣੀ ਹੋਏ ਨਾ, ਅਸੀਂ ਉਸਦੀ ਕੀਮਤ ਪਾਉਂਦੇ ਹਾਂ ਤੇ ਉਹਨੂੰ ਅਸੀਂ ਖਰੀਦ ਸਕਦੇ ਹਾਂ। ਪਰ ਉਸ परमात्मा ਦੀ ਕੀ ਕੀਮਤ ਲਗਾਈ ਹੈ? ਉਹ ਬੇਸ਼ਕੀਮਤੀ ਹੈ, ਅਮੋਲਕ ਹੈ। परमात्मा ਦਾ ਨਾਮ
ਤੇ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਉਸ ਪਰਮਾਤਮਾ ਦੀ। ਅਸੀਂ ਸੋਚੀਏ ਅਸੀਂ ਕਿਸ ਤਰੀਕੇ ਦੇ ਨਾਲ ਕੀਮਤ ਪਾਉਂਦੇ ਹਾਂ, ਭਾਵੇਂ ਧਨ ਦੌਲਤ ਦੇ ਰਾਹੀਂ ਜਾਂ ਹੋਰ ਕਈ ਤਰੀਕੇ ਹਨ, ਵਸੀਲੇ ਹਨ। ਭਾਵੇਂ ਅਸੀਂ ਕਈ ਵਾਰੀ ਚਲੀਏ ਸੁੱਖਣ ਲੱਗ ਪੈਂਦੇ ਹਾਂ, ਜਾਂ ਅਸੀਂ ਗਿਣ ਕੇ ਪਾਠ ਕਰਨ ਲੱਗ ਪੈਂਦੇ ਹਾਂ, ਜਾਂ ਅਸੀਂ ਈਵਨ ਸੀਸ ਵੀ ਭੇਂਟ ਕਰ ਦਈਏ, ਤੇ ਉਸਦੀ ਕੀਮਤ ਨਹੀਂ ਪਾਈ ਜਾ ਸਕਦੀ। ਗੁਣ ਨਿਦਾਨ ਕਿਛ ਕੀਮ ਨਾ ਪਾਈ, ਘਟ ਘਟ ਪੂਰ ਰਹਿਓ ਸਭ ਠਾਈ। ਉਹ ਪਰਮਾਤਮਾ ਹਰ ਘਟ ਵਿੱਚ ਪੂਰ ਰਹਿਓ, ਚੰਗੀ ਤਰ੍ਹਾਂ ਸਮਾਇਆ ਹੋਇਆ ਹੈ। ਹਰ ਪਾਸੇ ਪਰਮਾਤਮਾ ਵਸ ਰਿਹਾ, ਘਟ ਘਟ ਪੂਰ ਰਹਿਓ ਸਭ ਠਾਈ। ਨਾਨਕ ਸ਼ਰਨ ਦੀਨ ਦੁਖ ਭੰਜਨ। ਹੈ ਨਾਨਕ, ਐਸੇ ਦੀਨਾਂ ਦੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲੇ ਦੀ ਸ਼ਰਨ ਵਿੱਚ ਪਈਏ। ਤੇ ਗੁਰੂ ਨਾਨਕ ਸਾਹਿਬ ਇੰਝ ਸਮਝੀਏ, ਹਉ ਰੇਣ ਤੇਰੇ ਜੋ ਦਾਸਾਂ ਹੈ। ਕਹਿੰਦੇ ਮੈਂ ਤੇਰੇ ਜਿਹੜੇ ਦਾਸ ਆ ਨਾ, ਉਹਨਾਂ ਦੀ ਵੀ ਮੈਂ ਚਰਨ ਧੂੜ ਬਣ ਜਾਵਾਂ। ਐਸੀ ਮਾਨੋ ਮਨ ਦੇ ਵਿੱਚੋਂ ਅਰਦਾਸ ਹੈ। ਇਹ ਨਿਮਰਤਾ ਵਿੱਚ ਬਿਲਕੁਲ ਆ ਕੇ ਗੁਰੂ ਸਾਹਿਬ ਆਪਣੇ ਤੇ ਟੁਕਾ ਕੇ ਸਾਨੂੰ ਸਮਝਾਣਾ ਕਰ ਰਹੇ ਹਨ ਕਿ ਅਸੀਂ ਬਿਲਕੁਲ ਰੇਣ ਬਣ ਜਾਈਏ, ਭਾਵ ਬਿਲਕੁਲ ਨਿਮਰਤਾ ਵਿੱਚ ਰਹੀਏ। ਨਾਨਕ ਸ਼ਰਨ ਦੀਨ ਦੁਖ ਭੰਜਨ, ਹਉ ਰੇਣ ਤੇਰੇ ਜੋ ਦਾਸਾ ਹੈ। ਜੀ ਇਕਬਾਲ ਵੀਰ ਜੀ। ਜੀ शब्द है गुण निधान किस कीम ना पाई। ये संबोध की वर्ड है। ये गुणा दे खजाने। संबोध की जो संबोध की शब्द आते जिहड़ा ग्राउंड बड़ा चक हो जाता है, जां संबंधक आवे तां भी चक हो जाता है, जां बहुवचन आवे तां भी चक हो जाता है। ते एक आखिरी जे इस्त्री लिंग होवे तां भी औंकड़ जिहड़ा ਉਹ ਚੱਕ ਹੋ ਜਾਂਦਾ। ਹੁਣ ਇੱਥੇ ਸੰਬੋਧ ਕੀ ਸ਼ਬਦ ਹੈ, ਹੇ ਗੁਣਾ ਦੇ ਖਜ਼ਾਨੇ ਪ੍ਰਭੂ ਜੀ ਕਿਛ ਕੀਮ ਨਾ ਪਾਈ। ਮੈਂ ਜੀਵ ਨੇ ਤੇਰੀ ਕੀ ਕੀਮਤ ਨਹੀਂ ਪਾ ਸਕਦਾ। ਕਿਉਂ? ਕਿਉਂਕਿ ਉਹ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਦਾ ਅੰਤ ਨਹੀਂ ਪਾਇਆ ਜਾਵੇ ਉਸ ਦੀ ਕੀਮਤ ਵੀ ਨਹੀਂ ਪੈ ਸਕਦੀ। ਘਟ ਘਟ ਪੂਰ ਰਹਿਓ, ਪੂਰ ਭਾਵ ਰਮਿਆ ਹੋਇਆ, ਸਮਾਇਆ ਹੋਇਆ। ਉਹ ਹਰ ਹਿਰਦੇ ਘਰ ਵਿੱਚ ਸਮਾਇਆ ਹੋਇਆ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ, ਦ੍ਰਿਸ਼ਟਮਾਨ ਤੋਂ ਲੈ ਕੇ ਅਦ੍ਰਿਸ਼ਟ ਤੱਕ ਵੀ ਉਹ ਹਰ ਪਾਸੇ ਸਭ ਠਾਈ, ਭਾਵ ਹਰ ਪਾਸੇ ਜਰੇ ਜਰੇ ਚ ਪੱਤੇ ਪੱਤੇ ਉਹ ਪੂਰੇ ਆਮਿਆ ਹੋਇਆ, ਸਮਾਇਆ ਹੋਇਆ। ਉਹ ਸਭ ਥਾਈ ਹੈ, ਵਿਆਪਕ ਹੈ। ਨਾਨਕ ਸ਼ਰਨ ਦੀਨ ਦੁਖ ਭੰਜਨ। ਇਹ ਨਾਨਕ ਆਖ ਕੇ ਦੀਨਾਂ ਦੇ ਦੁੱਖ ਨਾਸ਼ ਕਰਨ ਵਾਲਾ, ਉਹਨੂੰ ਕਹਿੰਦੇ ਦੀਨ ਦੁੱਖ ਭੰਜਨ। ਜਿਹੜਾ ਦੀਨਾਂ ਦੇ ਦੁੱਖ ਨਾਸ਼ ਕਰਨ ਵਾਲਾ ਹੋਵੇ ਉਹਨੂੰ ਦੀਨ ਦੁੱਖ ਭੰਜਨ ਕਹਿੰਦੇ ਆ। ਇਹ ਸੰਬੋਧ ਕੀ ਹੈ? ਇਹ ਦੀਨਾਂ ਦੇ ਦੁੱਖ ਨਾਸ਼ ਕਰਨ ਵਾਲੇ ਪ੍ਰਭੂ ਪਰਮਾਤਮਾ ਜੀ। ਦੀਨ ਦੁੱਖ ਭੰਜਨ ਹਉ ਰੇਣ, ਮੈਂ ਤੇਰੀ ਸ਼ਰਨ ਆਇਆ। ਕਿਉਂਕਿ ਤੂੰ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਹੈ ਤੇ ਮੈਂ ਵੀ ਦੀਨ ਹਾਂ, ਇਸ ਕਰਕੇ ਮੈਂ ਤੇਰੀ ਸ਼ਰਨ ਆਇਆ ਹਾਂ। ਹਉ ਰੇਣ ਤੇਰੇ ਜੋ ਦਾਸਾਂ ਹੈ, ਮੈਂ ਉਹਨਾਂ ਦੀ ਹਾਂ ਜੋ ਤੇਰੇ ਦਾਸ ਹਨ। ਮੈਂ ਹੁਣ ਤੇਰੇ ਦਾਸਾਂ ਦੀ ਸ਼ਰਨ ਚ ਆਇਆ, ਭਾਵ ਦਾਸਾਂ ਦੇ ਦਾਸ ਬਣਨਾ ਚਾਹੁੰਦਾ, ਉਹਨਾਂ ਦੇ ਚਰਨਾਂ ਦੀ ਧੂੜ ਬਣਨਾ ਚਾਹੁੰਦਾ, ਉਹਨਾਂ ਦੇ ਸਤ ਸੰਗਤ ਨੂੰ ਲੋਚਦਾ, ਧੂੜੀ ਨੂੰ ਲੋਚਦਾ, ਭਾਵ ਜਿੱਥੇ ਉਹ ਬੈਠ ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹੋਣ, ਮੈਂ ਉਸ ਸਤ ਸੰਗਤ ਵਿੱਚ ਜੁੜਨਾ ਚਾਹੁੰਦਾ ਹਾਂ, ਉਸ ਦੀ ਧੂੜ ਬਣਿਆ ਰਹਾਂ। ਜੋ ਤੇਰੇ ਦਾਸ ਹਨ, ਭਾਵ ਜੋ ਤੇਰੇ ਗੁਣਾਂ ਨੂੰ ਗਾਉਂਦੇ ਹਨ, ਮੈਂ ਵੀ ਉਹਨਾਂ ਦੇ ਨਾਲ ਇਕਮਿਕ ਹੋ ਕੇ, ਸ਼ਰਨ ਪੈ ਕੇ, ਵਿੱਚ ਜੁੜ ਕੇ, ਸਤ ਸੰਗਤ ਵਿੱਚ ਜੁੜ ਕੇ ਤੇਰੇ ਗੁਣਾਂ ਨੂੰ ਧਾਰਨ ਕਰ ਸਕਾਂ। ਇਸ ਕਰਕੇ ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਸਤ ਸੰਗਤ ਨੂੰ ਲੋਚਦਾ ਬਣਿਆ ਰਹਾ। ਨਾਨਕ ਸ਼ਰਨ ਦੀਨ ਦੁੱਖ ਭੰਜਨ। ਹੈ ਦੀਨਾਂ ਦੁਖੀਆਂ ਦੇ ਦਰਦ ਦੂਰ ਕਰਨ ਵਾਲੇ ਪ੍ਰਮਾਤਮਾ ਜੀ, ਮੈਂ ਤੇਰੇ ਦਾਸਾਂ ਦੀ ਰੇਣ ਸ਼ਰਨ ਧੂੜ ਲੋਚਦਾ ਹਾਂ, ਮੰਗਦਾ ਹਾਂ, ਜਾਂ ਮੈਂ ਤੇਰੇ ਦਾਸਾਂ ਦੀ ਸਤ ਸੰਗਤ ਵਿੱਚ ਜੁੜਿਆ ਰਹਾ। ਇਹ ਬੇਨਤੀ ਹੈ ਜੀ। ਸੰਬੋਧ ਕੀ ਸ਼ਬਦ ਹਨ ਜੀ। ਸੰਬੋਧ ਕੀ ਸ਼ਬਦ ਹਨ, ਅੱਛੇ ਪਾਸੇ ਧਿਆਨ ਦਿਵਾਇਆ ਆਪ ਜੀ ਨੇ। ਹਾਂ, ਧੰਨਵਾਦ ਆਪ ਜੀ ਦਾ। ਅਸੀਂ ਇੱਕ ਹੋਰ ਪਾਸੇ ਧਿਆਨ ਦਈਏ ਨਾ। ਹਾਂ,
ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਹਨ ਪੂਰੇ ਸ਼ਬਦ ਵੱਲ ਅਸੀਂ ਧਿਆਨ ਦਈਏ, ਜਿਸ ਸਿਰ ਪਾਉ ਪਿਆ ਗਲ ਖਾਸਾ ਹੈ, ਵਿਛੜ ਨਾ ਕਤ ਹੀ ਜਾਸਾ ਹੈ, ਹਉ ਰੇਣ ਤੇਰੇ ਜੋ ਦਾਸਾ ਹੈ। ਪੋਇਟਰੀ ਵੀ ਵਿਚਕਾਰ ਆ ਰਹੀ ਹੈ, ਪਰ ਇਹ ਪੋਇਟਰੀ ਨਹੀਂ ਹੈ। ਪੋਇਟਰੀ ਹੁੰਦੇ ਹੋਏ ਵੀ ਗੁਰੂ ਸਾਹਿਬ ਜਿਹੜੇ ਹਨ ਪੂਰੇ ਸਿਧਾਂਤ ਦੇ ਨਾਲ ਜੋੜਨਾ ਕਰ ਰਹੇ ਹਨ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ। ਇੱਥੇ ਅਸੀਂ ਕਹਿੰਦੇ ਵੀ ਗੁਣ ਨਿਧਾਨ ਕਿਚ ਕੀਮ ਨਾ ਪਾਈ, ਉਸ ਪਰਮਾਤਮਾ ਦੇ ਬਾਰੇ ਜਦੋਂ ਗੁਰੂ ਸਾਹਿਬ ਗੱਲ ਪਏ ਕਰਦੇ ਕਿ ਹਬ ਗੁਣ ਤੈਂਡੇ ਨਾਨਕ ਜੀ, ਮੈਂ ਕੂ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ, ਮੇਰੇ ਵਿੱਚ ਕੋਈ ਗੁਣ ਨਹੀਂ, ਵੀ ਮੇਰੇ ਵਿੱਚੋਂ ਤੂੰ ਗੁਣਾਂ ਦਾ ਖਜ਼ਾਨਾ ਹੈ, ਹਰ ਗੁਣ ਤੇਰੇ ਕੋਲ ਹੈ, ਤੂੰ ਤੇਰੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ, ਤੂੰ ਕਿਤਨਾ ਵੱਡਾ ਹੈ ਨਾ। ਉਹ ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮਾਏ, ਰੱਬ ਕਿਤਨਾ ਵੱਡਾ ਹੈ, ਕਹਿੰਦੇ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਅੰਤ ਕਾਰਨ केते बिल लाहे, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ। ਗੁਰੂ ਸਾਨੂੰ ਅਸੀਂ ਜਿਸ ਨੂੰ ਰੱਬ ਕਹਿੰਦੇ ਆ, ਅਸੀਂ ਕਿਉਂਕਿ ਸੰਸਾਰ ਵਿੱਚ ਹਜੇ ਵੀ ਅਸੀਂ ਦੇਖਾਂਗੇ ਸਾਡੇ ਆਪਸ ਭੁਲੇਖਾ ਹੋਈ ਹੈ, ਕਬੀਰ ਪਾਹਨ ਪਰਮੇਸ਼ਰ ਕੀਆ, ਵੱਡੀ ਗਿਣਤੀ ਵਿੱਚ ਰੱਬ ਨੂੰ ਪੱਥਰ ਸਮਝ ਕੇ ਪੂਜਿਆ ਜਾ ਰਿਹਾ। ਸਾਡੇ ਵਿੱਚ ਵੀ ਅਸੀਂ ਪੂਜਾ ਸ਼ੁਰੂ ਕਰ ਦਿੱਤੀ, ਅਸੀਂ ਉਹ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਨੇ ਪਏ ਆ, ਥੜਿਆਂ ਤੇ ਵੀ ਮੱਥਾ ਟੇਕਣੇ ਪਏ ਆ, ਵੀ ਉਹ ਗੁਰੂ ਤੈਨੂੰ ਉਹ ਭਰੋਸਾ ਦਿਵਾ ਜਾਂਦੇ ਨੇ ਵੀ ਉਹ ਕੀਮ ਨਾ ਪਾਈ। ਉਸ ਰੱਬ ਦੀ ਕੀਮਤ ਜਿਹੜੀ ਹੈ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਘਾਟ ਘਾਟ ਪੂਰ ਰਹੋ ਸਭ ਥਾਈਂ, ਤੈਨੂੰ ਯਕੀਨ ਹੋਏ ਕਿ ਉਹ ਰੱਬ ਕੈਸਾ ਹੈ, ਕਿ ਕਿਸੇ ਪੱਥਰ ਵਿੱਚੋਂ ਉਹ ਕਿਸੇ ਪੱਥਰ ਨੂੰ ਰੱਬ ਕਹਿ ਸਕਦਾ ਹੈ, ਉਸ ਪੱਥਰ ਵਿੱਚ ਸਮਾ ਸਕਦਾ। ਉਹ ਰੱਬ ਤੇ ਕੈਸਾ ਹੈ ਜੋ ਕਹਿੰਦਾ ਹਰ ਇੱਕ, ਕਹਿੰਦੇ ਘਟ ਘਟ ਮੈਂ ਹਰ ਜੂ ਬਸੈ, ਕੀਟ ਹਸਤ ਮੈਂ ਪੂਰ ਸਮਾਨ। ਇਕਬਾਲ ਵੀਰ ਜੀ ਹੋਰ ਇੱਕ ਸਟੈਪ ਅੱਗੇ ਜਾ ਕੇ ਕਹਿੰਦੇ ਵੀ ਦ੍ਰਿਸ਼ਟਮਾਨ ਔਰ ਅਦ੍ਰਿਸ਼ਟਮਾਨ ਦੋਨਾਂ ਵਿੱਚ ਵੀ ਤੂੰ ਹੈ। ਕਈ ਉਹਨਾਂ ਦੇ ਥਾਂ ਥਨੰਤਰ ਵੀ ਹਰ ਸਪੇਸ ਦੇ ਅੰਦਰ ਇੰਟਰ ਸਪੇਸਿਸ ਵੀ ਤੂੰ ਹੈ। ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਕੋਈ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀ। ਕੋਈ ਗੁਰੂ ਨੇ ਸਾਨੂੰ ਕਲੈਰਿਟੀ ਆਫ ਗੁਰੂ ਜੀ ਨੂੰ ਸਾਨੂੰ ਜਿਹਨੂੰ ਕਹਿ ਰਿਹਾ ਵੀ ਤੂੰ ਕਿਤੇ ਲੜ ਲੱਗ, ਉਹ ਉਸ ਰੱਬ ਦੇ ਬਾਰੇ ਸਾਨੂੰ ਕੋਈ ਕਲੈਰਿਟੀ ਤੇ ਹੋਵੇ। ਜਿਹੜੀ ਬਹੁਤਾਤ ਦੁਨੀਆ ਜਿਹੜੀ ਕਰਦੀ ਪਈ ਹੈ, ਜਿਹੜੀ ਉਹ ਕਹਿ ਲਓ ਵੀ ਕੁਝ ਪੱਥਰਾਂ ਨੂੰ ਪੂਜਦੇ ਪਏ ਨੇ, ਕੁਝ ਸ੍ਰਿਸ਼ਟੀ ਨੂੰ ਪੂਜਦੇ ਪਏ ਨੇ, ਵੀ ਉਹਨਾਂ ਨੇ ਸੂਰਜ ਦੇਵਤਾ ਨੂੰ ਨਮਸਕਾਰ ਕਰਨੀ ਹੈ, ਉਹਨਾਂ ਨੇ ਵੀ ਇੰਦਰ ਦੇਵਤਾ ਵੀ ਬਰਸਾਤ ਨਾ ਆਈ ਤੇ ਚਲੋ ਜੀ ਇੰਦਰ ਦੇਵਤਾ ਦੀ ਪੂਜਾ ਕਰਾਂਗੇ। ਫਿਰ ਉਹ ਪੰਡਤਾਂ ਨੂੰ ਉਹ ਭਾਂਡਿਆਂ ਵਿੱਚ ਉਹ ਵੱਡੇ ਵੱਡੇ ਉਹਨਾਂ ਚ ਪਾ ਕੇ ਤੇ ਫਿਰ ਉਹ ਗੁਰੂ ਕਹਿੰਦਾ ਕਿਆ ਉਠ ਉਠ ਦੇਖੋ ਬਪੜੇ, ਕਹਿੰਦਾ ਇਸ ਮੇਗੇ ਹੱਥ ਕਿਛ ਨਾ ਹੈ, ਇਹਦੇ ਆਪਣੇ ਹੱਕ ਨੇ ਭੈ ਵਿੱਚ ਇੰਦਰ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਇਹ ਤੂੰ ਇੰਦਰ ਦੇਵਤਾ ਇਹ ਤੇ ਸਭ ਉਸ ਮਾਲਕ ਦੀ ਕਾਰ ਕਮਾਉਂਦੇ ਨੇ। ਗੁਰੂ ਸਾਨੂੰ ਰੱਬ ਦੀ ਨਾ ਵੀ ਉਹ ਘਟ ਘਟ ਪੂਰ ਰਹੋ। ਅੱਛਾ ਉਹ ਕਹਿੰਦੇ ਵੀ ਸਹਿਜ ਘਟਾਵੇਂ ਏਕ ਆਕਾਸ਼, ਘਟ ਫੂਟੇ ਤਾਂ ਉਹੀ ਪ੍ਰਕਾਸ਼, ਜੇ 1000 ਭਾਂਡੇ ਰੱਖ ਦਿੱਤੇ ਜਾਣ ਬਾਹਰ ਖੁੱਲੇ ਮੂੰਹ ਵਾਲੇ, ਅੰਡਰ ਦੀ ਡਾਇਰੈਕਟ ਸਨ। ਅਸੀਂ ਪਹਿਲਾਂ ਵੀ ਇਹ ਦ੍ਰਿਸ਼ਟਾਂਤ ਇੱਕ ਵਾਰ ਸ਼ੇਅਰ ਕੀਤਾ ਸੀ ਵੀ ਉਹਨਾਂ ਸਾਰਿਆਂ ਵਿੱਚ ਤੁਹਾਨੂੰ ਉਹ ਸੂਰਜ ਦੀ ਕਿਰਨ ਨਜ਼ਰ ਆਏਗੀ, ਤੁਹਾਨੂੰ ਅੰਦਰ ਸੂਰਜ ਨਜ਼ਰ ਆਏਗਾ। ਕਹਿੰਦੇ ਲੇਕਿਨ ਜੇ ਉਹ ਭਾਂਡਾ ਫੁੱਟ ਜਾਏਗਾ ਤੇ ਉਹ ਰੱਬ ਉਤਨਾ ਪਰਸੈਂਟ ਘੱਟ ਹੋ ਗਿਆ। ਕਹਿੰਦਾ ਘੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਭੇ ਨਾ ਹੋਈ। ਹਰ ਇੱਕ ਘਟ ਵਿੱਚ ਉਹ ਪ੍ਰਮਾਤਮਾ ਹੀ ਬੈਠਿਆ ਹੋਇਆ, ਨਿਮਸੈ ਸੋਈ, ਨਿਮਿਆ ਹੋਇਆ ਟਿਕਿਆ ਹੋਇਆ ਰਹਿੰਦਾ ਹੈ, ਉਹਦਾ ਟਿਕਾਣਾ ਹੈ। ਕਹਿੰਦਾ ਲੇਕਿਨ ਘਟ ਫੂਟ ਹੈ, ਜੇ ਉਹ ਸਰੀਰ ਰੂਪੀ ਭਾਂਡਾ ਖਤਮ ਹੋ ਜਾਵੇ, ਘਟ ਫੂਟ ਹੈ। ਕਹਿੰਦੇ ਘਟ ਕਭੇ ਨਾ ਹੋਈ, ਉਹ ਘਟਦਾ ਨਹੀਂ। ਹੁਣ ਜੇ ਅੱਜ ਕਹਿ ਲਓ ਵੀ ਇਤਨੇ ਜੀਵ ਨੇ, ਅੱਧੇ ਜੀਵ ਮਾਰ ਕੇ ਰੱਬ ਕੋਈ ਘਟ ਹੋ ਜਾਏਗਾ? ਨਹੀਂ, ਉਹ ਰਹਿੰਦਾ ਸਾਰਿਆਂ ਵਿੱਚ ਹੈ। ਘਟ ਘਟ ਪੂਰ ਰਹੋ ਸਭ ਠਾਈ, ਨਾਨਕ ਸ਼ਰਨ ਦੀਨ ਦੁਖ ਭੰਜਨ। ਮੈਂ ਉਸ ਪਰਮਾਤਮਾ ਦੀ ਸ਼ਰਨ ਜਿਹੜਾ ਹੈ ਨਾ, ਉਹਦੇ ਸ਼ਰਨਾਂ ਦਾ ਮਤਲਬ ਇਹ ਹੈ ਕਿ ਉਹ ਰੱਬ ਨੇ ਜਦੋਂ ਗੱਲ ਕਰਨੀ ਨਾ, ਉਹਨੇ ਕਰਨੀ ਗੁਰੂ ਦੇ ਰਾਹੀਂ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ। ਰੱਬ ਨੇ ਉਹ ਕਹਿ ਲਓ ਵੀ ਉਹਦਾ ਇਨਫੋਰਮੇਸ਼ਨ ਜਿਹੜਾ ਡਿਪਾਰਟਮੈਂਟ ਜਿਹੜਾ ਨਾ, ਉਹ ਗੁਰੂ ਕੋਲ ਹੈ ਸਾਰਾ ਦਾ ਸਾਰਾ। ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਡਿਪਾਰਟਮੈਂਟ ਜਿਹੜਾ ਨਾ, ਉਹ ਪੂਰਾ ਗੁਰੂ ਕੋਲ ਹੈ। ਉਹ ਕਹਿੰਦੇ ਵੀ ਮੈਂ ਤੇ ਐਸੇ ਰੱਬ ਦੇ ਕਹਿੰਦੇ ਵੀ ਨਾਨਕ ਸ਼ਰਨ ਦੀਨ ਦੁਖ ਭੰਜਨ। ਪਰ ਮੇਰਾ ਪਰਮਾਤਮਾ ਕੈਸਾ ਹੈ, ਜਿਹੜਾ ਉਹ ਦੀਨਾਂ ਦੇ ਦੁੱਖ ਭੰਜਨ ਵਾਲਾ।
ਉਹਨਾਂ ਦੇ ਜਿਹੜੇ ਦੀਨ ਨੇ, ਬਹੁਤ ਸੁਭਾਅ ਤੋਂ ਗਰੀਬ ਨੇ, ਨਾਟ ਫਾਈਨੈਂਸ਼ੀਅਲੀ ਗਰੀਬ, ਜਿਹੜੇ ਸੁਭਾਅ ਕਰਕੇ ਗਰੀਬ ਨੇ, ਉਹਨਾਂ ਦੀ ਜ਼ਿੰਦਗੀ ਵਿੱਚੋਂ ਦੁੱਖ ਕੱਟਣ ਵਾਲਾ ਹੈ। ਤੇ ਮੈਂ ਤੇਰੇ ਤੋਂ ਬਲਿਹਾਰ ਜਾਣਾ ਹੀ ਜਾਣਾ ਵਾ, ਜੋ ਤੇਰੇ ਦਾਸ ਨੇ ਨਾ, ਹੋ ਰੇਣ ਤੇਰੇ ਜੋ ਦਾਸਾਂ ਹੈ, ਜੋ ਤੇਰੇ ਦਾਸ ਨੇ ਨਾ, ਮੈਂ ਉਹਨਾਂ ਦੀ ਚਰਨ ਧੂੜ ਬਣ, ਇੰਨੀ ਹਲੇਮੀ ਵਿੱਚ ਮੈਂ ਕੋਈ ਦਾਵਾ ਨਹੀਂ, ਕੋਈ ਮਾਨ ਨਹੀਂ, ਮੈਂ ਜੋ ਤੇਰੇ ਦਾਸ ਨੇ ਨਾ, ਉਹਨਾਂ ਦੀ ਵੀ ਚਰਨ ਧੂੜ ਬਣ ਕੇ ਪਾਓ, ਮੈਂ ਉਹਨਾਂ ਦਾ ਬਿਲਕੁਲ ਨਿਮਾਣਾ ਜਿਹਾ ਸੇਵਕ ਬਣ ਕੇ ਰਹਿਣਾ ਚਾਹੁੰਦਾ। ਹਾਂਜੀ, ਧੰਨਵਾਦ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਆਪ ਜੀ ਖੋਲਣਾ ਕਰ ਰਹੇ ਹੋ, ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਗੁਰ ਨਿਦਾਨ ਕਿਛ ਕੀਮ ਨਾ ਪਾਈ, ਘਟ ਘਟ ਪੂਰੇ ਉਹ ਸਭ ਠਾਈ। ਉਹ ਜਿਹੜਾ ਵਿਰਲਾ ਮਨ ਸੀ, ਹੁਣ ਅਖਲੀ ਪਦ ਵਿੱਚ ਉਹਦੀ ਪੂਰੀ ਸਾਂਝ ਪੈ ਕੇ ਇਜ਼ ਐਕਸਪੀਰੀਐਂਸਿੰਗ ਕਿਸ ਦਾ, ਉਸ ਇੱਕ ਦਾ, ਕਿਉਂਕਿ ਗੁਰ ਨਿਦਾਨ ਉਸ ਇੱਕ ਨੂੰ ਸੰਬੋਧਨ ਕੀਤਾ, ਉਹ ਜਿਹੜਾ ਗੁਣਾਂ ਦਾ ਭਰਪੂਰ ਹੈ, ਉਸ ਦੀ ਕੀਮਤ ਨਹੀਂ ਪਈ, ਉਹ ਅਨਮੋਲ ਹੈ। ਔਰ ਹੁਣ ਇਸ ਸਮੇਂ ਉਹ ਘਟ ਘਟ ਦੇ ਵਿੱਚ ਪੂਰੀ ਤਰ੍ਹਾਂ ਭਿੱਜਿਆ ਹੋਇਆ, ਸਰੀਰ ਦੇ ਮਨ, ਇੰਦਰੀਆਂ, ਸ੍ਰਿਸ਼ਟੀ, ਅੰਗਾਂ ਦੇ ਨਾਲ ਪੂਰੀ ਤਰ੍ਹਾਂ ਸਾਂਝ ਪਾ ਕੇ ਪੂਰੀ ਤਰ੍ਹਾਂ ਭਿੱਜ ਚੁੱਕਾ ਹੈ, ਜੋ ਅਨਮੋਲ ਹੈ। ਔਰ ਇਹ ਜੋ ਹੈ ਕਿ ਕਿਉਂਕਿ ਸ਼ਰਨ ਜਦੋਂ ਭਿੱਜ ਗਿਆ ਤਾਂ ਸਮਝੋ ਕਿ ਮਨ ਤੋਂ ਦੀ ਸ਼ਰਨ ਵਿੱਚ ਆ ਗਿਆ। ਔਰ ਉਹ ਕੌਣ ਹੈ? ਜੋ ਦੁਖੀਆਂ ਦਾ ਵੀ ਦੁੱਖ ਦੂਰ ਕਰਦਾ ਹੈ। ਹੁਣ ਦੁੱਖ ਨੇੜੇ ਨਹੀਂ ਆ ਸਕਦਾ, ਉਹਨਾਂ ਨੂੰ ਪੂਰੀ ਤਰ੍ਹਾਂ ਦੀਨ ਦੁੱਖ ਪੰਜਨ ਦੂਰ ਕਰ ਦਿੱਤਾ ਹੈ। ਔਰ ਕਹਿੰਦਾ ਮਨ ਕਿ ਮੈਂ ਹੁਣ ਉਹਨਾਂ ਦਾਸਾਂ ਦਾ ਵੀ ਦਾਸ ਹੈ। He shows his humility and his humbleness is symbolic ਕਿ ਮੈਂ ਉਹਨਾਂ ਦਾਸਾਂ ਦਾ ਵੀ ਦਾਸ ਹਾਂ। ਕਿਉਂ? ਕਿਉਂਕਿ ਮਨ is experiencing, ਇਹ ਅਕੀਲਾ ਪਦ ਹੈ ਜਿੱਥੇ ਸੇ ਪੂਰੀ ਤਰ੍ਹਾਂ ਸਾਂਝ ਪਾ ਕੇ ਔਰ ਉਸਨੂੰ ਐਕਸਪੀਰੀਅੰਸ ਕਰ ਰਹੇ। ਹਾਂਜੀ, ਧੰਨਵਾਦ ਭੂਆ ਜੀ, ਆਪ ਜੀ ਨੇ ਮਨ ਤੇ ਟੁਕਾ ਕੇ ਸਮਝਾਣਾ ਕੀਤਾ, ਧੰਨਵਾਦ ਆਪ ਜੀ ਦਾ। ਅੱਜ ਇੱਥੇ ਹੀ ਫਿਰ ਸੋਲੇ ਦੀ ਸਮਾਪਤੀ ਹੁੰਦੀ ਹੈ। ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤੇ ਹੋਏ ਦੂਜੇ ਸੋਲੇ ਦੇ ਵਿਚਾਰ ਚੱਲ ਰਹੇ ਸਨ, ਅੱਜ ਇੱਥੇ ਹੀ ਸਮਾਪਤੀ ਹੋ ਰਹੀ ਹੈ। ਹੁਣ ਕੱਲ ਫਿਰ ਅਸੀਂ ਸਾਰੇ ਰਲ ਮਿਲ ਕੇ ਤੀਜੇ ਸੋਲੇ ਦੀ ਆਰੰਭਤਾ ਕਰਨੀ ਹੈ। ਤੇ ਹਰਵਿੰਦਰ ਵੀਰ ਜੀ ਨੂੰ ਬੇਨਤੀ ਹੈ, 3 ਪਦਿਆਂ ਦੇ ਪਾਠ ਹੋਏ ਨਾ, ਆਪ ਜੀ ਵੀ ਗਾਇਨ ਕਰ ਲਿਆ ਜੇ, ਫਿਰ ਸਵਾਲ ਜਵਾਬ ਸੈਸ਼ਨ ਆਰੰਭ ਹੋਣਾ। ਜੀ ਹਰਵਿੰਦਰ ਵੀਰ ਜੀ। ਗੁਰਮੁਖ ਸੋਏ ਜੇ ਹਰ ਜੀਉ ਪਾਇਆ, ਤਿਸ ਕਵਣ ਮਿਟਾਵੇ ਜੇ ਪ੍ਰਭ ਪਹਿਰਾਇਆ। ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਓ ਪਿਆ ਗਲ ਖਾਸਾ ਹੈ। ਹਉ ਬਲਿਹਾਰੀ ਸਤ ਗੁਰ ਪੂਰੇ, ਸ਼ਰਨ ਕੇ ਦਾਤੇ ਬਚਨ ਕੇ ਸੂਰੇ। ਐਸਾ ਪ੍ਰਭ ਮਿਲਿਆ ਸੁਖ ਦਾਤਾ, ਵਿਛੜ ਨ ਕਤ ਹੀ ਜਾਸਾ ਹੈ। ਗੁਣ ਨਿਧਾਨ ਕਿਛ ਕੀਮ ਨ ਪਾਈ, ਘਟ ਘਟ ਪੂਰ ਰਹਿਓ ਸਭ ਠਾਈ। ਨਾਨਕ ਸ਼ਰਨ ਦੀਨ ਦੁਖ ਭੰਜਨ, ਹਉ ਰੇਣ ਤੇਰੇ ਜੋ ਦਾਸਾਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪ੍ਰਭਦੀਪ ਵੀਰ ਜੀ, ਸਵਾਲ ਲੈ ਲਿਆ ਜੀ ਆਪ ਜੀ। ਹਾਂਜੀ ਸਤਿ ਵੀਰ, ਕੱਲ ਨਾ ਇਕਬਾਲ ਵੀਰ ਜੀ ਸਾਡੇ ਨਾਲ ਨਹੀਂ ਹੈਗੇ ਸੀ, ਤੇ ਕੱਲ ਦਾ ਬੜਾ ਇੰਪੋਰਟੈਂਟ ਜਿਹੜਾ ਕੁਐਸਚਨ ਹੈਗਾ ਸੀ ਨਾ, ਅਸੀਂ ਇਕਬਾਲ ਵੀਰ ਜੀ ਨੂੰ ਕਹਿਣਾ ਕਿ ਆਪਣੇ ਵਿਚਾਰ ਪਲੀਜ਼ ਉਸ ਤੇ ਇੱਕ ਵਾਰੀ ਦੇ ਦਿਓ ਕਿ ਉਹਨਾਂ ਨੂੰ ਸਵਾਲ ਪੁੱਛ ਲਿਆ ਜੀ ਤੁਸੀਂ। ਇਕਬਾਲ ਵੀਰ ਜੀ ਵਿੱਚ ਕੱਲ ਦਾ ਸਵਾਲ ਹੈਗਾ ਸੀ ਕਿ ਕੀ ਮਾਇਆ ਧਰਤੀ ਤੋਂ ਬਣਾਈ ਹੈ, तो प्लीज आप जी इस बारे ना जरा खुल के विचार दो। जी,
ਹਾਂਜੀ, ਮਾਇਆ ਜਿਹੜੀ ਹੈਗੀ ਹੈ ਇਹ ਕਰਤੇ ਦੀ ਬਣਾਈ ਹੋਈ। ਹਰ ਠੱਗ ਜਗ ਕੋ ਠਗੋਰੀ ਲੈ, ਠੱਗਣ ਵਾਲੀ ਠੱਗ ਬੂਟੀ ਕੀ ਹੁੰਦੀ ਹੈ? ਮਾਇਆ। ਹੁਣ ਜਗਤ ਨੂੰ ਇਹ ਜਿਹੜੀ ਮਾਇਆ ਲੱਗੀ ਹੈ, ਸੰਸਾਰ ਦੀ ਇੱਕ ਖੇਡ ਹੈ। ਮਾਇਆ ਦੇ ਮੋਹ ਦੇ ਵਿੱਚ ਪ੍ਰਮਾਤਮਾ ਜਿਹੜਾ ਹੈ ਉਹ ਜੀਵਾਂ ਨੂੰ ਪਾ ਕੇ ਤੇ ਉਹ ਸੰਸਾਰ ਦੀ ਖੇਡ ਖੇਡ ਰਿਹਾ ਹੈ, ਤੇ ਜੀਵਾਂ ਨੂੰ ਮਾਇਆ ਦੇ ਮੋਹ ਦੇ ਕੱਢਣ ਦੇ ਲਈ ਗੁਰੂ ਸਰੂਪ ਗੁਰੂ ਸ਼ਬਦ ਵੀ ਪ੍ਰਮਾਤਮਾ ਨੇ ਦੇ ਕੇ ਉਸ ਨੂੰ ਮਾਇਆ ਦੇ ਵਿੱਚੋਂ ਕੱਢਣ ਵਾਸਤੇ ਇਹ ਜਿਹੜਾ ਗੁਰੂ ਸ਼ਬਦ ਆ ਉਹ ਦਿੱਤਾ, ਤਾਂ ਜੋ ਜੀਵ ਜਿਹੜਾ ਨਿਰਾ ਮਾਇਆ ਦੇ ਮੋਹ ਵਿੱਚ ਨਾ ਫਸੇ ਰਹਿਣ, ਆਪਣੇ ਸੰਸਾਰ ਨੂੰ ਉਧਾਰ ਕਰਨ ਵਾਸਤੇ ਗੁਰੂ ਦੀ ਸ਼ਰਨ ਵੀ ਪੈ ਜਾਣ। ਹਾਂਜੀ, ਹੁਣ ਮਾਇਆ ਕੀ ਹੈ? ਮਾਇਆ ਕੋਈ ਨਾਗਨੀ ਜਗਤ ਰਹੀ ਲਪਟਾਏ। ਨਾਗਨੀ ਕੀ ਆ? ਜਿਹੜੀ ਡੱਸਦੀ ਹੋਵੇ, ਡੰਗ ਮਾਰਦੀ ਹੋਵੇ। ਇਸ ਮਾਇਆ ਦਾ, ਇਹ ਮਾਇਆ ਵਿਣ ਦੰਤਾ ਜਗ ਖਾਇਆ। ਇਹ ਮਾਇਆ ਕੋਈ ਨਾਗਣੀ ਵਿਣ ਦੰਤਾ ਜਗ ਖਾਇਆ, ਦੰਦਾਂ ਤੋਂ ਬਿਨਾਂ ਇਹ ਜਗਤ ਨੂੰ ਖਾਣ ਲਈ ਹੈ। ਹੁਣ ਮਾਇਆ ਕੀ ਹੈ? ਮਾਇਆ ਮੋਹ ਮੇਰੇ ਪ੍ਰਭ ਕੀਨਾ। ਸਭ ਤੋਂ ਸਵਾਲ ਤਾਂ ਪਹਿਲਾਂ ਹੈ ਵੀ ਮਾਇਆ ਬਣਾਈ ਕਿਹਨੇ ਆ? ਆਪ ਜੀ ਦਾ ਮੇਨ ਸਵਾਲ ਇਹ ਹੈ, ਮਾਇਆ ਮੋਹ ਮੇਰੇ ਪ੍ਰਭ ਕੀਨਾ। ਇੱਥੇ ਮਾਇਆ ਦਾ ਜਿਹੜਾ ਮੋਹ ਹੈ ਮੇਰੇ ਪ੍ਰਭੂ ਨੇ ਕੀਤਾ ਹੋਇਆ। ਆਪੇ ਭਰਮ ਭੁਲਾਏ ਤੇ ਆਪ ਹੀ ਮਾਇਆ ਦੇ ਮੋਹ ਦੇ ਭਰਮ ਵਿੱਚ ਭੁਲਾਇਆ ਜੀਵਾਂ ਨੂੰ, ਸੰਸਾਰ ਦੇ ਲੋਕਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਭੁਲਾਇਆ ਹੋਇਆ। ਇਸ ਲਈ ਇਹ ਜਿਹੜਾ ਮਾਇਆ ਦਾ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ, ਜਿਹੜੀ ਮਾਇਆ ਹੈਗੀ ਹੈ ਇਹ ਕਰਤੇ ਨੇ ਲਾਈ ਹੈ। ਹੁਣ ਮਾਇਆ ਨੂੰ ਛਾਇਆ ਵੀ ਕਿਹਾ ਹੈ, ਛੱਛੇ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੁਆ। ਹੁਣ ਭਾਵ ਕਿ ਮਾਇਆ ਦੇ ਮੋਹ ਦੇ ਵਿੱਚ ਜਦੋਂ ਜੀਵ ਚੱਲਦਾ ਹੈ ਤੇ ਸੰਸਾਰ ਦੀ ਕਾਰ ਵੱਧਦੀ ਹੈ। ਜੇਕਰ ਮਾਇਆ ਦਾ ਮੋਹ ਨਾ ਹੋਵੇ ਤੇ ਜਿਹੜੀ ਸੰਸਾਰ ਦੀ ਕਾਰ ਹੈ, ਜਿਵੇਂ ਕਿਰਤਕਾਰ ਅਸੀਂ ਕਰਦੇ ਹਾਂ, ਇਹ ਵੀ ਇੱਕ ਸੰਸਾਰ ਦੀ ਕਾਰ ਮਾਇਆ ਦੇ ਮੋਹ ਦੇ ਕਾਰਨ ਹੈ। ਅਸੀਂ ਆਪਣਾ ਪਰਿਵਾਰ ਪਾਲਣ ਦੇ ਲਈ ਘਰੋਂ ਨਿਕਲਦੇ ਹਾਂ, ਕਾਰੋਬਾਰ ਕਰਦੇ ਹਾਂ, ਇਹ ਕਾਹਦੇ ਲਈ? ਮਾਇਆ ਦੇ ਮੋਹ ਦੇ ਕਰਕੇ ਸੰਸਾਰ ਦੀ ਪਰਿਵਾਰ ਦੀ ਪ੍ਰਤਿਪਾਲਨਾ ਕਰਨ ਲਈ ਅਸੀਂ ਇਹ ਜਿਹੜਾ ਕਾਰ ਹੈ, ਕਿਰਤ ਹੈ, ਉਹ ਕਰਦੇ ਹਾਂ। ਛੱਛੇ ਛਾਇਆ ਵਰਤੀ ਸਭ ਅੰਤਰ। ਹੁਣ ਇੱਥੇ ਇਹ ਵੀ ਹੈ ਵੀ ਸਭ ਦੇ ਅੰਤਰ ਵਰਤਦੀ ਹੈ। ਇਹ ਨਹੀਂ ਐਵੇਂ ਕਿਸੇ ਦੇ ਵਰਤ ਕੇ ਕਿਸੇ ਦੇ ਨਹੀਂ, ਸਭ ਦੇ ਅੰਦਰ ਵਰਤਦੀ ਹੈ। ਹੁਣ ਮਾਇਆ ਦਾ ਮੋਹ ਕਿਵੇਂ ਹੈ? ਜੰਮਦਿਆਂ ਸਾਰੇ ਹੀ ਮਾਇਆ ਦਾ ਮੋਹ ਲੱਗਦਾ ਵੀ ਮਨੁੱਖ ਜਿਹੜਾ ਬੱਚਾ ਜਿਹੜਾ ਹੈ ਉਹ ਦੁੱਧ ਨੂੰ ਤੜਫਦਾ ਰੋਂਦਾ ਹੈ। ਹੁਣ ਕਰਤੇ ਨੇ ਇਹ ਵੀ ਮਾਇਆ ਆ ਭਾਈ। ਜਦੋਂ ਸਰੀਰਕ ਲੋੜ ਆ, ਸਰੀਰਕ ਲੋੜ ਦੀ ਕਰਕੇ ਉਹ ਮਾਇਆ ਦੀ ਪੂਰਤੀ ਵਿੱਚ ਹੀ ਸਰੀਰਕ ਲੋੜਾਂ ਸਾਡੀਆਂ ਵੱਧਦੀਆਂ ਹਨ। ਸਰੀਰ ਦੀ ਪੂਰਤੀ ਵਾਸਤੇ ਵੀ ਭਾਵਾਂ ਪ੍ਰਮਾਤਮਾ ਨੇ ਇਹ ਦੁੱਧ ਦੀ ਵਿਵਸਥਾ ਬਣਾਈ ਹੈਗੀ ਆ। ਹਰ ਜੀਵਾਂ ਦੇ, ਪਸ਼ੂ ਪੰਛੀਆਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਜਿਹੜੀ ਖੇਡ ਹੈ ਵਰਤਦੀ ਹੈ। ਜਿਉਂ ਅਵਸਥਾ ਜਿਹੜੀਆਂ 10 ਅਵਸਥਾ ਦੱਸੀਆਂ, ਪਹਿਲੇ ਮੇਮ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਵ, ਚੌਥੇ ਖੇਡ ਉਪਨੀ। ਇਹ ਸਾਰੀਆਂ ਪ੍ਰਸਥਿਤੀਆਂ ਅਵਸਥਾਵਾਂ ਜਿਹੜੀਆਂ ਅੰਤ ਵਿੱਚ ਦਸਵਾਂ ਸਵਾਹ ਵਾਲੀ 10 ਕੈਟਾਗਰੀਆਂ ਦੇ ਵਿੱਚ ਜਿਹੜੀ ਇਹ ਸਟੇਜਾਂ ਦੱਸੀਆਂ ਹਨ, ਉਹ ਵੀ ਮਾਇਆ ਦੀਆਂ ਹੈ। ਕਿਵੇਂ ਕਿਵੇਂ ਬੱਚੇ ਨੂੰ ਮਾਇਆ ਲੱਗਦੀ ਹੈ ਤਾਂ ਉਹ ਖਿਡੌਣਿਆਂ ਵੱਲ ਰੁੱਚਦਾ ਹੈ, ਖਾਣ ਪੀਣ ਦਾ ਜਾਂਦਾ ਹੈ, ਬਾਲਕ ਨੂੰ ਦੁੱਧ ਦੀ, ਖੀਰ ਦੀ ਉਹ ਉਧਰ ਤੜਫਦਾ ਹੈ। ਇਹ ਮੋਹ ਹੈ, ਇਹ ਮਾਇਆ ਦਾ ਮੋਹ ਹੁੰਦਾ ਜਿਹੜਾ ਜੀਵ ਨੂੰ ਉਪਰਾਲੇ ਉਦਮ ਕਰਨ ਲਈ ਪ੍ਰੇਰਦਾ ਹੈ, ਚਾਹੇ ਉਹ ਤਨ ਵਾਸਤੇ ਹੋਵੇ। ਲੇਕਿਨ ਇਹੀ ਮਾਇਆ ਦਾ ਮੋਹ ਦੇ ਕਾਰਨ ਹੀ ਸਾਨੂੰ ਗੁਰੂ ਸਾਹਿਬ ਨੇ ਸਮਝਾ ਕੇ ਇਹ ਮਨ ਨੂੰ ਜਿਹੜੀ ਮਾਇਆ ਦਾ ਮੋਹ ਆ ਵਰਤਿਆ ਹੋਇਆ ਹੈ, ਉਸ ਨੂੰ ਦੂਰ ਕਰਨ ਲਈ ਗੁਰੂ ਦੀ ਸ਼ਰਨ ਪੈ ਕੇ ਗੁਣਾਂ ਨੂੰ ਧਾਰਨ ਕਰਨ ਦਾ ਜਿਹੜਾ ਮੋਹ ਹੈ ਜੇ ਪੈ ਜਾਵੇ ਜੀਵ ਨੂੰ, ਤੇ ਉਹ ਸੰਸਾਰ ਤੋਂ ਸਭ ਅੰਤਰ, ਸਾਰਿਆਂ ਜੀਵਾਂ ਦੇ ਅੰਦਰ ਇਹ ਜਿਹੜੀ ਮਾਇਆ ਹੈ ਇਹ ਵਰਤਦੀ ਹੈ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੋਲੀ ਪਾਈ ਆ। ਹੁਣ ਮਾਇਆ ਇੱਥੇ ਵੀ ਸਤਿਗੁਰੂ ਜੀ ਸਮਝਾਉਣੀ ਕਹਿੰਦੇ ਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਇਹ ਉਸਨੇ ਕੀਤੀ ਹੈ ਜਿਨ ਠਗੋਲੀ, ਜਿਸਨੇ ਇਹ ਠੱਗ ਬੂਟੀ ਪਾਈ ਹੈ। ਹੁਣ ਹਰ ਠੱਗ ਜਗ ਕੋ ਠਗੋਰੀ ਲਾਈ, ਇਹ ਪ੍ਰਮਾਣ ਹੈ ਜੀ ਕਬੀਰ ਸਾਹਿਬ ਦਾ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਉਸ ਅਕਾਲ ਪੁਰਖ ਕਰਤੇ ਨੇ ਇਹ ਜਿਹੜੀ ਮੋਹਣੀ ਮਾਇਆ ਜੀਵਾਂ ਨੂੰ ਮੋਹ ਲੈਣ ਵਾਲੀ, ਇਸ ਕਰਕੇ ਇਹਨੂੰ ਮੋਹਣੀ ਕਿਹਾ ਹੈ।
ਜੀਵਾਂ ਨੂੰ ਆਪਣੇ ਪ੍ਰਭਾਵ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਲੈ ਲੈਂਦੀ ਹੈ, ਆਸਾ ਤ੍ਰਿਸ਼ਨਾ ਵਿੱਚ ਲੈ ਲੈਂਦੀ ਹੈ। ਭਾਵ ਮਨ ਦੇ ਅੰਦਰ ਇਹਨਾਂ ਦੀਆਂ ਇਛਾਵਾਂ ਜਾਗਦੀਆਂ, ਜੀਵ ਦੇ ਅੰਦਰ ਉਹ ਮਾਇਆ ਦੇ ਕਾਰਨ ਜਾਗਦੀਆਂ। ਜੇ ਇਹ ਮਾਇਆ ਨਾ ਲੱਗੀ ਹੋਵੇ ਤੇ ਜੀਵ ਦੀਆਂ ਇਛਾਵਾਂ ਦੀ ਪੂਰਤੀ ਬਹੁਤ ਥੋੜੀ ਹੋ ਜਾਏ, ਉਪਜਤ ਬਹੁਤ ਥੋੜੀ ਹੋ ਜਾਏ, ਤੇ ਉਹ ਬਹੁਤ ਹੀ ਕਾਰ ਵਿਹਾਰ ਨੱਠ ਭੱਜ ਤੱਕ ਨਹੀਂ ਕਰੇਗਾ। ਉਹ ਥੋੜੇ ਹੀ ਦਾਇਰੇ ਦਾ ਪਾਂਧੀ ਬਣ ਕੇ ਰਹਿ ਜਾਵੇਗਾ। ਤੇ ਮਾਇਆ ਦੇ ਮੋਹ ਤੋਂ ਨਿਕਲਣ ਲਈ ਗੁਰੂ ਦੀ ਜਿਹੜੀ ਹੈਗੀ ਹੈ ਦਾਤ ਦਿੱਤੀ ਹੈ ਅਕਾਲ ਪੁਰਖ ਕਰਤੇ ਨੇ। ਮਾਇਆ ਕਾ ਰੂਪ ਸਭ ਤਿਸਤੇ ਹੋਏ। ਅਗਲਾ ਪ੍ਰਮਾਣ ਹੈ ਜੀ, ਮਾਇਆ ਦਾ ਜਿਹੜਾ ਰੂਪ ਹੈ, ਮਾਇਆ ਬਹੁ ਰੰਗੀ ਆ, ਬਹੁਤ ਹੀ ਰੰਗਾਂ ਚ ਵਰਤੀ ਹੋਈ ਹੈ, ਜਿਸ ਦਾ ਸਾਨੂੰ ਕਈ ਵਾਰ ਤਾਂ ਅੰਦਾਜ਼ਾ ਵੀ ਨਹੀਂ ਲੱਗਦਾ। ਅਸੀਂ ਮੇਨ ਜਿਹੜੇ ਮਾਇਆ ਦੇ ਮੋਹ ਦੇ ਰੂਪ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਥ ਲਏ ਹਨ, ਪਰ ਮਾਇਆ ਦਾ ਰੂਪ ਕਿੱਥੇ ਕਿੱਥੇ ਕਿਵੇਂ ਕਿਵੇਂ ਪ੍ਰਗਟ ਹੋ ਜਾਂਦਾ ਹੈ ਸਾਨੂੰ ਪਤਾ ਵੀ ਨਹੀਂ ਲੱਗਦਾ। ਅਗਲਾ ਪ੍ਰਮਾਣਾ, ਮਾਇਆ ਮੋਹ ਨਟ ਬਾਜੀ ਪਾਈ। ਇਹ ਸੰਸਾਰ ਦੀ ਜਿਹੜੀ ਖੇਡ ਹੈ, ਬਾਜੀ ਹੈ, ਇਹ ਮਾਇਆ ਦੇ ਮੋਹ ਕਰਕੇ ਹੀ ਹੈ। ਉਹ ਪਾਈ ਕਿੰਨੇ ਆ? ਕਰਤੇ ਨੇ। ਤੋ ਮਾਇਆ ਦਾ ਮੋਹ ਜਿਹੜਾ ਕਰਤੇ ਨੇ ਲਾਇਆ ਹੋਇਆ ਹੈ, ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਹੁਣ ਇਹਦੇ ਵਿੱਚ ਲਪਟੇ ਕੌਣ ਹਨ? ਗੁਰੂ ਤੋਂ ਟੁੱਟੇ ਹੋਏ ਮਨੁੱਖ। ਜਿਹੜੇ ਮਨੁੱਖ ਗੁਰੂ ਤੋਂ ਟੁੱਟੇ ਹੋਏ ਹਨ, ਉਹ ਮਾਇਆ ਦੇ ਮੋਹ ਦੇ ਵਿੱਚ ਜਾਂਦੇ। ਮਾਇਆ ਤੋਂ ਇਹ ਭਾਵ ਨਹੀਂ ਹੈ ਕਿ ਵੀ ਜੇ ਅਸੀਂ ਗੁਜ਼ਾਰੇ ਲਈ ਜ਼ਰੂਰਤ ਲਈ ਕਰਦੇ ਹਾਂ ਤਾਂ ਉਹ ਮਾਇਆ ਹੈ, ਨਹੀਂ, ਉਹ ਸਾਡੀ ਲੋੜ ਹੈ। ਮਾਇਆ ਉਦੋਂ ਵਰਤਦੀ ਹੈ ਜਦੋਂ ਅਸੀਂ ਹੱਦ ਤੋਂ ਇਸ ਲੋੜਾਂ ਨੂੰ ਹੱਦ ਤੋਂ ਵੱਧ ਇਕੱਤਰ ਕਰਦੇ ਹਾਂ, ਤੇ ਤਾਂ ਉੱਥੇ ਸਾਡਾ ਜਿਹੜਾ ਹੈ ਇਹ ਮਾਇਆ ਪ੍ਰਭਾਵ ਦਾ ਕਬੂਲਦੇ ਹਾਂ ਵੀ ਇਹ ਮਾਇਆ ਨੇ ਹੁਣ ਪ੍ਰਭਾਵ ਪਾ ਲਿਆ ਹੈ। ਕਿਉਂਕਿ ਸਰੀਰ ਵਾਸਤੇ ਜ਼ਰੂਰਤ ਹੈ, ਲੋੜ ਹੈ, ਤਨ ਨੂੰ ਪਦਾਰਥਾਂ ਦੀ ਲੋੜ ਹੈ। ਇਸ ਕਰਕੇ ਪਦਾਰਥਾਂ ਵਾਸਤੇ, ਜਿਵੇਂ ਬੱਚੇ ਨੂੰ ਦੁੱਧ ਪਹਿਲਾਂ ਉਹ ਜ਼ਰੂਰਤ ਆ ਉਸਦੀ, ਜਦੋਂ ਜ਼ਰੂਰਤ ਤੋਂ ਵੱਧ ਚੀਜ਼ ਅਸੀਂ ਇਕੱਠੀ ਕਰਦੇ ਹਾਂ ਉਹਨੂੰ ਮਾਇਆ ਦਾ ਵਰਤਾਰਾ ਹੋ ਜਾਂਦਾ ਹੈ। ਤੇ ਮਾਇਆ ਦੇ ਵਰਤਾਰੇ ਦੇ ਵਿੱਚ ਹੀ ਇਹ ਸੰਸਾਰ ਜਿਹੜਾ ਹੈ ਰੁੱਝਿਆ ਪਿਆ। 10 ਰੁਪਏ। ਤੇ ਅਗਲਾ ਪ੍ਰਮਾਣ ਹੈ ਜੀ, ਸਤਿਗੁਰੂ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਇਹ ਮਾਇਆ ਦੇ ਕਾਰਨ ਹੀ ਜਿਹੜਾ ਜਗਤ ਹੈ ਇਹ ਚੱਲਦਾ ਹੈ, ਤੇ ਜਗਤ ਨੂੰ ਜਿਹੜੀ ਮਾਇਆ ਖਾ ਰਹੀ ਹੈ, ਭਾਵ ਉਹਨੂੰ ਆਪਣੇ 10 ਰੁਪਏ ਤੇ ਮਾਇਆ ਦੇ ਕਾਰਨ ਹੀ ਇਹ ਸੰਸਾਰ ਜਿਹੜਾ ਹੈ ਉਹ ਕਾਰ ਵਿਹਾਰ ਚ ਲੱਗਾ ਹੋਇਆ। ਇਸ ਲਈ ਇੱਥੇ ਸਾਰੇ ਪ੍ਰਮਾਣਿਕਤਾ ਜਿਹੜੇ ਆ ਸਤਿਗੁਰੂ ਜੀ ਦਿਨ ਦੱਸਦੇ ਹਨ ਕਿ ਮਾਇਆ ਜਿਹੜੀ ਹੈ ਇਹ ਕਰਤੇ ਨੇ ਹੀ ਬਣਾਈ ਹੋਈ ਹੈ ਜੀ। ਅਗਲਾ ਸਵਾਲ ਜੀ, ਕੋਈ ਮਾਇਆ ਦੇ ਸੰਬੰਧ ਵਿੱਚ? ਮੇਰੇ ਖਿਆਲ ਪੂਰਾ ਕਨਸੈਪਟ ਕਲੀਅਰ ਹੋ ਗਿਆ ਹੋਣਾ ਸਾਰਿਆਂ ਦਾ ਹੁਣ ਤੇ। ਬਹੁਤ ਸੋਹਣੇ ਬਤਾ ਦਿੱਤੇ ਨੇ ਆਪ ਜੀ ਨੇ। ਤੇ ਸਤਿਗੁਰੂ ਜੀ, ਮੇਰੇ ਖਿਆਲ ਸਮਾਂ ਸਾਡਾ ਹੋ ਗਿਆ ਤੇ ਸਾਡੇ ਕੋਲ ਸਵਾਲ ਵੀ ਕੋਈ ਨਹੀਂ ਆਇਆ ਹਾਲੇ ਤੱਕ, ਤੇ ਸਮਾਪਤੀ ਕਰ ਲਈ ਆਪਾਂ जी। जिस तरह भूआ जी अगर 2 मिनट कोई विचार रखना चाहें या रविंदर जी, 2-3 मिनट का समय है, 2 मिनट नहीं, बहुत हाँ। no, nothing further, बहुत सोना, beautifully said, very beautifully said। ਸਤਿਗੁਰੂ ਜੀ ਨੇ ਪੂਰਾ ਵਿਸ਼ਾ ਖੋਲਤਾ ਬਹੁਤ ਚੰਗੀ ਤਰੀਕੇ ਨਾਲ जी। ਜੀ। ਵੀਰ ਜੀ ਕੁਝ ਚੈਟ ਬਾਕਸ ਮੈਸੇਜ ਕਰ ਰਹੇ ਸੀ ਜੋ ਨੇ, ਤੇ ਮੈਂ ਉਹਨਾਂ ਦੀ ਆਡੀਓ ਔਨ ਕਰ ਦੇਣਾ, ਉਹ ਔਨ ਕਰਕੇ ਆਪਣੇ ਵਿਚਾਰ ਦੇ ਸਕਦੇ ਨੇ। जेके सिंह वीर जी, आप जी अपनी ऑडियो ऑन करके प्लीज कुछ विचार देना चाहो, दे सकते हो। आप जी ने अपनी ऑडियो आप ऑन करनी पड़ेगी जी, शायद अपनी डिवाइस खोलनी है। चलो समाप्ति कर लेना सतबीर जी आप। ठीक है, ठीक है। और यहाँ बेअंत पनादी किमा वाहिगुरु जी का खालसा, वाहिगुरु जी की फतेह। वाहिगुरु जी की फतेह।